ਹਾਂਜੀ, ਜੈ ਭੀਮ ਸਾਰੇ ਸਾਥੀਆਂ ਨੂੰ ਜੁੜਨ ਦੇ ਲਈ ਧੰਨਵਾਦ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਚੈਪਟਰ ਨੰਬਰ 12 ਜਿਹੜਾ ਹੈਗਾ ਨੈਸ਼ਨਲ ਫਰਸਟ੍ਰੇਸ਼ਨ ਜਿਹੜਾ ਹੈਗਾ ਵੋਲਿਊਮ ਨੰਬਰ 8 ਦਾ ਉਹ ਡਿਸਕਸ ਕਰ ਰਹੇ ਹਾਂ, ਜਿਹਦਾ ਭਾਵ ਰਾਸ਼ਟਰ ਜਿਹੜੀ ਕੜਵਾਹਟ ਜਿਹਨੂੰ ਆਪਾਂ ਕਹਿ ਸਕਦੇ ਹਾਂ। ਜਿਹੜੇ ਦੋ ਕਮਿਊਨਿਟੀਜ਼ ਹੈਗੀਆਂ ਭਾਰਤ ਦੀਆਂ ਮੈਜੋਰਿਟੀ ਦੇ ਵਿੱਚ, ਜਿਹੜੀਆਂ ਮੁਸਲਮਾਨ ਤੇ ਹਿੰਦੂ, ਇਹਨਾਂ ਦੇ ਆਪਸ ਦੇ ਵਿੱਚ ਜਿਹੜੀ ਕੜਵਾਹਟ ਹੈਗੀ ਆ ਬਈ ਸਾਨੂੰ ਆਜ਼ਾਦੀ ਚਾਹੀਦੀ ਆ। ਅਸੀਂ ਪਿਛਲੀ ਵਾਰੀ ਡਿਸਕਸ ਕੀਤਾ ਸੀਗਾ, ਚੈਪਟਰ ਥੋੜਾ ਲੰਬਾ ਆ, 75 ਪੇਜਿਸ ਆ ਚੈਪਟਰ ਦੇ, ਤੇ ਅਸੀਂ ਸੋਚਿਆ ਕਿ ਇਹਨੂੰ ਦੋ ਭਾਗਾਂ 'ਚ ਡਿਵਾਈਡ ਕੀਤਾ ਜਾਵੇ। ਤੇ ਪਹਿਲਾ ਭਾਗ ਜਿਹੜਾ ਸੀਗਾ ਪਿਛਲੇ ਵੀਕ ਕਵਰ ਕੀਤਾ, ਤੇ ਐਤਕੀ ਜਿਹੜਾ ਦੂਜਾ ਭਾਗ ਇਹਦਾ ਕਵਰ ਕਰਾਂਗੇ। ਤੇ ਪਹਿਲੇ ਹਿੱਸੇ ਨੂੰ ਮੈਂ ਕਵਰ ਕਰਾਂਗਾ ਤੇ ਦੂਸਰਾ ਪਾਰਟ ਇਹਦਾ ਡਾਕਟਰ ਸਾਹਿਬ ਕਵਰ ਕਰਨਗੇ। ਇਹਦੇ ਵਿੱਚ ਮੈਂ ਥੋੜੀ ਜਿਹੀ ਦੱਸਦਿਆਂ ਕਿ ਆਪਾਂ ਡਿਸਕਸ ਕੀਤਾ ਸੀਗਾ ਕਿ ਮੁਸਲਮਾਨ ਆਪਣੀ ਪੂਰਨ ਆਜ਼ਾਦੀ ਦੀ ਮੰਗ ਕਰਦੇ ਆ, ਭਾਵੇਂ ਕਿ ਕਿਸੇ ਸਮੇਂ ਜਿਹੜੇ ਕਾਂਗਰਸੀ ਸੀਗੇ ਜਾਂ ਹਿੰਦੂ ਮਹਾਸਭਾ ਵਾਲੇ ਬੰਦੇ ਸੀਗੇ, ਉਹਨਾਂ ਨੇ ਵੀ ਇਸ ਚੀਜ਼ ਨੂੰ ਜਿਹੜੀ ਆ ਪ੍ਰਮਾਣਤਾ ਦਿੱਤੀ ਵੀ ਅਸੀਂ ਵੀ ਜਿਹੜੀ ਆ ਪੂਰਨ ਆਜ਼ਾਦੀ ਦੀ ਅਸੀਂ ਮੰਗ ਕਰਦੇ ਹਾਂ। ਪਰ ਬਾਅਦ ਦੇ ਵਿੱਚ ਜਿਹੜੀ ਗਾਂਧੀ ਤੇ ਕਾਂਗਰਸ ਹੈਗੀ ਆ, ਉਹਨਾਂ ਨੇ ਆਪਣਾ ਜਿਹੜਾ ਰਵੱਈਆ ਜਾਂ ਰੁਖ ਹੈਗਾ ਆ ਉਹ ਡੋਮੀਨੀਅਨ ਸਟੇਟਸ ਨੂੰ ਜਿਹੜਾ ਉਧਰ ਨੂੰ ਕੀਤਾ ਵੀ ਸਾਨੂੰ ਡੋਮੀਨੀਅਨ ਸਟੇਟਸ ਚਾਹੀਦਾ ਹੈਗਾ ਆ। ਸੋ ਡੋਮੀਨੀਅਨ ਸਟੇਟਸ ਦੇ ਬਾਰੇ ਅਸੀਂ ਪਿਛਲੀ ਵਾਰੀ ਡਿਸਕਸ਼ਨ ਕੀਤੀ ਸੀਗੀ ਕਿ ਨਾਲ ਦੀ ਨਾਲ ਜਿਹੜੇ ਭਾਰਤ ਦੇ ਵਿੱਚ ਜਿਹੜੇ ਮੁਸਲਮਾਨ ਹੈਗੇ ਆ, ਜੇ ਉਹ ਪੂਰਨ ਬਾਬਾ ਸਾਹਿਬ ਵੱਖਰੇ ਐਂਗਲਾਂ ਤੋਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਜੇ ਮੁਸਲਮਾਨ ਭਾਰਤ ਦੇ ਵਿੱਚ ਰਹਿੰਦੇ ਆ ਤੇ ਭਾਰਤ ਦੇ ਵਿੱਚ ਕੀ ਹੋਵੇਗਾ, ਕੀ ਉਹ ਬਾਹਰ ਅਲਾਇੰਸ ਕਰ ਸਕਦੇ ਆ ਜਿਹੜੀਆਂ ਹੋਰ ਮੁਸਲਮਾਨ ਕੰਟਰੀਆਂ ਹੈਗੀਆਂ ਆ। ਅਸੀਂ ਦੇਖਿਆ ਸੀ ਵੀ ਮੁਸਲਮਾਨਾਂ ਦੀਆਂ ਜਿਹੜੀਆਂ ਇਹਨਾਂ ਦੇ ਜਿਹੜੇ ਧਾਰਮਿਕ ਗ੍ਰੰਥ ਹੈਗੇ ਆ, ਕੁਰਾਨ ਹੈਗੀ ਆ, ਉਹਦੇ ਵਿੱਚ ਕਿੱਦਾਂ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹੈਗੀਆਂ ਇੱਕ ਮੁਸਲਮਾਨ ਦੇ ਪ੍ਰਤੀ ਜਾਂ ਮੁਸਲਮਾਨ ਦੀ ਕੁਰਾਨ ਦੇ ਪ੍ਰਤੀ ਜਿਹੜੀ ਆ ਉਹਦੀ ਕੀ ਜ਼ਿੰਮੇਵਾਰੀ ਬਣਦੀ ਹੈਗੀ ਆ। ਸੋ ਇਹਦੇ ਵਿੱਚ ਅਸੀਂ ਪਿਛਲੀ ਵਾਰੀ ਇਹ ਵੀ ਡਿਸਕਸ ਕੀਤਾ ਸੀਗਾ ਕਿ ਕਿੱਦਾਂ ਵੱਖਰੇ ਵੱਖਰੇ ਨੇਤਾਵਾਂ ਨੇ ਵੱਖਰੇ ਜਿਹੜੇ ਹਿੰਦੂਆਂ ਦੇ ਨੇਤਾ ਹੈਗੇ ਆ, ਜਿੱਦਾਂ ਆਪਾਂ ਰਵਿੰਦਰਨਾਥ ਟੈਗੋਰ ਪੜ੍ਹਿਆ ਸੀ ਪਿਛਲੀ ਵਾਰੀ, ਉਹਦੇ ਬਿਆਨ ਦੇਖੇ ਸੀਗੇ ਆਪਾਂ, ਲਾਲਾ ਲਾਜਪਤ ਰਾਏ ਦੇ ਬਿਆਨ ਦੇਖੇ ਸੀ। ਉਹਨਾਂ ਦੇ ਤਰ੍ਹਾਂ ਦੇ ਬਿਆਨ ਸੀਗੇ ਕਿ ਸਾਨੂੰ ਜਿਹੜੀਆਂ ਇਹਨਾਂ ਦੇ ਧਰਮ ਗ੍ਰੰਥਾਂ ਦੇ ਵਿੱਚ ਸਿੱਖਿਆਵਾਂ ਹੈਗੀਆਂ ਆ, ਉਹਨਾਂ ਤੋਂ ਸਾਨੂੰ ਖਤਰਾ ਹੈਗਾ ਆ। ਜਿਹੜਾ ਇੱਕ ਅਖੰਡ ਭਾਰਤ ਹੈਗਾ ਆ, ਯੂਨੀਅਨ ਜਿਹਨੂੰ ਆਪਾਂ ਕਹਿੰਦੇ ਆ, ਇਕੱਠ ਭਾਰਤ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਆ, ਉਹ ਬਣਨ ਦੇ ਵਿੱਚ ਬਹੁਤ ਤਕੜਾ ਖਤਰਾ ਹੈਗਾ ਆ। ਸੋ ਇਹ ਆਪਾਂ ਡਿਸਕਸ ਕੀਤਾ ਸੀਗਾ। ਤੇ ਉਸ ਤੋਂ ਅਗਲਾ ਜਿਹੜਾ ਪਾਰਟ ਹੈਗਾ ਆ, ਪਾਰਟ 4 ਹੈਗਾ ਇਸ ਚੈਪਟਰ ਦਾ। ਇਸ ਚੀਜ਼ਾਂ ਨੂੰ ਲੈ ਕੇ ਬਾਬਾ ਸਾਹਿਬ ਫਿਰ ਅੱਗੇ ਜਦੋਂ ਇਹ ਚੈਪਟਰ ਆਪਾਂ ਪਿਛਲੀ ਵਾਰੀ ਖਤਮ ਕੀਤਾ ਸੀ, ਤੇ ਬਾਬਾ ਸਾਹਿਬ ਕਹਿੰਦੇ ਕਿ ਮੈਂ ਪਹਿਲਾਂ ਜਿੱਦਾਂ ਇਹਨਾਂ ਦੇ ਧਾਰਮਿਕ ਯਕੀਨ ਜਿਹੜੇ ਹੈਗੇ ਆ ਜਾਂ ਸਮਾਜਿਕ ਰਵੱਈਏ ਇੱਕ ਦੂਜੇ ਨੂੰ ਲੈ ਕੇ, ਜਿੱਥੇ ਤੱਕ ਅਸੀਂ ਇਹ ਦੇਖਦੇ ਹੈਗੇ ਆ ਕਿ ਹਿੰਦੂਆਂ ਦੇ ਮੁਸਲਮਾਨਾਂ ਦੇ ਇੱਕ ਦੂਜੇ ਨੂੰ ਧਾਰਮਿਕ ਰਵੱਈਏ ਦੀ ਗੱਲ ਆਉਂਦੀ ਆ, ਅਸੀਂ ਇਹਨਾਂ ਨੂੰ ਦੇਖਦੇ ਹੈਗੇ ਆ ਕਿ ਜਿਹੜੀ ਭਾਰਤ ਦੀ ਜਿਹੜੀ ਅਲਟੀਮੇਟ ਡੈਸਟਨੀ ਹੈਗੀ ਆ, ਜਾਣੀ ਕਿ ਆਖਰੀ ਮੁਕੱਦਰ ਜਿਹੜਾ ਹੈਗਾ ਆ ਵੀ ਉਹ ਭਾਰਤ ਜਿਹੜਾ ਆ ਇੱਕ ਹਿੰਦੂ ਰਾਸ਼ਟਰ ਬਣੇਗਾ ਜਾਂ ਮੁਸਲਮਾਨ ਰਾਸ਼ਟਰ ਬਣੇਗਾ, ਇਹ ਹੁਣ ਸਾਨੂੰ ਕਲੀਅਰ ਲੱਗ ਰਿਹਾ ਹੈਗਾ ਕਿ ਕੀ ਚੱਲ ਰਿਹਾ ਹੈਗਾ ਆ। ਦੋਨਾਂ ਦੀਆਂ ਜਿਹੜੀਆਂ ਆ ਰੀਤੀ ਰਿਵਾਜ, ਦੋਨਾਂ ਦੇ ਧਰਮ ਵੱਖਰੇ ਆ। ਬਾਬਾ ਸਾਹਿਬ ਦੱਸਦੇ ਹੈਗੇ ਇਹਦੇ ਵਿੱਚ ਵੀ ਬਹੁਤ ਕੋਸ਼ਿਸ਼ ਕੀਤੀ ਹੈਗੀ ਆ ਹਿੰਦੂਆਂ ਨੇ ਮੁਸਲਮਾਨਾਂ ਨੂੰ ਆਪਣੇ ਨਾਲ ਰਲਾਉਣ ਦੀ, ਹਿੰਦੂਆਂ ਨੇ ਮੁਸਲਮਾਨਾਂ ਦੇ ਨਾਲ ਇੱਕ ਏਕਤਾ ਬਣਾਉਣ ਦੀ, ਪਰ ਇਹ ਮਿਲਾਪ ਜਿਹੜਾ ਇਹਨਾਂ ਦਾ ਨਹੀਂ ਹੋ ਸਕਿਆ। ਇਹਨਾਂ ਦੇ ਵਿੱਚ ਆਪਸੀ ਅਸੰਗਤ ਹੈਗੀ ਆ, ਬਹੁਤ ਤਕੜੀ ਸੰਗਤ ਆ, ਇੱਕ ਦੂਸਰੇ ਨਾਲ ਇਹ ਰਹਿ ਕੇ ਨਹੀਂ ਬੈਠ ਸਕਦੇ। ਭਾਵੇਂ ਕਿ ਜੇ ਅਸੀਂ ਦੇਖੀਏ ਇਹਨਾਂ ਨੂੰ ਇੱਕ ਦੇਸ਼ ਦੇ ਥੱਲੇ ਇਕੱਠਾ ਕਰ ਦਈਏ ਤਾਂ ਵੀ ਇਹ ਜਿਹੜਾ ਆ ਪੋਸੀਬਲ ਜਾਂ ਸੰਭਵ ਨਹੀਂ ਹੈਗਾ। ਤੇ ਬਾਬਾ ਸਾਹਿਬ ਕਹਿੰਦੇ ਵੀ ਜਿਹੜੇ ਇਹਨਾਂ ਦੇ ਵਿੱਚ ਆਪਸੀ ਜਿਹੜਾ ਇਹ ਵਖਰੇਵਾਂ ਹੈਗਾ ਆ ਹਿੰਦੂਆਂ ਤੇ ਮੁਸਲਮਾਨਾਂ ਨਾਲ ਲੈ ਕੇ, ਚਾਹੇ ਉਹ ਧਾਰਮਿਕ ਆ, ਸਿਆਸੀ ਆ, ਜਾਂ ਰਾਜਨੀਤਿਕ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਆ, ਉਹ ਹੈਗਾ ਆ, ਜਾਂ ਸਮਾਜਿਕ ਹੈਗਾ ਆ, ਇਹ ਜਿਹੜਾ ਪੁਆੜਾ ਹੈਗਾ ਆ ਇੱਕ ਦੂਸਰੇ ਦੇ ਵਿੱਚ, ਇਹਨੇ ਆਪਸ ਦੇ ਵਿੱਚ ਲਗਾਤਾਰ ਜਿਹੜੀ ਆ ਇੱਕ ਲੜਾਈ ਜਿਹੜੀ ਆ ਉਹ ਮਾਹੌਲ, ਜੰਗ ਦਾ ਮਾਹੌਲ ਜਿਹੜਾ ਆ ਉਹ ਬਣਿਆ ਹੀ ਰਹਿਣਾ ਹੈਗਾ ਆ। ਕਹਿੰਦੇ ਇੰਨੀ ਪੱਕੀ ਹੋ ਚੁੱਕੀ ਆ ਇਹ ਪ੍ਰੋਬਲਮ ਜਿਹੜੀ ਹਿੰਦੂਆਂ ਤੇ ਮੁਸਲਮਾਨਾਂ ਦੀ ਆ, ਇਹ ਸदैव ਰਹਿਣ ਵਾਲੀ ਆ ਭਾਰਤ ਦੇ ਵਿੱਚ। ਤੇ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਜੇ ਆਪਾਂ ਇਹ ਕਹਿੰਦੇ ਹੈਗੇ ਆ ਵੀ ਫਿਲਹਾਲ ਭਾਰਤ ਦੇ ਜਿਹੜੇ ਹੈਗੇ ਆ ਵੀ ਮਤਲਬ ਕਿ ਜਿਹੜੀ ਸਮੱਸਿਆ ਹੈਗੀ ਆ, ਇਹ ਜਿਹੜੀ ਭਾਰਤ ਦੇ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੀ ਸਮੱਸਿਆ ਹੈਗੀ ਆ, ਇਹ ਹੱਲੇ ਹੈਗੀ ਆ। ਆਪਾਂ ਇਹਦਾ ਹੱਲ ਕਰਾਂਗੇ, ਪਹਿਲਾਂ ਆਪਾਂ ਇਕੱਠੇ ਹੋ ਜਾਈਏ। ਪਰ ਜੇ ਹੁਣ ਬਾਬਾ ਸਾਹਿਬ ਕਹਿੰਦੇ ਵੀ ਆਪਾਂ ਇਹ ਜਿਹੜੀ ਧਾਰਨਾ ਹੈਗੀ ਆ ਕਿ ਪਹਿਲਾਂ ਅਸੀਂ ਇਕੱਠੇ ਹੋ ਜਾਈਏ, ਫਿਰ ਜਿਹੜੀ ਅਸੀਂ ਮਤਲਬ ਕਿ ਹਿੰਦੂ ਤੇ ਮੁਸਲਮਾਨ ਪਹਿਲਾਂ ਇਕੱਠੇ ਹੋ ਜਾਣ, ਫਿਰ ਸਮੱਸਿਆ ਦਾ ਹੱਲ ਹੋ ਜਾਣਾ ਹੈਗਾ। ਬਾਬਾ ਸਾਹਿਬ ਕਹਿੰਦੇ ਇਹ ਵੀ ਜਿਹੜੀ ਧਾਰਨਾ ਹੈਗੀ ਆ ਇਹ ਵਿਫਲ ਹੈਗੀ ਆ, ਕਿਉਂਕਿ ਤੁਸੀਂ ਚੈਕੋਸਲੋਵਾਕੀਆ ਦੀ ਤੁਹਾਡੇ ਮੋਹਰੇ ਜਿਹੜੀ ਐਗਜ਼ਾਮਪਲ ਬਾਬਾ ਸਾਹਿਬ ਦਿੰਦੇ ਆ ਵੀ ਉਹ ਹਾਲਾਤ ਜੋ ਚੈਕੋਸਲੋਵਾਕੀਆ ਦੇ ਹੋਏ, ਉਹ ਹਾਲਾਤ ਜਿਹੜੇ ਆ ਉਹ ਭਾਰਤ ਦੇ ਵਿੱਚ ਹੋਣੇ ਹੈਗੇ ਆ।
ਬਾਬਾ ਸਾਹਿਬ ਕਹਿੰਦੇ ਇਸ ਤੋਂ ਉਲਟੇ ਹੁਣ ਸਮਾਂ ਆ ਗਿਆ ਹੈਗਾ ਕਿ ਕੁਝ ਤੱਥ ਜਿਹੜੇ ਆ ਉਹ ਸਰੋਤਿਆਂ ਦੇ ਮੂਹਰੇ ਰੱਖੇ ਜਾਣ, ਤਾਂ ਕਿ ਉਹ ਇਸ ਗੱਲ ਦਾ ਅੰਦਾਜ਼ਾ ਲਾਉਣ ਵੀ ਇਹ ਪ੍ਰੋਬਲਮ ਜਿਹੜੀ ਆ, ਸਮੱਸਿਆ ਜਿਹੜੀ ਹੈਗੀ ਆ, ਕਿੰਨੀ ਡੂੰਘੀ ਹੈਗੀ ਆ, ਭਾਵਾਂ ਕਿ ਇਹ ਜਿਹੜੀਆਂ ਮੇਰੀਆਂ ਗੱਲਾਂ ਜਿਹੜੀਆਂ ਕਰਨੀਆਂ ਹੈਗੀਆਂ ਇਹ ਬੇਸਵਾਦੀਆਂ ਹੈਗੀਆਂ। ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਹੁਣ ਆਪਾਂ ਇੱਥੇ ਡਿਸਕਸ ਕਰਨਾ ਹੈਗਾ ਕਿ ਕਿੰਨੀ ਵਾਰੀ ਜਿਹੜੇ ਹਿੰਦੂ ਹੈਗੇ ਆ ਉਹਨਾਂ ਨੇ ਮੁਸਲਮਾਨਾਂ ਦੇ ਨਾਲ ਸਾਂਝ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਸਾਰੀਆਂ ਜਿੰਨੀ ਵਾਰ ਵੀ ਸਾਂਝ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ, ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਵਿਫਲ ਹੋਈਆਂ ਹੈਗੀਆਂ ਆ, ਉਹ ਫਰੂਟਲੈਸ ਹੋਈਆਂ ਹੈਗੀਆਂ। ਬਾਬਾ ਸਾਹਿਬ ਕਹਿੰਦੇ ਵੀ ਇਤਿਹਾਸ ਜਿਹੜਾ ਆ ਇਹ 1909 ਤੋਂ ਸ਼ੁਰੂ ਹੁੰਦਾ ਆ, ਜਦੋਂ ਮੁਸਲਮਾਨਾਂ ਨੇ ਆਪਣੀ ਮੰਗ ਰੱਖੀ। ਇੱਕ ਮੁਸਲਮਾਨਾਂ ਦਾ ਜੱਥਾ ਜਿਹੜਾ ਆ ਉਹਨੇ ਇੱਕ ਡਿਮਾਂਡ ਰੱਖੀ, ਤੇ ਇਹ ਡਿਮਾਂਡ ਜਿਹੜੀ ਆ ਇਹ ਸੈਪਰੇਟ ਇਲੈਕਟੋਰੇਟ ਦੀ ਸੀਗੀ। ਇਹ ਡਿਮਾਂਡ ਜਿਹੜੀ ਆ ਬ੍ਰਿਟਿਸ਼ ਨੇ ਅਪਰੂਵ ਕੀਤੀ, ਤੇ ਜਿਹੜੇ ਇੱਕ ਸਿਰ ਕੱਢਵੇਂ ਹਿੰਦੂ ਲੀਡਰ ਸੀਗੇ ਜਿੱਦਾਂ ਕਿ ਮਿਸਟਰ ਗੋਖਲੇ ਸੀਗਾ, ਉਹਨੇ ਵੀ ਇਹਦੀ ਜਿਹੜੀ ਪ੍ਰਮਾਣਤਾ ਦਿੱਤੀ। ਬਾਬਾ ਸਾਹਿਬ ਕਹਿੰਦੇ ਜਿਹੜੀ ਗੱਲ ਸੀਗੀ ਇਹ ਸੈਪਰੇਟ ਇਲੈਕਟੋਰੇਟ ਦੀ ਸੀ, ਬ੍ਰਿਟਿਸ਼ ਮੰਨੀ ਹੈਗੀ ਆ, ਪਰ ਕਹਿੰਦੇ ਵੀ ਜਿਹੜਾ ਇਹ ਹਿੰਦੂ ਲੀਡਰ ਸੀ ਗੋਖਲੇ ਸੀਗਾ, ਇਹਦੇ ਵੀ ਬਹੁਤ ਸਾਰੇ ਹਿੰਦੂ ਵਿਰੋਧੀ ਹੋਏ। ਭਾਵਾਂ ਕਿ ਇਹ ਜਿਹੜੀ ਸੈਪਰੇਟ ਇਲੈਕਟੋਰੇਟ ਦੀ ਜਿਹੜੀ ਮੁਸਲਮਾਨਾਂ ਦੀ ਮੰਗ ਸੀ, ਉਹਨੇ ਕਿਸੇ ਪੱਧਰ ਤੱਕ ਭਾਰਤ ਦੇ ਵਿੱਚ ਜਿਹੜੀ ਆ ਯੂਨਿਟੀ ਜਿਹੜੀ ਆ ਭਾਰਤ ਦੇ ਵਿੱਚ ਹਿੰਦੂ ਮੁਸਲਮਾਨਾਂ ਦੇ ਵਿੱਚ ਏਕਤਾ ਬਣਾਉਣ ਦੀ ਕੋਸ਼ਿਸ਼ ਕਰਨੀ ਸੀ ਜਾਂ ਏਕਤਾ ਬਣਾਉਣੀ ਸੀ। ਹੋਇਆ ਕੀ, ਕਹਿੰਦੇ ਆਪਾਂ ਇੱਕ ਸਰਦਾਰ ਜਿਹੜਾ ਮੁਹੰਮਦ ਅਲੀ ਹੈਗਾ ਆ, ਉਹਦੀ ਆਪਾਂ ਇੱਕ ਜਿਹੜੀ ਸਪੀਚ ਹੈਗੀ ਆ, ਜਿਹੜਾ ਜੋ ਬੋਲਿਆ ਹੈਗਾ ਆ, ਉਹ ਦੇਖਦੇ ਹੈਗੇ ਆ। ਬਾਬਾ ਸਾਹਿਬ ਕਹਿੰਦੇ ਵੀ ਆਪਣੀ ਸਪੀਚ ਦੇ ਵਿੱਚ ਉਹ ਕਹਿੰਦਾ ਹੈਗਾ ਆ ਕਿ ਭਾਵਾਂ ਕਿ ਇਹ ਸੈਲਫ ਕੰਟਰਾਡਿਕਟਰੀ ਹੈਗਾ ਆ ਕਿ ਜਿਹੜੀਆਂ ਸੈਪਰੇਟ ਇਲੈਕਟੋਰੇਟ ਦੀ ਮੰਗ ਜਿਹੜੀ ਇੱਕ ਸਾਨੂੰ ਸੈਪਰੇਟ ਇਲੈਕਟੋਰੇਟ ਮਿਲੀ ਹੈਗੀ ਆ, ਇਹਨੇ ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ ਇੱਕ ਯੂਨਿਟੀ ਕ੍ਰੀਏਟ ਕਰਨ ਦਾ ਕੰਮ ਕੀਤਾ ਹੈਗਾ ਆ। ਕਹਿੰਦੇ ਜਿੱਦਾਂ ਦੀ ਵੀ ਸਾਨੂੰ ਫਰੈਂਚਾਈਜ਼ ਜਾਂ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈਗਾ, ਜਿੰਨਾ ਮਰਜ਼ੀ ਇਹ ਸਖਤ ਹੋਵੇ, ਪਰ ਹਿੰਦੂ ਤੇ ਮੁਸਲਮਾਨ ਜਿਹੜੇ ਹੈਗੇ ਆ ਇਹ ਵੰਡੇ ਹੋਏ ਹੀ ਰਹਿਣੇ ਸੀਗੇ ਜਦ ਤੱਕ ਇਹ ਵੰਡੇ ਹੋਏ ਹੀ ਰਹਿਣੇ ਹੈਗੇ ਆ। ਇਹ ਉਦੋਂ ਦੇ ਵੰਡੇ ਹੋਏ ਆ ਜਦ ਬ੍ਰਿਟਿਸ਼ ਨੇ ਰੂਲ ਕੀਤਾ ਆ ਭਾਰਤ ਦੇ ਵਿੱਚ, ਤੇ ਇਹ ਵੰਡੇ ਹੀ ਰਹਿਣੇ ਹੈਗੇ ਆ ਜਦ ਤੱਕ ਇਹ ਵੋਟਾਂ ਵਾਲੇ ਦਿਨ ਇਕੱਠੇ ਹੁੰਦੇ ਰਹਿਣਗੇ। ਇਸ ਕਰਕੇ ਉਹ ਇਸ ਚੀਜ਼ ਦੀ ਪ੍ਰਮਾਣਤਾ ਦਿੰਦਾ ਹੈਗਾ ਕਿ ਜਿਹੜੀ ਸੈਪਰੇਟ ਇਲੈਕਟੋਰੇਟ ਆ ਉਹਨੇ ਕਿਤੇ ਨਾ ਕਿਤੇ ਹਿੰਦੂਆਂ ਦੇ ਵਿੱਚ ਜਾਂ ਮੁਸਲਮਾਨਾਂ ਦੇ ਵਿੱਚ ਆਪਸੀ ਏਕਤਾ ਜਿਹੜੀ ਆ ਬਣਾਉਣ ਦਾ ਜਿਹੜਾ ਕੰਮ ਕੀਤਾ ਹੈਗਾ ਆ। ਕੁਝ ਹਿੰਦੂਆਂ ਨੇ ਇਹਦਾ ਜ਼ਰੂਰ ਵਿਰੋਧ ਕੀਤਾ ਸੀਗਾ। ਅੱਗੇ ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਪਰ ਜਿਹੜੀ ਇਸ ਹਿੰਦੂਆਂ ਦੀ ਸਹਿਮਤੀ ਸੀ ਸੈਪਰੇਟ ਇਲੈਕਟੋਰੇਟ ਨੂੰ, ਕਹਿੰਦੇ 1909 ਦੇ ਵਿੱਚ ਇਹਦਾ ਰਿਜ਼ਲਟ ਜਿਹੜਾ ਸਿੱਟਾ ਆ ਉਹ ਏਕਤਾ ਨਹੀਂ ਨਿਕਲਿਆ। ਫਿਰ ਉਸ ਤੋਂ ਬਾਅਦ ਕਹਿੰਦੇ ਵੀ ਇੱਕ ਲਖਨਊ ਪੈਕਟ 1916 ਦੇ ਵਿੱਚ ਆਉਂਦਾ ਹੈਗਾ ਆ। ਕਹਿੰਦੇ ਲਖਨਊ ਪੈਕਟ 1916 ਦੇ ਵਿੱਚ ਆਉਂਦਾ ਹੈਗਾ ਆ, ਤੇ ਫਿਰ ਹਿੰਦੂ ਫਿਰ ਇਹਦੇ ਆਪਣਾ ਕੰਸੈਂਟ ਦਿੰਦੇ, ਹਿੰਦੂ ਫਿਰ ਇਹ ਤੇ ਸਹਿਮਤ ਹੁੰਦੇ ਹੈਗੇ ਆ, ਤੇ ਕਹਿੰਦੇ ਹੈਗੇ ਆ ਕਿ ਹਾਂ ਵੀ ਜੋ ਮੁਸਲਮਾਨਾਂ ਦੀ ਮੰਗਾਂ ਹੈਗੀਆਂ ਅਸੀਂ ਉਹਨਾਂ ਨੂੰ ਦਵਾਂਗੇ। ਪਰ ਇਹ ਜਿਹੜੀ ਚੀਜ਼ ਹੈਗੀ ਆ ਇਹਨੇ ਵੀ ਮਤਲਬ ਕਿ ਕੁਝ ਜਿਹੜੀ ਕਿ ਲਾਹੇਵੰਦ ਜਿਹੜੀ ਆ ਕੋਈ ਚੀਜ਼ ਸਿੱਧ ਨਹੀਂ ਹੋਈ ਹੈਗੀ ਆ। ਉਸ ਤੋਂ 6 ਸਾਲ ਬਾਅਦ ਕਹਿੰਦੇ ਫਿਰ ਇੱਕ ਹੋਰ ਕੋਸ਼ਿਸ਼ ਕੀਤੀ ਹੈਗੀ ਆ ਵੀ ਹਿੰਦੂ ਤੇ ਮੁਸਲਮਾਨ ਦੀ ਜਿਹੜੀ ਏਕਤਾ ਬਣਾਈ ਜਾਵੇ। ਦੱਸਦੇ ਕਿ ਕਹਿੰਦੇ ਕਿ ਆਲ ਇੰਡੀਆ ਮੁਸਲਿਮ ਕਾਂਗਰਸ ਦਾ ਮਾਰਚ ਦੇ ਵਿੱਚ ਲਖਨਊ ਦੇ ਵਿੱਚ 1923 ਨੂੰ ਇੱਕ ਸੈਸ਼ਨ ਕੀਤਾ ਜਾਂਦਾ, ਇੱਕ ਰੈਜ਼ੋਲੂਸ਼ਨ ਪਾਸ ਕੀਤੀ ਜਾਂਦੀ ਆ ਕਿ ਇੱਕ ਰਾਸ਼ਟਰੀ ਪੈਕਟ ਬਣਾਇਆ ਜਾਵੇ ਜਿਹਦੇ ਵਿੱਚ ਜਿੰਨੀਆਂ ਵੀ ਭਾਰਤ ਦੀਆਂ ਵੱਖਰੀਆਂ ਕਮਿਊਨਿਟੀਆਂ ਹੈਗੀਆਂ ਆ ਉਹਨਾਂ ਦੇ ਵਿੱਚ ਉਹਨਾਂ ਦੀ ਭਲਾਈ ਦੇ ਲਈ ਤੇ ਉਹਨਾਂ ਦੀ ਏਕਤਾ ਦੇ ਲਈ ਜਿਹੜੀਆਂ ਆ ਚੀਜ਼ਾਂ ਜਿਹੜੀਆਂ ਨਿਰਧਾਰਿਤ ਕੀਤੀਆਂ ਜਾਣ। ਕਹਿੰਦੇ ਉਸ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਨੇ ਕੀ ਕੀਤਾ, ਇੱਕ ਜਿਹੜੀ ਆ ਸਪੈਸ਼ਲ ਸੈਸ਼ਨ ਕੀਤਾ। ਉਸ ਤੋਂ ਬਾਅਦ ਸਤੰਬਰ 1923 ਨੂੰ ਦਿੱਲੀ ਵਿਖੇ, ਜਿਹਦੀ ਪ੍ਰਧਾਨਗੀ ਮੌਲਾਨਾ ਅਬਦੁਲ ਕਾਲਮ ਆਜ਼ਾਦ ਨੇ ਕਹਿੰਦੇ ਵੀ ਕੀਤਾ, ਤੇ ਉਹਦੇ ਵਿੱਚ ਰੈਜ਼ੋਲੂਸ਼ਨ ਪਾਸ ਕੀਤੀ। ਰੈਜ਼ੋਲੂਸ਼ਨ ਕਿਸ ਤਰੀਕੇ ਦੀ ਪਾਸ ਕੀਤੀ, ਜਿਹੜੀਆਂ ਪਹਿਲਾਂ ਇੱਕ ਆਲ ਇੰਡੀਆ ਮੁਸਲਿਮ ਕਾਂਗਰਸ ਨੇ ਉੱਪਰ 1923 ਮਾਰਚ ਦੇ ਵਿੱਚ ਆਪਣੀ ਕੀਤੀ ਸੀਗੀ, ਉਹਦੇ ਵਿੱਚੋਂ ਹੀ ਚੀਜ਼ਾਂ ਨੂੰ ਕੁਝ ਤੋੜ ਮਰੋੜ ਕੇ ਅਦਲਾ ਬਦਲੀ ਕਰਕੇ ਪੇਸ਼ ਕੀਤਾ ਤਾਂ ਕਿ ਸਹਿਮਤੀ ਬਣ ਸਕੇ। ਕਹਿੰਦੇ ਉਹਦੇ ਵਿੱਚ ਕਾਂਗਰਸ ਨੇ 2 ਕਮੇਟੀਆਂ ਜਿਹੜੀਆਂ ਆ ਅਪੁਆਇੰਟ ਕੀਤੀਆਂ, ਦੋ ਕਮੇਟੀਆਂ ਜਿਹੜੀਆਂ ਆ ਨਿਰਧਾਰਿਤ ਕੀਤੀਆਂ। ਪਹਿਲਾਂ ਤਾਂ ਉਹਨਾਂ ਕਮੇਟੀਆਂ ਦਾ ਜਿਹੜਾ ਕੰਮ ਸੀਗਾ ਉਹ ਇਹ ਸੀਗਾ ਕਿ ਉਹਨਾਂ ਨੇ ਕਨਸਟੀਟਿਊਸ਼ਨ ਜਿਹੜਾ ਸੀਗਾ ਉਹਦੇ ਵਿੱਚ ਸੁਧਾਰ ਕਰਨਾ ਸੀਗਾ। ਦੂਸਰਾ ਇੱਕ ਉਹਨਾਂ ਨੇ ਜਿਹੜਾ ਨੈਸ਼ਨਲ ਪੈਕਟ ਹੈਗਾ ਆ ਜਿਹਦੇ ਵਿੱਚ ਵੱਖਰੀਆਂ ਕਮਿਊਨਿਟੀਆਂ, ਵੱਖਰੇ ਜਿਹੜੇ ਲੋਕ ਹੈਗੇ ਆ, ਉਹਨਾਂ ਦੇ ਅੰਦਰ ਉਹਨਾਂ ਦੀ ਭਲਾਈ ਦੇ ਲਈ, ਉਹਨਾਂ ਦੀ ਏਕਤਾ, ਉਹਨਾਂ ਦੇ ਵਿੱਚ ਏਕਤਾ ਪੈਦਾ ਕਰਨ ਦੇ ਲਈ ਉਹਨਾਂ ਨੇ ਇੱਕ ਨੈਸ਼ਨਲ ਪੈਕਟ ਤਿਆਰ ਕਰਨਾ ਸੀਗਾ। 1923 ਦੇ ਵਿੱਚ 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 1923 ਦੇ ਵਿੱਚ
ਤੇ ਉਹ ਕਹਿੰਦੇ ਵੀ ਜਿਹੜੀ ਇਹ ਰਿਪੋਰਟ ਹੈਗੀ ਆ, ਜਿਹੜਾ ਇੰਡੀਅਨ ਨੈਸ਼ਨਲ ਪੈਕਟ ਦੀ ਗੱਲ ਕੀਤੀ ਆ, ਕਹਿੰਦੇ ਇਹਦੀ ਰਿਪੋਰਟ ਜਿਹੜੀ ਆ ਕਮੇਟੀ ਨੇ ਡਾਕਟਰ ਅੰਸਾਰੀ ਨੇ ਸਾਈਨ ਕਰਕੇ, ਨਾਲ ਉਹਨਾਂ ਦੇ ਲਾਲਾ ਲਾਜਪਤ ਰਾਏ ਸੀ, ਉਹਨਾਂ ਨੇ ਕਾਂਗਰਸ ਦੇ ਸੈਸ਼ਨ ਨੂੰ ਦਿੱਤੀ, ਜਿਹੜੀ ਕੋਕੋਨਾਡਾ ਦੇ ਵਿੱਚ 1923 ਦੇ ਵਿੱਚ ਹੋਇਆ। ਇਹਦੇ ਨਾਲ ਹੀ ਕਹਿੰਦੇ ਬੰਗਾਲ ਪੈਕਟ ਦੀ ਗੱਲ ਸ਼ੁਰੂ ਹੋ ਗਈ। ਜਦੋਂ ਨੈਸ਼ਨਲ ਇੰਡੀਆ ਪੈਕਟ ਜਿਹੜਾ ਇੱਕ ਤਿਆਰ ਹੋ ਰਿਹਾ ਸੀਗਾ ਕਿ ਤਾਂ ਕਿ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਦੇ ਵਿੱਚ ਆਪਸੀ ਏਕਤਾ ਪੈਦਾ ਕੀਤੀ ਜਾਵੇ, ਤੇ ਕਹਿੰਦੇ ਵੀ ਬੰਗਾਲ ਪ੍ਰੋਵਿੰਸ਼ੀਅਲ ਕਾਂਗਰਸ ਸੀ ਜਿਹੜੀ, ਉਹ ਬੰਗਾਲ ਦੇ ਮੁਸਲਮਾਨਾਂ ਨਾਲ ਰਲ ਕੇ, ਜਿਹਨੂੰ ਕਿ CR ਦਾਸ ਨੇ ਚਲਾਇਆ, ਉਹਨਾਂ ਨੇ ਆਪਣਾ ਬੰਗਾਲ ਦਾ ਪੈਕਟ ਲੈ ਕੇ ਆਂਦਾ। ਕਹਿੰਦੇ ਵੀ ਉਹਦੇ ਨਾਲ ਕੀ ਹੋਇਆ, ਇਹ ਦੋਨੇ ਜਿਹੜੇ ਪੈਕਟ ਹੈਗੇ ਆ, ਇੱਕ ਤਾਂ ਜਿਹੜਾ ਕਾਂਗਰਸ ਨੇ ਕਿਹਾ ਸੀਗਾ ਕਿ ਇੱਕ ਪੈਕਟ ਬਣਾਇਆ ਜਾਵੇ ਨੈਸ਼ਨਲ ਪੈਕਟ, ਕਹਿੰਦੇ ਇਹ ਪੈਕਟ ਜਿਹੜਾ ਆ, ਇਹ ਦੋਨੇ ਹੀ ਪੈਕਟ ਜਿਹੜੇ ਆ ਇਹ ਕਮੇਟੀਆਂ ਦੇ ਇਹ ਕਮੇਟੀਆਂ ਦੇ ਮੂਹਰੇ ਰੱਖੇ ਗਏ, ਤੇ ਜਿਹੜਾ ਬੰਗਾਲ ਪੈਕਟ ਆ ਇਹਨੂੰ ਰਿਜੈਕਟ ਕਰ ਦਿੱਤਾ ਗਿਆ। ਇਹਨੂੰ ਵੋਟਾਂ ਪਈਆਂ 678 ਵੋਟਾਂ ਦੇ ਨਾਲ ਜਿਹੜੇ ਆ ਇਹ ਰਿਜੈਕਟ ਹੋ ਗਿਆ। ਕਹਿੰਦੇ ਉਸ ਤੋਂ ਬਾਅਦ ਕੀ ਹੁੰਦਾ ਹੈਗਾ ਆ, ਜਿਹੜਾ ਨੈਸ਼ਨਲ ਪੈਕਟ ਹੁੰਦਾ, ਜਿਹੜਾ ਕਾਂਗਰਸ ਦੇ ਸਾਥੀਆਂ ਨੇ ਬਣਾਇਆ ਹੁੰਦਾ, ਲਾਲਾ ਲਾਜਪਤ ਰਾਏ ਤੇ ਡਾਕਟਰ ਅੰਸਾਰੀ ਨੇ, ਉਹ ਐਕਸੈਪਟ ਕੀਤਾ ਜਾਂਦਾ ਹੈ। ਨਾਲ ਦੀ ਨਾਲ ਇਹ ਵੀ ਕਿਹਾ ਜਾਂਦਾ ਹੈਗਾ ਕਿ ਕਮੇਟੀ ਨੇ ਜਿਹੜਾ ਇਹ ਨੈਸ਼ਨਲ ਪੈਕਟ ਹੈਗਾ ਹਜੇ ਫਾਈਨਲ ਨਹੀਂ ਕੀਤਾ, ਅਸੀਂ ਕਮੇਟੀ ਜਿਹੜੀ ਸਾਡੀ ਹੋਰ ਕਮੇਟੀ ਹੈਗੀ ਆ ਉਹਦੇ ਮੂਹਰੇ ਹਜੇ ਅਸੀਂ ਟਾਈਮ ਦਿੰਨੇ ਆ ਵੀ ਇਸ ਪੈਕਟ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇ, ਇਹਦੇ ਵਿੱਚ ਜੇ ਕੁਝ ਚੇਂਜਸ ਕਰਨੀਆਂ ਹੈਗੀਆਂ ਆ ਤੇ ਉਹ ਆਪਣੀਆਂ ਜਿਹੜੀਆਂ ਚੇਂਜਸ ਆ ਉਹਦੇ ਵਿੱਚ ਬਦਲੀ ਕਰਨੀ ਆ ਕੁਝ, ਜਾਂ ਸੁਧਾਰ ਕਰਨਾ, ਸੋਧ ਕਰਨਾ ਆ, ਉਹ 31 ਮਾਰਚ 1924 ਤੱਕ ਆਲ ਇੰਡੀਆ ਜਿਹੜੀ ਕਾਂਗਰਸ ਕਮੇਟੀ ਹੈਗੀ ਉਹਨੂੰ ਸੌਂਪ ਦਿੱਤਾ ਜਾਵੇ। ਉਸ ਤੋਂ ਅੱਗੇ ਕਹਿੰਦੇ ਕਮੇਟੀ ਜਿਹੜੀ ਆ, ਇਹ ਜਿਹੜਾ ਅੱਗੇ ਮਾਮਲਾ ਨਹੀਂ ਵੱਧ ਪਾਇਆ, ਕਹਿੰਦੇ ਕਿਉਂਕਿ ਜਿਹੜੇ ਹਿੰਦੂ ਸੀਗੇ ਉਹ ਇੰਨਾ ਅੱਕਿਓ ਸੀ, ਜਿਹੜੇ ਬੰਗਾਲ ਪੈਕਟ ਮੁਸਲਮਾਨਾਂ ਦੇ ਵੱਲੋਂ ਲਿਆਂਦਾ ਗਿਆ ਸੀਗਾ, ਤੇ ਲਾਲਾ ਲਾਜਪਤ ਰਾਏ ਵੀ ਆਪ ਬਹੁਤ ਗੁੱਸੇ ਸੀਗਾ, ਤੇ ਉਹਨੇ ਜਿਹੜਾ ਨੈਸ਼ਨਲ ਪੈਕਟ ਸੀਗਾ ਉਹਦੇ ਤੇ ਵੀ ਕੋਈ ਕੰਮ ਨਹੀਂ ਹੋਇਆ ਇਹਨਾਂ ਨੇ ਕੀਤਾ, ਕਿਉਂਕਿ ਜਿਹੜੇ ਹਿੰਦੂ ਸੀਗੇ ਉਹ ਬੰਗਾਲ ਪੈਕਟ ਤੋਂ ਹੀ ਇੰਨੇ ਸਤਿਓ ਸੀਗੇ ਤੇ ਇੰਨੇ ਉਹ ਗੁੱਸੇ ਹੋਏ ਸੀਗੇ। ਇਸ ਤੋਂ ਬਾਅਦ ਕਹਿੰਦੇ ਵੀ ਗਾਂਧੀ ਜਿਹੜਾ ਆ ਜੇਲ੍ਹ ਦੇ ਵਿੱਚ ਹੁੰਦਾ ਤੇ ਉਹ ਜੇਲ੍ਹ ਤੋਂ ਰਿਲੀਜ਼ ਹੋ ਜਾਂਦਾ ਹੈਗਾ ਆ, ਤੇ ਲੋਕ ਇਹ ਸੋਚਦੇ ਆ ਕਿ ਜਦੋਂ ਗਾਂਧੀ ਜੇਲ੍ਹ ਤੋਂ ਬਾਹਰ ਆਊਗਾ ਤੇ ਉਹਨੇ ਇਹ ਜਿਹੜਾ ਕੰਮ ਕਾਂਗਰਸ ਦੇ ਵਿੱਚ ਪੂਰੀ ਤਰ੍ਹਾਂ ਨਹੀਂ ਕੀਤਾ ਜਾ ਰਿਹਾ, ਇਹਨੂੰ ਫੜੂਗਾ ਗਾਂਧੀ ਤੇ ਇਹਨੂੰ ਅੱਗੇ ਕੰਮ ਨੂੰ ਤੋਰੂਗਾ, ਤਾਂ ਕਿ ਮੁਸਲਮਾਨਾਂ ਤੇ ਹਿੰਦੂਆਂ ਦੇ ਵਿੱਚ ਅਸੀਂ ਏਕਤਾ ਪੈਦਾ ਕਰ ਸਕੀਏ। ਕਹਿੰਦੇ ਫਿਰ ਡਾਕਟਰ ਜਿਹੜਾ ਅੰਸਾਰੀ ਆ, ਉਹਨੇ ਆਪਣੇ ਆਪ ਨੂੰ ਸੰਤੁਸ਼ਟ ਸਮਝਿਆ ਕਿ ਉਹ ਜਿੰਨਾ ਵੀ ਉਹਨੂੰ ਜਿੱਥੋਂ ਮਿਲਿਆ ਮਟੀਰੀਅਲ, ਕਿਉਂਕਿ ਉਹਦੀ ਡਿਊਟੀ ਲੱਗੀ ਸੀਗੀ ਕਿ ਸ਼ੋਧਾਂ ਦਾ ਜਿਹੜਾ ਹੈਗਾ ਆ ਮਟੀਰੀਅਲ ਜਾਂ ਸਮੱਗਰੀ ਤੁਸੀਂ ਇਕੱਠੀ ਕਰਕੇ ਆਲ ਇੰਡੀਆ ਨੈਸ਼ਨਲ ਕਾਂਗਰਸ ਨੂੰ ਦੇਣੀ ਆ, ਉਹਨੂੰ ਜੋ ਵੀ ਮਿਲਿਆ ਕਹਿੰਦੇ ਵੀ ਉਹਨੇ ਦਿੱਤੀ, ਪਰ ਉਹ ਜਿਹੜਾ ਕੰਮ ਆ ਉੱਥੇ ਰਹਿ ਗਿਆ। ਮਤਲਬ ਕਿ ਜਿਹੜਾ ਆਲ ਇੰਡੀਆ ਨੈਸ਼ਨਲ ਆਪਣਾ ਇੰਡੀਅਨ ਨੈਸ਼ਨਲ ਪੈਕਟ ਸੀਗਾ ਉਹ ਅੱਗੇ ਕੰਮ ਨਹੀਂ ਵਧ ਸਕਿਆ, ਉਹ ਵੀ ਆਪਸੀ ਜਿਹੜਾ ਵਿਵਾਦ ਹਿੰਦੂਆਂ ਤੇ ਮੁਸਲਮਾਨਾਂ ਤੇ ਰਿਹਾ। ਫਿਰ ਕਹਿੰਦੇ ਵੀ ਇੱਕ ਆਲ ਪਾਰਟੀਜ਼ ਕਾਨਫਰੰਸ ਕੀਤੀ ਗਈ ਗਾਂਧੀ ਦੇ ਵੱਲੋਂ, ਕਿਉਂਕਿ ਗਾਂਧੀ ਰਿਲੀਜ਼ ਹੋ ਗਿਆ ਜੇਲ੍ਹ ਦੇ ਵਿੱਚੋਂ, ਤੇ ਗਾਂਧੀ ਨੇ ਇਹਦੀ ਕਮਾਂਡ ਫੜੀ। ਗਾਂਧੀ ਨੇ ਜਦੋਂ ਇਹਦੀ ਬਾਗਡੋਰ ਫੜੀ, ਕਹਿੰਦੇ ਉਹਨੇ ਇੱਕ ਗੈਰ ਰਸਮੀ ਇੱਕ ਮੀਟਿੰਗ ਕੀਤੀ ਨਵੰਬਰ 1924 ਨੂੰ ਬੰਬੇ ਦੇ ਵਿੱਚ, ਤੇ ਉਹਦੇ ਵਿੱਚ ਵੱਖਰੀਆਂ ਵੱਖਰੀਆਂ ਪਾਰਟੀਆਂ ਨੇ ਹਿੱਸਾ ਲਿਆ। ਇਹਨੂੰ ਆਲ ਪਾਰਟੀ ਕਾਨਫਰੰਸ ਜਿਹੜਾ ਆ ਕਿਹਾ ਗਿਆ ਹੈਗਾ ਆ। ਇਹਨਾਂ ਵਿੱਚ ਕਿਹੜੀਆਂ ਕਿਹੜੀਆਂ ਪਾਰਟੀਆਂ ਨੇ ਹਿੱਸਾ ਲਿਆ, ਉਹਦੇ ਵਿੱਚ ਵੱਖਰੀਆਂ ਪਾਰਟੀਆਂ ਦੇ ਨੁਮਾਇੰਦੇ ਆਏ, ਜਿੱਦਾਂ ਕਾਂਗਰਸ, ਹਿੰਦੂ ਮਹਾਸਭਾ, ਜਸਟਿਸ ਪਾਰਟੀ, ਉਹਦੇ ਨਾਲ ਲਿਬਰਲ ਫੈਡਰੇਸ਼ਨ, ਇੰਡੀਅਨ ਕ੍ਰਿਸਚੀਅਨਸ, ਮੁਸਲਿਮ ਲੀਗ। ਜਨਵਰੀ 1925 ਨੂੰ ਆਲ ਪਾਰਟੀਜ਼ ਕਾਨਫਰੰਸ ਜਿਹੜੀ ਦਿੱਲੀ ਵਿਖੇ ਹੋਈ ਸੀਗੀ, ਉਹਦੀ ਗਾਂਧੀ ਨੇ ਪ੍ਰਧਾਨਗੀ ਕੀਤੀ ਸੀ ਵੈਸਟਰਨ ਹੋਟਲ ਦੇ ਵਿੱਚ। ਉਹ ਇੱਕ ਕਮੇਟੀ ਨੂੰ ਅਪਾਇੰਟ ਕਰਦਾ ਹੈਗਾ ਆ। ਉਹਦੇ ਵਿੱਚ ਕੀ ਹੁੰਦਾ, ਕਹਿੰਦੇ ਉਹਦੇ ਵਿੱਚ ਕਮੇਟੀ ਅਪਾਇੰਟ ਕੀਤੀ ਜਾਂਦੀ ਆ। 24 ਜਨਵਰੀ ਨੂੰ ਜਿਹੜੀ ਹੈਗੀ ਆ 40 ਮੈਂਬਰਾਂ ਜਿਹੜੀ ਸਬ ਕਮੇਟੀ ਹੈਗੀ ਆ ਉਹ ਬਣਾਈ ਜਾਂਦੀ ਆ, ਜਿਹਦੇ ਵਿੱਚ 40 ਮੈਂਬਰ ਹੁੰਦੇ ਆ। ਉਹਨਾਂ ਦਾ ਜਿਹੜਾ ਕੰਮ ਹੁੰਦਾ ਆ ਉਹ ਕੀ ਕਰਦੇ ਆ, ਕਹਿੰਦੇ ਉਹਨਾਂ ਨੇ ਕੀ ਕਰਨਾ ਹੈਗਾ ਆ, ਉਹਨਾਂ ਨੇ ਰਿਕਮੈਂਡੇਸ਼ਨ ਦੇਣੀਆਂ ਹੈਗੀਆਂ, ਆਪਣੇ ਸੁਝਾਅ ਦੇਣੇ ਹੈਗੇ ਆ, ਜਿਹਦੇ ਨਾਲ ਕਿ ਬਾਕੀ ਦੇਸ਼ ਦੀਆਂ ਪਾਰਟੀਆਂ ਕਾਂਗਰਸ ਜੁਆਇਨ ਕਰ ਸਕਣ। ਦੂਸਰੇ ਨੰਬਰ ਦੇ ਉੱਤੇ ਉਹਨਾਂ ਦਾ ਇਹ ਕੰਮ ਸੀਗਾ ਕਿ ਜਿੰਨੀਆਂ ਵੀ ਭਾਰਤ ਦੇ ਵਿੱਚ ਵੱਖਰੀਆਂ ਵੱਖਰੀਆਂ ਕਮਿਊਨਿਟੀਜ਼ ਹੈਗੀਆਂ ਆ, ਜਿੰਨੀਆਂ ਵੱਖਰੀਆਂ ਵੱਖਰੀਆਂ ਜਮਾਤਾਂ ਹੈਗੀਆਂ ਆ, ਉਹਨਾਂ ਦੇ ਨਾਲ ਉਹ ਉਹਨਾਂ ਨੂੰ ਸੁਝਾਅ ਦੇਣਗੇ। ਉਹਨਾਂ ਨੇ ਸੁਝਾਅ ਦੇਣੇ ਹੈਗੇ ਕਿ ਜਿੰਨੀਆਂ ਵੀ ਭਾਰਤ ਦੇ ਵਿੱਚ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਹੈਗੀਆਂ ਵੀ ਉਹਨਾਂ ਦੀ ਨੁਮਾਇੰਦਗੀ ਜਿਹੜੀ ਆ ਲੈਜਿਸਲੇਟਿਵ ਵਿਧਾਨ ਸਭਾ ਦੇ ਵਿੱਚ ਕਿੱਦਾਂ ਕੀਤੀ ਜਾਵੇ, ਜਾਂ ਫਿਰ ਉਹਨਾਂ ਦੀ ਜਿਹੜੀ ਸਰਵਿਸਿਜ਼ ਜਿਹਨੂੰ ਆਪਾਂ ਕਹਿੰਦੇ ਆ ਸਰਕਾਰੀ ਸੇਵਾਵਾਂ ਦੇ ਵਿੱਚ ਉਹਨਾਂ ਨੂੰ ਕਿਸ ਤਰੀਕੇ ਦੀ ਹਿੱਸੇਦਾਰੀ ਦੇਣੀ ਚਾਹੀਦੀ ਆ, ਉਹਨਾਂ ਨੇ ਉਹਦੇ ਬਾਰੇ ਜਿਹੜੇ ਆ ਸੁਝਾਅ ਦੇਣੇ ਸੀਗੇ। ਤੇ ਤੀਸਰਾ ਉਹਨਾਂ ਦਾ ਕੰਮ ਇਹ ਸੀਗਾ ਕਿ ਉਹਨਾਂ ਨੇ ਇੱਕ ਸਕੀਮ ਬਣਾਉਣੀ ਸੀ ਸਵਰਾਜ ਦੀ,
ਤੇ ਜਿਹੜੀ ਕਿ ਉਸ ਵੇਲੇ ਦੇ ਜਿਹੜੇ ਹਾਲਾਤ ਜਾਂ ਉਸ ਵੇਲੇ ਦੇ ਮੌਜੂਦਾ ਜਿਹੜੇ ਹਾਲਾਤ ਭਾਰਤ ਦੇ ਸੀ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਸਵਰਾਜ ਦੀ ਸਕੀਮ ਬਣਾਉਣੀ ਸੀ ਜਾਂ ਕਨਸਟੀਟਿਊਸ਼ਨ ਬਣਾਉਣਾ ਸੀ ਬੇਸਿਕਲੀ। ਫਿਰ ਉਹ ਬਾਬਾ ਸਾਹਿਬ ਦੱਸਦੇ ਹੈਗੇ ਅੱਗੇ ਕਿ ਇਹ ਦੱਸ ਰਹੇ ਹੈਗੇ ਆ ਕਿ ਕਾਂਗਰਸ ਨੇ ਜਾਂ ਹਿੰਦੂਆਂ ਨੇ ਮੁਸਲਮਾਨਾਂ ਨਾਲ ਕਿੰਨੀ ਵਾਰੀ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਆ, ਕਿੰਨੀ ਵਾਰੀ ਉਹ ਸਫਲ ਹੋਇਆ, ਵੀ ਹੋਰ ਕਿੰਨੀ ਵਾਰੀ ਅਸੀਂ ਉਹਨਾਂ ਨਾਲ ਸਮਝੌਤੇ ਕਰਦੇ ਰਹਿਣੇ ਆ, ਉਹਦੇ ਬਾਰੇ ਆਪਾਂ ਇਹਦੇ ਵਿੱਚ ਡਿਸਕਸ ਕਰ ਰਹੇ ਹੈਗੇ ਆ। ਫਿਰ ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਵੀ ਇਸ ਕਮੇਟੀ ਨੇ ਜਿਹੜੀ ਆ ਰਿਪੋਰਟ, ਕਮੇਟੀ ਨੂੰ ਦੱਸਿਆ ਗਿਆ ਕਿ ਜਿਹੜੀ ਰਿਪੋਰਟ ਹੈਗੀ ਆ 15 ਫਰਵਰੀ ਤੋਂ ਪਹਿਲਾਂ ਇਹ ਤੁਸੀਂ ਜਾਂ 15 ਫਰਵਰੀ ਨੂੰ ਜਾਂ ਉਸ ਤੋਂ ਪਹਿਲਾਂ ਤੁਸੀਂ ਇਹ ਰਿਪੋਰਟ ਜਿਹੜੀ ਆ ਉਹ ਸਾਨੂੰ ਦੇਣੀ ਹੈਗੀ ਆ, ਜਿਨ੍ਹਾਂ ਨੇ 3 ਚੀਜ਼ਾਂ ਦੱਸਣੀਆਂ ਸੀ ਕਿ ਸੁਝਾਅ ਦੇਣੇ ਸੀ ਜਾਂ ਰਿਕਮੈਂਡੇਸ਼ਨ ਦੇਣੀਆਂ ਸੀ ਵੀ ਕਾਂਗਰਸ ਦੇ ਵਿੱਚ ਬਾਕੀ ਪਾਰਟੀ ਕਿੱਦਾਂ ਜੁਆਇਨ ਕਰ ਸਕਦੀਆਂ, ਵੱਖਰੀ ਵੱਖਰੀ ਕਮਿਊਨਿਟੀਆਂ ਦੀ ਨੁਮਾਇੰਦਗੀ ਕਿੱਦਾਂ ਹੋ ਸਕਦੀ ਆ ਪਬਲਿਕ ਸਰਕਾਰੀ ਨੌਕਰੀਆਂ ਦੇ ਵਿੱਚ ਜਾਂ ਫਿਰ ਉਹਨਾਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ, ਤੇ ਤੀਸਰਾ ਸੀ ਵੀ ਸੰਵਿਧਾਨ ਦਾ ਜਿਹੜਾ ਕਨਸਟੀਟਿਊਸ਼ਨ ਦਾ ਸਕੀਮ ਜਿਹੜੀ ਆ ਉਹਦਾ ਗਠਨ ਕਿੱਦਾਂ ਕੀਤਾ ਜਾਵੇ ਭਾਰਤ ਦੇ ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ। ਕਹਿੰਦੇ ਕਮੇਟੀ ਨੂੰ ਕਿਹਾ ਗਿਆ ਕਿ 15 ਫਰਵਰੀ ਤੋਂ ਪਹਿਲਾਂ ਇਹ ਤੁਸੀਂ ਆਪਣੇ ਸੁਝਾਅ ਦੇਣੇ ਹੈਗੇ ਆ ਜਾਂ ਆਪਣੀ ਰਿਪੋਰਟ ਦੇਣੀ ਹੈਗੀ ਆ। ਤੇ ਕਹਿੰਦੇ ਵੀ ਕੁਝ ਜਿਹੜੇ ਉਹਦੇ ਮੈਂਬਰ ਸੀਗੇ ਉਹਨਾਂ ਨੇ ਕਮੇਟੀ ਦੇ ਕੰਮਾਂ ਦੀ ਜਿਹੜੀ ਸਪੀਡ ਆ ਜਾਂ ਉਹਦੀ ਰਫ਼ਤਾਰ ਆ ਉਹਨੂੰ ਤੇਜ਼ ਕਰਨ ਦੇ ਲਈ ਉਹਦੀ ਇੱਕ ਸਬ ਕਮੇਟੀ ਬਣਾ ਲਈ, ਇੱਕ ਸਮਾਲ ਕਮੇਟੀ ਬਣਾ ਲਈ, ਜਿਹਦੇ ਵਿੱਚ ਕੰਮ ਡਿਵਾਈਡ ਕੀਤਾ ਗਿਆ। ਇੱਕ ਤਾਂ ਕਮੇਟੀ ਨੇ ਜਿਹੜੀ ਛੋਟੀ ਕਮੇਟੀ ਬਣਾਈ ਗਈ ਉਹਦੇ ਵਿੱਚ ਇਹ ਸੀਗਾ ਕਿ ਉਹਨੇ ਸਵਰਾਜ ਦੀ ਜਿਹੜੀ ਸਕੀਮ ਹੈਗੀ ਆ ਉਹ ਬਣਾਉਣੀ ਸੀਗੀ, ਤੇ ਜਿਹੜਾ ਮੇਨ ਕੰਮ ਸੀਗਾ ਜਿੱਦਾਂ ਕਿ ਵੱਖਰੀ ਵੱਖਰੀ ਕਮਿਊਨਿਟੀਜ਼ ਦੀ ਨੁਮਾਇੰਦਗੀ ਕਿੱਦਾਂ ਹੋ ਸਕਦੀ ਆ, ਰਿਪਰੈਜ਼ੈਂਟੇਸ਼ਨ ਕਿੱਦਾਂ ਹੋ ਸਕਦੀ ਆ, ਉਹ ਜਿਹੜੀ ਮੇਨ ਕਮੇਟੀ ਆ ਉਹਨੂੰ ਕੰਮ ਸੌਂਪ ਦਿੱਤਾ ਗਿਆ। ਕਹਿੰਦੇ ਜਿਨ੍ਹਾਂ ਨੇ ਸਵਰਾਜ ਦਾ ਡਿਜ਼ਾਈਨ ਕਰਨਾ ਸੀ, ਸਵਰਾਜ ਦੀ ਸਕੀਮ ਬਣਾਉਣੀ ਸੀ ਜਾਂ ਸਵਰਾਜ ਦਾ ਸੰਵਿਧਾਨ ਬਣਾਉਣਾ ਸੀ, ਉਹਨਾਂ ਨੇ ਕਹਿੰਦੇ ਆਪਣੀ ਜਿਹੜੀ ਆ ਉਹਦਾ ਚੇਅਰਮੈਨ ਜਿਹੜਾ ਸੀ ਮਿਸਟਰ ਬਸੰਤ ਸੀਗਾ, ਉਹਨਾਂ ਨੇ ਇੱਕ ਕਨਸਟੀਟਿਊਸ਼ਨ ਬਣਾ ਲਿਆ, ਉਹ ਸਕਸੈਸਫੁਲ ਰਿਹਾ। ਤੇ ਬਾਕੀ ਇਹ ਜਿਹੜਾ ਕਨਸਟੀਟਿਊਸ਼ਨ ਹੈਗਾ ਆ ਇਹ ਕਹਿੰਦੇ ਵੀ ਆਲ ਪਾਰਟੀ ਕਾਨਫਰੰਸ ਦੇ ਵਿੱਚ ਇਹ ਜਮ੍ਹਾਂ ਕਰਾ ਦਿੱਤਾ ਗਿਆ। ਅੱਗੇ ਦੱਸਦੇ ਹੈਗੇ ਆ ਕਿ ਜਿਹੜੀ ਸਬ ਕਮੇਟੀ ਸੀਗੀ ਜਿਨ੍ਹਾਂ ਨੇ ਵੱਖਰੀਆਂ ਕਮਿਊਨਿਟੀਜ਼ ਜਿਹੜੀਆਂ ਸੀਗੀਆਂ ਵੱਖਰੇ ਜਿਹੜੇ ਆਪਣੇ ਸਮਾਲ ਮਾਈਨੋਰਿਟੀ ਸੀ ਭਾਰਤ ਦੀਆਂ, ਉਹਨਾਂ ਦੀ ਜਿਹੜੀ ਨੁਮਾਇੰਦਗੀ ਤੈਅ ਕਰਨੀ ਸੀ ਉਹ ਕਿਸੇ ਵੀ ਸਿੱਟੇ ਤੇ ਨਹੀਂ ਪਹੁੰਚੀ। ਕਹਿੰਦੇ ਇੱਕ ਮੀਟਿੰਗ ਹੁੰਦੀ ਆ ਜਿਹੜੀ ਦਿੱਲੀ ਵਿਖੇ ਇੱਕ ਮੀਟਿੰਗ ਹੁੰਦੀ ਆ, ਉਹਦੇ ਵਿੱਚ ਲਾਲਾ ਲਾਜਪਤ ਰਾਏ ਨੇ ਆਉਣਾ ਸੀ, ਉਹਦੇ ਵਿੱਚ ਗੈਰ ਹਾਜ਼ਰ ਰਹਿੰਦਾ ਆ, ਤੇ ਉਹ ਮੀਟਿੰਗ ਜਿਹੜੀ 1 ਮਾਰਚ ਨੂੰ ਹੁੰਦੀ ਆ ਦਿੱਲੀ ਵਿਖੇ, ਉਹ ਐਸੀ ਜਿਸ ਤਰ੍ਹਾਂ ਹੁੰਦੀ ਆ ਉਸੇ ਤਰੀਕੇ ਦੇ ਨਾਲ ਉਹਨੂੰ ਮੁਅੱਤਲ ਕਰ ਦਿੱਤਾ ਜਾਂਦਾ ਆ, ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਤੇ ਜਿਹੜਾ ਗਾਂਧੀ ਹੁੰਦਾ ਆ ਤੇ ਪੰਡਤ ਮੋਤੀ ਲਾਲ ਨਹਿਰੂ ਹੁੰਦਾ ਆ, ਉਹ ਬਸ ਇਹ ਬਿਆਨ ਦਿੰਦੇ ਆ ਵੀ ਲਾਲਾ ਲਾਜਪਤ ਰਾਏ ਅੱਜ ਐਬਸੈਂਟ ਆ, ਵੀ ਅਸੀਂ ਕੁਝ ਕਰਨਾ ਨਹੀਂ ਹੈਗਾ। ਹਾਂ, ਪਰ ਲਾਲਾ ਲਾਜਪਤ ਰਾਏ ਜਿਹੜਾ ਹੈਗਾ ਆ, ਜਿਹੜਾ ਹਿੰਦੂਆਂ ਦਾ ਕਹਿੰਦੇ ਪ੍ਰਵਕਤਾ ਸੀਗਾ, ਉਹ ਆਪਣੇ ਆਰਟੀਕਲ ਜਿਹੜਾ ਕਿ ਲੀਡਰ ਦੇ ਵਿੱਚ ਛਪਿਆ ਸੀ ਇਲਾਹਾਬਾਦ ਤੋਂ, ਤੇ ਉਹ ਇੱਕ ਬਿਆਨ ਜ਼ਰੂਰ ਦਿੰਦਾ ਵੀ ਸਾਨੂੰ ਕਿਸੇ ਪੈਕਟ ਦੀ ਲੋੜ ਨਹੀਂ ਹੈ। ਜਿੱਦਾਂ ਕਾਂਗਰਸ ਨੇ ਮਤਾ ਪਾਇਆ ਸੀ ਸਾਨੂੰ ਇੰਡੀਅਨ ਨੈਸ਼ਨਲ ਪੈਕਟ ਚਾਹੀਦਾ ਆ, ਉਹ ਕਹਿੰਦਾ ਵੀ ਸਾਨੂੰ ਕਾਹਲ ਨਹੀਂ ਹੈ ਕਰਨ ਦੀ, ਹਜੇ ਪੈਕਟ ਕੋਈ ਵੀ ਜਿਹੜਾ ਤਾਜ਼ਾ ਪੈਕਟ ਆ ਉਹ ਬਣਾਉਣ ਦੀ ਕੋਈ ਕਾਹਲ ਨਹੀਂ ਹੈ। ਕਹਿੰਦੇ ਫਿਰ ਉਹਨੇ ਇਹ ਵੀ ਗੱਲ ਕਹੀ ਹੈਗੀ ਕਿ ਜਿਹੜਾ ਇਹ ਧਾਰਨਾ ਬਣਾਈ ਹੋਈ ਹੈ ਕੁਝ ਪ੍ਰਦੇਸ਼ਾਂ ਦੇ ਵਿੱਚ, ਕੁਝ ਸਟੇਟਾਂ ਦੇ ਵਿੱਚ ਹਿੰਦੂਆਂ ਦੀ ਮੈਜੋਰਟੀ ਜ਼ਿਆਦਾ ਆ ਤੇ ਮੁਸਲਮਾਨਾਂ ਦੀ ਘੱਟ ਹੈ, ਜਾਂ ਮੁਸਲਮਾਨਾਂ ਦੀ ਜ਼ਿਆਦਾ ਹੈ ਜਾਂ ਹਿੰਦੂਆਂ ਦੀ ਘੱਟ ਆ, ਵੀ ਇਹ ਜਿਹੜਾ ਆ ਇੱਕ ਸਹੀ ਤਰੀਕਾ ਆ ਇਹਨਾਂ ਨੂੰ ਮੈਨੇਜ ਕਰਨ ਦਾ, ਕਿ ਤਾਂ ਕਿ ਹਿੰਦੂ ਦੀ ਜਾਂ ਮੁਸਲਮਾਨਾਂ ਦੀ ਜਿਹੜੀ ਯੂਨਿਟੀ ਆ ਉਹ ਬਣ ਸਕੇ। ਕਹਿੰਦੇ ਇਹ ਧਾਰਨਾ ਬਿਲਕੁਲ ਗਲਤ ਹੈਗੀ ਆ। ਕਹਿੰਦੇ ਫੇਰ ਕੀ ਹੁੰਦਾ ਆ 1927 ਦੇ ਵਿੱਚ ਇੱਕ ਵਾਰੀ ਫੇਰ ਹਿੰਦੂਆਂ ਦੇ ਵੱਲੋਂ ਜਿਹੜੀ ਆ ਜਾਂ ਗਾਂਧੀ ਦੇ ਵੱਲੋਂ ਜਿਹੜੀ ਇਹ ਏਕਤਾ ਦੀ ਗੱਲ ਕੀਤੀ ਜਾਂਦੀ 1927 ਦੇ ਵਿੱਚ। ਕਹਿੰਦੇ ਫੇਰ ਜਿਹੜੀ ਆ ਆਲ ਇੰਡੀਆ ਪਾਰਟੀ ਜਿਹੜੀ ਕਾਨਫਰੰਸ ਫੇਰ ਕਰਦੀ, ਉਹਦੇ ਵਿੱਚ ਫੇਰ ਵੱਖਰੀ ਜਿਹੜੀਆਂ ਕਮਿਊਨਿਟੀਜ਼ ਆ ਉਹ ਫੇਰ ਦੁਬਾਰਾ ਆਉਂਦੀਆਂ ਹੈਗੀਆਂ ਆ। ਕੀ ਹੁੰਦਾ ਹੈ ਕਹਿੰਦੇ ਵੀ ਇਹ ਜਿਹੜੀ ਅਟੈਂਪਟ ਸੀਗੀ, ਇਹ ਜਿਹੜੀ ਕੋਸ਼ਿਸ਼ ਸੀਗੀ ਹਿੰਦੂਆਂ ਦੇ ਵੱਲੋਂ ਕੀਤੀ ਗਈ, ਕਹਿੰਦੇ ਇਹ ਸਾਈਮਨ ਕਮਿਸ਼ਨ ਦੇ ਆਉਣ ਤੋਂ ਪਹਿਲਾਂ ਕੀਤੀ ਗਈ। ਹਿੰਦੂਆਂ ਨੂੰ ਇਹ ਆਸ ਸੀ ਕਿ ਜਿੱਦਾਂ ਚੈਮਸਫੋਰਡ ਜਿਹੜਾ ਮੌਂਟੇਗੂ ਚੈਮਸਫੋਰਡ ਸੀਗਾ, ਜਦੋਂ ਉਹ 1916 ਦੇ ਵਿੱਚ ਆਇਆ ਸੀਗਾ, ਉਸ ਤੋਂ ਪਹਿਲਾਂ ਇਹਨਾਂ ਨੇ ਮੁਸਲਮਾਨਾਂ ਦੇ ਨਾਲ ਇੱਕ ਸਮਝੌਤਾ ਕਰਕੇ ਇੱਕ ਲਖਨਊ ਪੈਕਟ ਤਿਆਰ ਕੀਤਾ, ਜਿਹੜਾ ਕਿ ਸਕਸੈਸਫੁਲ ਕਹਿੰਦੇ ਰਿਹਾ। ਕਹਿੰਦੇ ਇਸੇ ਤਰੀਕੇ ਨਾਲ ਉਹਨਾਂ ਨੇ ਸੋਚਿਆ ਕਿ ਹੁਣ ਸਾਈਮਨ ਕਮਿਸ਼ਨ ਆ ਰਿਹਾ ਹੈਗਾ, ਸਾਈਮਨ ਕਮਿਸ਼ਨ ਦੇ ਆਉਣ ਤੋਂ ਪਹਿਲਾਂ ਮੁਸਲਮਾਨਾਂ ਦੇ ਨਾਲ ਅਸੀਂ ਆਪਣੇ ਦੇਸ਼ ਦੇ ਅੰਦਰ ਸਮਝੌਤਾ ਕਰੀਏ ਤਾਂ ਕਿ ਅਸੀਂ ਏਕਤਾ ਪੈਦਾ ਕਰ ਸਕੀਏ, ਜਿਹੜਾ ਪ੍ਰੋਬਲਮ ਹੈਗੀ ਆ ਹਿੰਦੂਆਂ ਤੇ ਮੁਸਲਮਾਨਾਂ ਦਾ ਮਸਲਾ ਆ ਉਹਨੂੰ ਸੁਲਝਾ ਸਕਿਆ।
ਕਹਿੰਦੇ ਇੱਕ ਆਰੰਭਿਕ ਕਾਨਫਰੰਸ ਕੀਤੀ ਗਈ ਕਹਿੰਦੇ ਮੁਸਲਮਾਨਾਂ ਦੇ ਵੱਲੋਂ। ਉਹ ਜਿਹੜੀ ਕਾਨਫਰੰਸ ਹੈਗੀ ਆ ਉਹ ਦਿੱਲੀ ਵਿਖੇ 20 ਮਾਰਚ 1927 ਨੂੰ ਹੁੰਦੀ ਆ। ਇਹਦੇ ਵਿੱਚ ਜਿਹੜੇ ਆ ਵੱਖਰੀਆਂ ਜਿਹੜੀਆਂ ਮੰਗਾਂ ਹੈਗੀਆਂ ਆ, ਪ੍ਰਪੋਜ਼ਲਸ ਜਿਹੜੇ ਹੈਗੇ ਆ ਉਹ ਰੱਖੇ ਗਏ। ਕਿੱਦਾਂ ਦੇ ਪ੍ਰਪੋਜ਼ਲ ਸੀਗੇ ਕਿ ਜਿਹੜੀ ਸਾਡੀ ਕਮਿਊਨਿਟੀ ਆ ਉਹਦੇ ਜਿਹੜੇ ਹੱਕ ਹੈਗੇ ਆ ਉਹ ਸੁਰੱਖਿਅਤ ਕਿਵੇਂ ਰੱਖੇ ਜਾਣ। ਇਸੇ ਤਰੀਕੇ ਨਾਲ ਕਹਿੰਦੇ ਵੀ ਜਿਹੜੇ ਇਹ ਪ੍ਰਪੋਜ਼ਲ ਸੀਗੇ, ਜਿਹੜੀਆਂ ਇਹ ਮੰਗਾਂ ਸੀਗੀਆਂ, ਇਹਨਾਂ ਨੂੰ ਦਿੱਲੀ ਪ੍ਰਪੋਜ਼ਲ ਕਿਹਾ ਗਿਆ। ਇਹ ਕਾਂਗਰਸ ਨੇ ਮੰਨੇ। ਕਹਿੰਦੇ ਕਾਂਗਰਸ ਨੇ ਇੱਕ ਸੈਸ਼ਨ ਕੀਤਾ ਮਦਰਾਸ ਦਸੰਬਰ 1927 ਦੇ ਵਿੱਚ। ਇਹ ਜਿਹੜੀਆਂ ਮੁਸਲਮਾਨਾਂ ਦੀਆਂ ਮੰਗਾਂ ਸੀ, ਜਿਹੜੀਆਂ 20 ਮਾਰਚ 1927 ਨੂੰ ਇਹਨਾਂ ਨੇ ਕੀਤੀਆਂ ਤੇ ਕਾਂਗਰਸ ਦੇ ਅੱਗੇ ਕੀਤੀਆਂ, ਤੇ ਮੁਸਲਮਾਨਾਂ ਦੀਆਂ ਇਹ ਮੰਗਾਂ ਨੂੰ ਹਿੰਦੂਆਂ ਨੇ ਮੰਨਿਆ। ਤੇ ਉਸੇ ਵੇਲੇ ਕਹਿੰਦੇ ਵੀ ਕਾਂਗਰਸ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤੀ, ਇੱਕ ਵਰਕਿੰਗ ਕਮੇਟੀ ਬਣਾਈ। ਉਹਨਾਂ ਦਾ ਇਹ ਕੰਮ ਸੀਗਾ ਕਿ ਉਹ ਜਿੱਦਾਂ ਦੀ ਉਹ ਵਰਕਿੰਗ ਕਮੇਟੀ ਸੀ, ਉਹਦਾ ਕੰਮ ਸੀਗਾ ਕਿ ਵੱਖਰੀਆਂ ਜਿਹੜੀਆਂ ਕਮਿਊਨਿਟੀਜ਼ ਹੈਗੀਆਂ ਆ ਜਾਂ ਵੱਖਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਸੰਸਥਾਵਾਂ ਹੈਗੀਆਂ ਆ ਉਹਨਾਂ ਦੇ ਨਾਲ ਉਹ ਵਰਕਿੰਗ ਕਮੇਟੀ ਰਾਬਤਾ ਕਰੇ ਤਾਂ ਕਿ ਜਿਹੜਾ ਸਵਰਾਜ ਕਨਸਟੀਟਿਊਸ਼ਨ ਹੈ ਉਹਦਾ ਡਰਾਫਟ ਮਿਲ ਕੇ ਤਿਆਰ ਕੀਤਾ ਜਾਵੇ। ਕਹਿੰਦੇ ਇਹਦੇ ਨਾਲ ਕੀ ਹੋਇਆ, ਕਹਿੰਦੇ ਫਿਰ ਜਿਹੜੀ ਲਿਬਰਲ ਫੈਡਰੇਸ਼ਨ ਸੀਗੀ ਤੇ ਮੁਸਲਿਮ ਲੀਗ ਸੀਗੀ, ਉਹਨਾਂ ਨੇ ਵੀ ਇਸੇ ਤਰ੍ਹਾਂ ਦੀਆਂ ਜਿਹੜੀਆਂ ਮਤੇ ਹੈਗੇ ਆ ਪਾਸ ਕੀਤੇ ਹੈਗੇ ਆ। ਉਹਨਾਂ ਨੇ ਮਤੇ ਪਾਸ ਕੀਤੇ ਕਿ ਹਾਂ ਵੀ ਜਿਹੜੇ ਸਾਡੇ ਨੁਮਾਇੰਦੇ ਹੈਗੇ ਆ ਉਹ ਕਾਂਗਰਸ ਦੀ ਜਿਹੜੀ ਵਰਕਿੰਗ ਕਮੇਟੀ ਉਹਨਾਂ ਨਾਲ ਮਿਲ ਕੇ ਕੰਮ ਕਰ ਸਕਦੇ ਆ। ਤੇ ਕਹਿੰਦੇ ਹੋਰ ਵੀ ਜਿਹੜੀਆਂ ਸੰਸਥਾਵਾਂ ਹੈਗੀਆਂ ਆ ਉਹ ਕਾਂਗਰਸ ਦੀ ਜਿਹੜੀ ਵਰਕਿੰਗ ਕਮੇਟੀ ਜਿਹੜੀ ਤਿਆਰ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਬੁਲਾਏ ਗਏ ਸੀਗੇ। ਫਿਰ ਉਹ ਆਲ ਪਾਰਟੀ ਕਾਨਫਰੰਸ, ਜਿੱਦਾਂ ਮੈਂ ਉੱਪਰ ਦੱਸਿਆ ਵੀ ਦੂਸਰੀ ਆਲ ਪਾਰਟੀ ਕਾਨਫਰੰਸ ਫਿਰ ਹੁੰਦੀ ਆ ਜਿਹੜੀ 12 ਫਰਵਰੀ 1928 ਨੂੰ ਹੁੰਦੀ ਆ। ਤੇ ਉਹ ਇੱਕ ਸਬ ਕਮੇਟੀ ਜਿਹੜੀ ਆ ਉਹ ਬਣਾਉਂਦੀ ਆ। ਤੇ ਉਹ ਸਬ ਕਮੇਟੀ ਜਿਹੜੀ ਉਹਦਾ ਕੰਮ ਹੈਗਾ ਕਿ ਸਵਰਾਜ ਕਨਸਟੀਟਿਊਸ਼ਨ ਜਿਹੜਾ ਆ ਉਹ ਬਣਾਉਣਾ ਹੈਗਾ ਆ। ਤੇ ਉਹਦੇ ਨਾਲ ਦੀ ਨਾਲ ਕਹਿੰਦੇ ਉਹ ਕਮੇਟੀ ਜਿਹੜੀ ਇੱਕ ਰਿਪੋਰਟ ਤਿਆਰ ਕਰਦੀ ਆ। ਉਹ ਰਿਪੋਰਟ ਕੀ ਹੁੰਦੀ ਆ, ਉਹਨੂੰ ਡਰਾਫਟ ਕਿਹਾ ਜਾਂਦਾ ਸੰਵਿਧਾਨ ਦਾ। ਤੇ ਉਹ ਇੱਕ ਨਹਿਰੂ ਰਿਪੋਰਟ ਦੇ ਵਜੋਂ ਜਾਣੀ ਜਾਂਦੀ। ਜਿੱਦਾਂ ਪਹਿਲਾਂ ਦੱਸਿਆ ਸੀ ਉੱਪਰ, ਨਹਿਰੂ ਰਿਪੋਰਟ ਮੁਸਲਮਾਨਾਂ ਨੇ ਉਹਦਾ ਵਿਰੋਧ ਕੀਤਾ ਸੀਗਾ। ਤੇ ਇਹ ਸੇਮ ਉਹੀ ਨਹਿਰੂ ਰਿਪੋਰਟ ਜਿਹੜੀ ਬਾਬਾ ਸਾਹਿਬ ਇੱਥੇ ਗੱਲ ਕਰ ਰਹੇ ਵੀ ਕਿੱਦਾਂ ਮੁਸਲਮਾਨਾਂ ਦੀਆਂ ਗੱਲਾਂ ਮੰਨੀਆਂ ਵੀ ਜਾ ਰਹੀਆਂ ਹਿੰਦੂਆਂ ਦੇ ਵੱਲੋਂ, ਕਿੱਦਾਂ ਸਹਿਮਤੀਆਂ ਫੇਰ ਨਹੀਂ ਇਹਨਾਂ ਦੀ ਆਪਸ ਦੇ ਵਿੱਚ ਬਣ ਰਹੀਆਂ ਹੈਗੀਆਂ। ਤੇ ਉਹ ਕਹਿੰਦੇ ਵੀ ਇਹ ਫਿਰ ਨਹਿਰੂ ਰਿਪੋਰਟ ਤੋਂ ਜਾਣੀ ਜਾਂਦੀ ਆ। ਇਹ ਜਿਹੜੀ ਰਿਪੋਰਟ ਹੈਗੀ ਆ ਇਹ ਆਲ ਪਾਰਟੀ ਕਨਵੈਨਸ਼ਨ ਹੋਈ ਜੀ ਇੱਕ ਡਾਕਟਰ ਅੰਸਾਰੀ ਦੀ ਪ੍ਰਧਾਨਗੀ ਦੇ ਵਿੱਚ, ਤੇ 22 ਦਸੰਬਰ 1928 ਨੂੰ ਕਲਕੱਤਾ ਵਿਖੇ ਹੁੰਦੀ ਆ। ਇਹ ਉੱਥੇ ਰੱਖੀ ਜਾਂਦੀ ਉਹਨਾਂ ਦੇ ਅੱਗੇ ਰਿਪੋਰਟ। ਤੇ 1 ਜਨਵਰੀ 1929 ਨੂੰ ਕਹਿੰਦੇ ਜਿਹੜੀ ਕਨਵੈਨਸ਼ਨ ਆ ਬਿਨਾਂ ਕਿਸੇ ਸਿੱਟੇ ਤੋਂ, ਬਿਨਾਂ ਕਿਸੇ ਰਿਜ਼ਲਟ ਤੋਂ ਇਹ ਜਿਹੜੀ ਆ ਮੁਅੱਤਲ ਕਰ ਦਿੱਤੀ ਜਾਂਦੀ ਆ। ਕਹਿੰਦੇ ਹੁਣ ਹੈਰਾਨੀ ਇਸ ਗੱਲ ਦੀ ਹੁੰਦੀ ਆ ਕਿ ਜਿਹੜੀਆਂ ਮੁਸਲਮਾਨਾਂ ਦੀਆਂ ਮੰਗਾਂ ਸੀਗੀਆਂ ਤੇ ਜਿਹੜੀਆਂ ਮੰਗਾਂ ਨਹਿਰੂ ਕਮੇਟੀ ਨੇ ਮੰਨੀਆਂ ਇਹ ਜਾਇਜ਼ ਨਹੀਂ ਸੀਗੀਆਂ। ਇਹ ਜਾਇਜ਼ ਮੰਗਾਂ ਨਹੀਂ ਸੀ ਮੁਸਲਮਾਨਾਂ ਦੀਆਂ। ਬਾਬਾ ਸਾਹਿਬ ਹੁਣ ਦੱਸਦੇ ਹੈਗੇ ਆ ਕਿ ਜਿਹੜਾ ਜਿਨ੍ਹਾਂ ਸੀਗਾ ਉਹਨੇ ਆਲ ਪਾਰਟੀ ਕਨਵੈਨਸ਼ਨ ਦੇ ਵਿੱਚ ਸੋਧ ਕਰਨੀ ਚਾਹੀ। ਉਹ ਮੇਨ 4 ਤਰ੍ਹਾਂ ਦੀਆਂ ਸੋਧਾਂ ਕਰਨੀਆਂ ਚਾਹੁੰਦਾ ਸੀ। ਉਹ ਜਿਹੜੀਆਂ ਨਹਿਰੂ ਰਿਪੋਰਟ ਦੇ ਵਿੱਚ ਕਿੱਦਾਂ ਦੀਆਂ ਸੋਧਾਂ ਸੀਗੀਆਂ, ਇੱਕ ਤਾਂ ਉਹ ਮੁਸਲਮਾਨਾਂ ਦੀ ਜਿਹੜੀ ਨੁਮਾਇੰਦਗੀ ਹੈਗੀ ਆ ਲੋਕ ਸਭਾ ਦੇ ਵਿੱਚ, ਸੈਂਟਰ ਲੈਜਿਸਲੇਟਰ ਦੇ ਵਿੱਚ, ਸੈਂਟਰ ਵਿਧਾਨ ਸਭਾ ਦੇ ਵਿੱਚ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ 33% ਚਾਹੁੰਦਾ ਸੀ ਜਾਂ 33.33% ਚਾਹੁੰਦਾ ਸੀਗਾ। ਦੂਜੇ ਨੰਬਰ ਦੇ ਉੱਤੇ ਉਹ ਚਾਹੁੰਦਾ ਸੀਗਾ ਕਿ ਸਾਡੀਆਂ ਜਿਹੜੀਆਂ ਸੀਟਾਂ ਆ ਉਹ ਪਾਪੂਲੇਸ਼ਨ ਦੇ ਆਧਾਰ ਦੇ ਉੱਤੇ ਰਿਜ਼ਰਵ ਹੋਣੀਆਂ ਚਾਹੀਦੀਆਂ ਪੰਜਾਬ ਤੇ ਬੰਗਾਲ ਦੇ ਵਿੱਚ। ਤੀਸਰੀ ਮੰਗ ਉਹ ਇਹ ਚਾਹੁੰਦਾ ਸੀਗਾ ਕਿ ਜਿਹੜੀਆਂ ਬਚੀਆਂ ਹੋਈਆਂ ਪਾਵਰਾਂ ਹੈਗੀਆਂ ਆ ਉਹ ਨਹਿਰੂ ਰਿਪੋਰਟ ਦੇ ਹਿਸਾਬ ਨਾਲ ਉਹ ਸੈਂਟਰ ਸਰਕਾਰ ਦੇ ਕੋਲ ਜਾਂਦੀਆਂ ਸੀਗੀਆਂ। ਉਹ ਜਿਹੜੀਆਂ ਪਾਵਰਾਂ ਹੈਗੀਆਂ ਆ, ਉਹ ਜਿਹੜੀਆਂ ਜਿਹਨੂੰ ਆਪਾਂ ਕਹਿੰਦੇ ਪਾਵਰਸ ਜਾਂ ਸ਼ਕਤੀਆਂ, ਉਹ ਸਟੇਟ ਦੀ ਗਵਰਨਮੈਂਟ ਨੂੰ ਦੇਣੀਆਂ ਚਾਹੀਦੀਆਂ ਆ। ਚੌਥੀ ਜਿਹੜੀ ਅਮੈਂਡਮੈਂਟ ਉਹ ਇਹ ਚਾਹੁੰਦਾ ਸੀਗਾ ਕਿ ਸਿੰਧ ਜਿਹੜਾ ਆ ਉਹ ਵੱਖਰਾ ਹੋ ਜਾਵੇ। ਪਹਿਲਾਂ ਬੰਬੇ ਪ੍ਰੈਜ਼ੀਡੈਂਸੀ ਦਾ ਹਿੱਸਾ ਹੁੰਦਾ ਸੀ, ਆਪਾਂ ਪਹਿਲਾਂ ਪੜਿਆ। ਉਹ ਚਾਹੁੰਦੇ ਕਿ ਸਿੰਧ ਜਿਹੜਾ ਆ ਉਹ ਅੱਡ ਹੋ ਜਾਵੇ। ਤੇ ਉਹਦੇ ਨਾਲ ਕੀ ਹੈਗਾ ਆ, ਅੱਡ ਹੋਣ ਦੇ ਨਾਲ ਕਹਿੰਦੇ ਵੀ ਬਾਬਾ ਸਾਹਿਬ ਦੱਸਦੇ ਕਿ ਨਹਿਰੂ ਕਮੇਟੀ ਜਿਹੜੀ ਆ, ਨਹਿਰੂ ਰਿਪੋਰਟ ਜਾਂ ਹੈਗੀ ਆ, ਉਹਦੇ ਵਿੱਚ ਸਿੰਧ ਨੂੰ ਵੱਖਰਾ ਹੀ ਦੱਸਿਆ ਗਿਆ ਸੀ, ਪਰ ਉਹਦੇ ਵਿੱਚ ਉਹਨੂੰ ਕੁਝ ਸ਼ਰਤਾਂ ਦੇ ਅਧੀਨ ਕੀਤਾ ਗਿਆ ਸੀਗਾ। ਤੇ ਜਿਨ੍ਹਾਂ ਉਹ ਸ਼ਰਤਾਂ ਨੂੰ ਕੱਢਣਾ ਚਾਹੁੰਦਾ ਸੀਗਾ ਕਿ ਇਹ ਸ਼ਰਤਾਂ ਸਿੰਧ ਦੇ ਅਲੱਗ ਹੋਣ ਤੇ ਨਹੀਂ ਲੱਗਣੀਆਂ ਚਾਹੀਦੀਆਂ। ਜਿਹੜਾ ਉਹ ਪ੍ਰੋਵੀਜ਼ਨ ਜਾਂ ਪ੍ਰੋਵੀਜ਼ਿਓ ਦੇ ਤਹਿਤ ਉਹ ਅਲੱਗ ਕੀਤਾ ਗਿਆ ਸੀ, ਜਿਨ੍ਹਾਂ ਨੂੰ ਉਹ ਮਨਜ਼ੂਰ ਨਹੀਂ ਸੀਗਾ। ਕਹਿੰਦੇ ਹੁਣ ਇਹ ਜਿਹੜੀਆਂ ਅਮੈਂਡਮੈਂਟਸ ਹੈਗੀਆਂ ਆ ਜਾਂ ਇਹ ਸੁਧਾਰ ਹੈਗੇ ਆ, ਇਹ ਕੀ ਚਾਹੁੰਦੇ ਸੀਗੇ? ਸੁਧਾਰ ਜਿਹੜੇ ਆ ਮੁਸਲਮਾਨ ਜਿਹੜੇ ਚਾਹੁੰਦੇ ਹੈਗੇ ਆ, ਇਹ ਕੀ ਸ਼ੋ ਕਰਦਾ ਆ?
ਕਹਿੰਦੇ ਇਹ ਸ਼ੋ ਕਰਦਾ ਕਿ ਏਡੀ ਵੱਡੀ ਗੱਲ ਵੀ, ਏਡੀ ਵੱਡੀ ਲੜਾਈ ਨਹੀਂ ਹੈਗੀ ਕਿ ਜਿਹੜੀ ਇਹਨਾਂ ਨੇ ਪਾਈ ਹੋਈ ਆ ਹਿੰਦੂ ਤੇ ਮੁਸਲਮਾਨਾਂ ਦੇ ਆਪਸ ਦੇ ਵਿੱਚ। ਪਰ ਹਾਂ ਇਹ ਜ਼ਰੂਰ ਕਿਹਾ ਜਾ ਸਕਦਾ ਇਹਨਾਂ ਦੀ ਆਪਸ ਦੇ ਵਿੱਚ ਕੋਈ ਮਨਸ਼ਾ ਨਹੀਂ ਵੀ ਇਕੱਠੇ ਹੋ ਕੇ ਬੈਠਣ। ਫਿਰ ਗੱਲ ਕੀ ਹੋਈ, ਕਹਿੰਦੇ ਇਹਨਾਂ ਨੇ ਜਿਹੜੀ ਆਪਣੀ ਜਿਹੜਾ ਇਹਨਾਂ ਦੀ ਲੜਾਈ ਆ ਆਪਸ ਦੇ ਵਿੱਚ ਇਹਨਾਂ ਨੇ ਨਹੀਂ ਸਾਂਭੀ, ਤੇ ਜਿਹੜੀ ਦਰਾਰ ਪੈਦਾ ਹੋਈ ਸੀ ਨਹੀਂ ਇਹਨਾਂ ਨੇ ਰੋਕੀ। ਇਹਨਾਂ ਨੇ ਸਾਰਾ ਕੁਝ ਜਿਹੜੀ ਆ ਬ੍ਰਿਟਿਸ਼ ਗਵਰਨਮੈਂਟ ਦੇ ਹੱਥ ਛੱਡ ਦਿੱਤਾ ਤੇ ਇਹ ਕਿਹਾ ਕਿ ਸਾਨੂੰ ਹੁਣ ਜੋ ਕ੍ਰਿਮੀਨਲ ਅਵਾਰਡ ਦੇ ਵਿੱਚ ਮਿਲੇਗਾ ਉਹ ਠੀਕ ਹੋਵੇਗਾ। ਉਸ ਤੋਂ ਬਾਅਦ ਕਹਿੰਦੇ ਕ੍ਰਿਮੀਨਲ ਅਵਾਰਡ ਆਉਂਦਾ ਆ, ਹਨਾ। ਤੇ ਪੂਨਾ ਪੈਕਟ ਕਹਿੰਦੇ ਵੀ ਅਛੂਤਾਂ ਦੇ ਵਿੱਚ ਤੇ ਹਿੰਦੂਆਂ ਦੇ ਵਿੱਚ ਇਹ ਜਿਹੜਾ ਆ ਡਿਪਰੈਸਡ ਕਲਾਸ ਜਿਹੜੀ ਹੁੰਦੀਆਂ ਹੈਗੀ ਆ ਉਹਨਾਂ ਦੇ ਵਿੱਚ ਇਹ ਪੂਨਾ ਪੈਕਟ ਹੁੰਦਾ ਆ। ਤੇ ਇਹ ਇੱਕ ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ ਵੀ ਇੱਕ ਨਵਾਂ ਉਭਾਰ ਪੈਦਾ ਕਰਦਾ। ਬਾਬਾ ਸਾਹਿਬ ਦੱਸਦੇ ਵੀ ਪੂਨਾ ਪੈਕਟ ਇੱਕ ਹੋਇਆ ਬਈ, ਪਰ ਹਿੰਦੂਆਂ ਤੇ ਮੁਸਲਮਾਨਾਂ ਦੇ ਕੋਈ ਪੈਕਟ ਨਹੀਂ ਹੋਇਆ। ਜਿਹੜਾ ਪੂਨਾ ਪੈਕਟ ਕਹਿਣ ਦਾ ਮਤਲਬ ਹੈਗਾ ਕਿ ਹਿੰਦੂਆਂ ਤੇ ਡਿਪਰੈਸ ਕਲਾਸ ਦੇ ਵਿੱਚ ਹੋਇਆ, ਪਰ ਮੁਸਲਮਾਨਾਂ ਤੇ ਹਿੰਦੂਆਂ ਦੇ ਵਿੱਚ ਕੋਈ ਪੈਕਟ ਨਹੀਂ ਹੋਇਆ। ਹਾਲਾਂਕਿ ਉਸ ਵੇਲੇ ਪੈਕਟ ਦਾ ਉਭਾਰ ਜਿਹੜਾ ਆ ਮਿਲਿਆ ਜ਼ਰੂਰ ਹੈਗਾ ਆ। ਕਹਿੰਦੇ ਵੀ ਨਵੰਬਰ ਦੇ ਮਹੀਨੇ ਤੇ ਦਸੰਬਰ 1900 ਮੁਸਲਮਾਨ ਜਿਹੜੇ ਆ ਉਹ ਕਿਸੇ ਐਗਰੀਮੈਂਟ ਤੇ ਪਹੁੰਚੇ। ਤੇ ਕਹਿੰਦੇ ਵੀ ਜਿਹੜੀ ਮੁਸਲਮਾਨ ਜਿਹੜੇ ਹੈਗੇ ਆ, ਕਹਿੰਦੇ ਆਲ ਪਾਰਟੀਜ਼ ਕਾਨਫਰੰਸ ਦੇ ਵਿੱਚ ਜਿਹਦੇ ਹਿੰਦੂ ਮੁਸਲਮਾਨ ਸਿੱਖ ਉਹਦੇ ਵਿੱਚ ਸਾਰੇ ਹਿੱਸਾ ਸੀਗੇ, ਜਿਨ੍ਹਾਂ ਨੂੰ ਆਪਾਂ ਯੂਨਿਟੀ ਕਾਨਫਰੰਸ ਕਹਿੰਦੇ ਆ। ਜਿਹੜੇ ਮੁਸਲਮਾਨ ਹੈਗੇ ਉਹ ਕਹਿੰਦੇ ਆਲ ਇੰਡੀਆ ਕਾਨਫਰੰਸ ਵਿੱਚ ਮਿਲੇ, ਤੇ ਹਿੰਦੂ ਮੁਸਲਮਾਨ ਸਿੱਖ ਹੈਗੇ ਆ ਉਹ ਯੂਨਿਟੀ ਕਾਨਫਰੰਸ ਦੇ ਵਿੱਚ ਮਿਲੇ। ਉਹਦੇ ਵਿੱਚ ਕਹਿੰਦੇ ਵੱਖਰੇ ਵੱਖਰੇ ਤਰ੍ਹਾਂ ਦੀਆਂ ਮੰਗਾਂ ਜਿਹੜੀਆਂ ਰੱਖੀਆਂ ਗਈਆਂ ਵੱਖਰੀ ਵੱਖਰੀ ਕਮਿਊਨਿਟੀਆਂ ਦੇ ਵੱਲੋਂ, ਤਾਂ ਕਿ ਇੱਕ ਪੈਕਟ ਕੀਤਾ ਜਾਵੇ। ਕਹਿੰਦੇ ਇਹ ਕੀ ਹੋਇਆ, 23 ਸੀਟਿੰਗਾਂ ਉਹਨਾਂ ਦੇ ਵਿੱਚ 23 ਬੈਠਕਾਂ ਹੋਈਆਂ। ਉਹ ਬੈਠਕਾਂ ਦੇ ਬਾਅਦ ਉਹ ਜਿਹੜੀ ਡਿਸਕਸ਼ਨਾਂ ਆ ਉਹ ਬੰਦ ਕਰ ਦਿੱਤੀਆਂ ਗਈਆਂ ਕਿਉਂਕਿ ਉਹਨਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ। ਹੁਣ ਕਹਿੰਦੇ ਇਹ ਨਹੀਂ ਹੈ ਕਿ ਰਾਜਨੀਤਿਕ ਹੀ ਉਹਨਾਂ ਦੇ ਵਿੱਚ ਆਪਸੀ, ਜਿੱਦਾਂ ਰਾਜਨੀਤਿਕ ਹੀ ਉਹ ਚਾਹੁੰਦੇ ਸੀ ਵੀ ਰਾਜਨੀਤਿਕ ਹੀ ਸਾਡੇ ਸਮਝੌਤੇ ਹੋਣ ਜਾਂ ਜਿਹੜੇ ਸਾਡੇ ਮਸਲੇ ਰਾਜਨੀਤਿਕ ਹੈਗੇ ਆ ਸਿਰਫ ਉਹਨਾਂ ਦਾ ਸੋਲੂਸ਼ਨ ਹੋਵੇ। ਕਹਿੰਦੇ ਕਈ ਉਹਨਾਂ ਨੇ ਹੋਰ ਮੰਗਾਂ ਜਿੱਦਾਂ ਸਮਾਜਿਕ ਮੰਗਾਂ ਤੇ ਧਾਰਮਿਕ ਮੰਗਾਂ ਜਿਹੜੀਆਂ ਹੈਗੀਆਂ ਜਾਂ ਉਹਨਾਂ ਵਿੱਚ ਏਕਤਾ ਪੈਦਾ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਆ ਇਹ ਵੀ ਕਹਿੰਦੇ ਬਹੁਤ ਕੀਤੀ ਉਹਨਾਂ ਨੇ। ਉਹਦੇ ਵਿੱਚੋਂ ਕਹਿੰਦੇ ਇਹਨਾਂ ਨੇ 3 ਪੁਆਇੰਟ ਸੀ ਇਹਨਾਂ ਦੇ। ਇੱਕ ਤਾਂ ਗਊ ਹੱਤਿਆ ਨੂੰ ਲੈ ਕੇ ਆਬਜੈਕਸ਼ਨ ਸੀਗਾ ਬਈ ਜਿਹੜੀ ਗਊ ਹੱਤਿਆ ਕਰਦੇ ਹੈਗੇ। ਦੂਸਰਾ ਆਬਜੈਕਸ਼ਨ ਜਿਹੜਾ ਹੈਗਾ ਆ ਕਿ ਜਿਹੜੇ ਮਸਜਿਦਾਂ ਹੈਗੀਆਂ ਆ ਉਹਨਾਂ ਦੇ ਮੂਹਰੇ ਮਿਊਜ਼ਿਕ ਵਜਾਉਣ ਦੀਆਂ ਗੱਲਾਂ ਆਉਂਦੀਆਂ। ਤੀਸਰਾ ਧਰਮ ਪਰਿਵਰਤਨ ਨੂੰ ਲੈ ਕੇ ਆਉਂਦੀਆਂ। 3 ਮੇਨ ਗੱਲਾਂ ਦੀ ਆਪਸੀ ਵਿੱਚ ਲੜਾਈ ਰਹਿੰਦੀ ਸੀ, ਚਾਹੇ ਉਹ ਸਮਾਜਿਕ ਨੂੰ ਲੈ ਕੇ ਆਪਾਂ ਜਾਂ ਧਾਰਮਿਕ ਦੀਆਂ ਲੈ ਕੇ ਜਦੋਂ ਸਵਾਲਾਂ ਦੀ ਗੱਲ ਕਰਦੇ ਆ, ਇਹ 3 ਚੀਜ਼ਾਂ ਉੱਤੇ ਜ਼ਿਆਦਾ ਗੱਲਾਂ ਆਉਣੀਆਂ। ਹੁਣ ਬਾਬਾ ਸਾਹਿਬ ਫਿਰ 1923 ਤੇ ਫਿਰ ਚਲੇ ਜਾਂਦੇ ਹੈਗੇ ਆ ਜਦੋਂ ਉਹ ਗੱਲ ਕਰਦੇ ਆ ਵੀ ਸਮਾਜਿਕ ਤੇ ਧਾਰਮਿਕ ਮਸਲਿਆਂ ਦੇ ਉੱਤੇ ਜਦੋਂ ਉਹਨਾਂ ਨੇ ਗੱਲ ਕਰਨੀ ਆ। ਉਹ ਬਾਬਾ ਸਾਹਿਬ ਦੱਸਦੇ ਹੈਗੇ ਆ ਕਿ 1923 ਦੇ ਵਿੱਚ ਇੰਡੀਅਨ ਨੈਸ਼ਨਲ ਪੈਕਟ ਜਦੋਂ ਇਹ ਪ੍ਰਪੋਜ਼ ਕੀਤਾ ਗਿਆ ਤੇ ਇਹ ਫੇਲ ਹੋ ਗਿਆ ਕਿਉਂਕਿ ਗਾਂਧੀ ਉਸ ਵੇਲੇ ਜੇਲ੍ਹ ਸੀਗਾ। ਗਾਂਧੀ ਜਿਹੜਾ ਆ ਉਹ ਜੇਲ੍ਹ ਤੋਂ ਰਿਲੀਜ਼ ਹੁੰਦਾ 5 ਫਰਵਰੀ 1924 ਨੂੰ, ਤੇ ਉਹ ਹੈਰਾਨ ਹੋ ਜਾਂਦਾ ਹੈਗਾ ਆ ਜਦੋਂ ਉਹ ਬਾਹਰ ਆਉਂਦਾ ਆ ਕਿ ਦੇਖਦਾ ਹੈਗਾ ਆ ਕਿ ਹਿੰਦੂ ਤੇ ਮੁਸਲਮਾਨ ਤਾਂ ਇਹਨਾਂ ਦਾ ਤਾਂ ਬਹੁਤ ਜ਼ਿਆਦਾ, ਇਹਨਾਂ ਦੀ ਜਿਹੜੀ ਏਕਤਾ ਹੈਗੀ ਆ ਉਹ ਤਾਂ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਇਹਨਾਂ ਦੀ ਏਕਤਾ, ਤੇ ਭਾਈਚਾਰਾ ਇਹਨਾਂ ਵਿੱਚ ਕੋਈ ਨਹੀਂ ਰਿਹਾ ਹੈਗਾ। ਕਹਿੰਦੇ ਉਹ ਕੀ ਕਹਿੰਦਾ ਹੈਗਾ, ਕਹਿੰਦਾ ਇਹ ਮੇਰਾ ਸਾਰਾ ਕਸੂਰ ਹੈਗਾ ਆ ਤੇ ਮੈਂ ਆਪਣੇ ਉੱਤੇ ਲੈਣਾ, ਤੇ ਉਹ 21 ਦਿਨਾਂ ਦੇ ਮਰਨ ਵਰਤ ਤੇ ਬਹਿ ਜਾਂਦਾ ਆ। ਅੱਛਾ, ਉਹਦੇ ਨਾਲ ਕੀ ਹੁੰਦਾ ਆ, ਗਾਂਧੀ ਆਪਣਾ ਧਿਆਨ ਜਿਹੜਾ ਆ ਹਿੰਦੂਆਂ ਦਾ ਧਿਆਨ ਤੇ ਮੁਸਲਮਾਨਾਂ ਦਾ ਧਿਆਨ ਆਪਣੇ ਆਪ ਵੱਲ ਖਿੱਚਦਾ ਆ। ਤੇ ਉਹਦੇ ਨਾਲ ਕੀ ਹੁੰਦਾ ਹੈ, ਕਹਿੰਦੇ ਗਾਂਧੀ ਨੇ ਇਸ ਚੀਜ਼ ਦਾ ਲਾਭ ਲਿਆ ਵੀ ਜਿਹੜੀਆਂ ਬਾਕੀ ਜਥੇਬੰਦੀਆਂ ਸੀਗੀਆਂ ਉਹ ਜਦੋਂ ਮਨ ਵਰਤੇ ਬਹਿ ਜਾਂਦਾ ਆ, ਆਪਣਾ ਕਸੂਰ ਮੰਨ ਕੇ ਭਾਵੇਂ ਕਿ ਉਹ ਜੇਲ੍ਹ ਵਿੱਚ ਹੁੰਦਾ ਆ, ਉਹ ਇੱਕ ਚੀਜ਼ ਲਈ ਉਹ ਸਕਸੈਸਫੁਲ ਹੁੰਦਾ ਆ, ਕਾਮਯਾਬ ਹੁੰਦਾ ਕਿ ਉਹ ਸਾਰੀ ਕਮਿਊਨਿਟੀਆਂ ਨੂੰ ਮਨਾ ਕੇ ਇੱਕ ਯੂਨਿਟੀ ਕਾਨਫਰੰਸ ਕਰਨ ਦੇ ਲਈ ਉਹ ਸਕਸੈਸਫੁਲ ਜਾਂ ਕਾਮਯਾਬ ਹੋ ਜਾਂਦਾ ਆ। ਕਹਿੰਦੇ ਕਿ ਫਿਰ ਇਹ ਕਾਨਫਰੰਸ ਹੁੰਦੀ ਹੈ ਜਿਹਨੂੰ ਯੂਨਿਟੀ ਕਾਨਫਰੰਸ ਕਹਿੰਦੀ, ਸਤੰਬਰ 26 ਤੋਂ ਲੈ ਕੇ ਅਕਤੂਬਰ 2 1924 ਉਦੋਂ ਕਹਿੰਦੇ ਯੂਨਿਟੀ ਕਾਨਫਰੰਸ ਹੁੰਦੀ ਆ। ਤੇ ਇਸ ਕਾਨਫਰੰਸ ਦੇ ਵਿੱਚ ਵੱਖਰੀਆਂ ਵੱਖਰੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਆ, ਮੈਂਬਰ ਹੈਗੇ ਆ, ਉਹਨਾਂ ਵੱਲੋਂ ਕਹਿੰਦੇ ਸੌਹਾਂ ਚੱਕੀਆਂ ਜਾਂਦੀਆਂ ਇੱਕ ਦੂਸਰੇ ਦੇ ਮਾਨ ਨੂੰ ਲੈ ਕੇ। ਤੇ ਫਿਰ ਕਹਿੰਦੇ ਵੀ ਇਹਦਾ ਸਿੱਟਾ ਕੀ ਨਿਕਲਦਾ, ਕਹਿੰਦੇ ਇੱਕ ਫਿਰ ਗਾਂਧੀ ਜਿਹੜਾ ਆ ਇੱਕ ਸੈਂਟਰਲ ਨੈਸ਼ਨਲ ਪੰਚਾਇਤ ਜਿਹੜਾ ਆ ਉਹ ਬਣਾਉਂਦਾ ਆ, ਉਹਦਾ ਚੇਅਰਮੈਨ ਉਹ ਆਪ ਬਣਦਾ ਆ। ਇਹਦੇ ਵਿੱਚ ਇਹਨਾਂ ਦਾ ਕੀ ਕਰਨਾ ਹੁੰਦਾ ਆ, ਕਹਿੰਦੇ ਇਹਦੀ ਜਿਹੜੀ ਇਹਦੇ ਜਿਹੜੇ ਮਤਲਬ ਕਿ ਇਹਦਾ ਕੰਮ ਜਿਹੜਾ ਦੇਖਣਾ ਸੀ ਸਾਰਿਆਂ ਦਾ, ਜਿੱਦਾਂ ਧਾਰਮਿਕ ਜਿਹੜੇ ਰੀਤੀ ਰਿਵਾਜ ਹੈਗੇ ਆ ਜਾਂ ਧਾਰਮਿਕ ਇੱਕ ਦੂਏ ਨੂੰ ਧਾਰਨਾਵਾਂ ਹੈਗੀਆਂ ਆ ਜਾਂ ਧਾਰਮਿਕ ਵਿਸ਼ਵਾਸ ਹੈਗੇ ਆ, ਉਹਦੀ ਹਰ ਇੱਕ ਨੂੰ ਖੁੱਲ੍ਹ ਹੋਣੀ ਚਾਹੀਦੀ ਆ। ਤੇ ਇਹਦੇ ਵਿੱਚ ਹੋਰ ਮੁੱਦੇ ਵੀ ਹੈਗੇ ਆ ਜਿੱਦਾਂ ਕਿ ਧਾਰਮਿਕ ਸਥਾਨਾਂ ਦੇ ਉੱਤੇ ਪੂਜਾ ਕਰਨ ਦੀ ਜਾਂ ਗਊ ਹੱਤਿਆ ਦੀ ਜਾਂ ਮਿਊਜ਼ਿਕ ਜਿਹੜਾ ਆ ਜਾਂ ਜਿਹੜਾ ਸੰਗੀਤ ਹੈਗਾ ਆ ਉਹ
ਮਸਜਿਦਾਂ ਦੇ ਮੂਹਰੇ ਨਾ ਚਲਾਏ, ਇਦਾਂ ਦੇ ਮੁੱਦੇ ਜਿਹੇ ਨੇ ਚੱਕੇ ਸੀਗੇ ਉਸ ਵੇਲੇ ਬਈ ਇਹਨਾਂ ਦੇ ਉੱਤੇ ਅਸੀਂ ਇਹ ਕੰਮ ਕਰਨਾ ਹੈਗਾ ਆ। ਪਰ ਜਿਹੜੀ ਇਹ ਯੂਨਿਟੀ ਕਾਨਫਰੰਸ ਹੈਗੀ ਆ, ਕਹਿੰਦੇ ਇਹਨੇ ਵੀ ਇਹਨਾਂ ਦੋਨਾਂ ਕਮਿਊਨਿਟੀਆਂ ਦੇ ਵਿੱਚ ਜਿਹੜੀ ਆ ਉਹ ਸ਼ਾਂਤੀ ਨਹੀਂ ਪੈਦਾ ਕਰ ਸਕੀ। ਹਾਂ, ਇਦਾਂ ਜ਼ਰੂਰ ਹੋਇਆ, ਕਹਿੰਦੇ ਕੁਝ ਸਮੇਂ ਦੇ ਲਈ ਜਿਹੜੇ ਦੰਗੇ ਸੀ ਉਹ ਰੁਕ ਗਏ, ਪਰ ਕਹਿੰਦੇ 1925 ਤੋਂ ਲੈ ਕੇ 26 ਤੱਕ ਇੰਨੇ ਜ਼ਿਆਦਾ ਦੰਗੇ ਹੋਏ, ਇਦਾਂ ਦੇ ਦੰਗੇ ਪਹਿਲਾਂ ਕਦੀ ਨਹੀਂ ਹੋਏ। ਇਸ ਤੋਂ ਅੱਕ ਕੇ ਜਿਹੜਾ ਉਸ ਵੇਲੇ ਦਾ ਵਾਇਸਰਾਏ ਸੀਗਾ ਇੰਡੀਆ ਦਾ, ਲਾਰਡ ਐਰਵਿਨ, ਕਹਿੰਦੇ ਉਹਨੇ ਸੈਂਟਰ ਲੈਜਿਸਲੇਟਿਵ ਜਾਣੀ ਕਿ ਲੋਕ ਸਭਾ ਜਾਂ ਸੈਂਟਰ ਦੀ ਜਿਹੜੀ ਵਿਧਾਨ ਸਭਾ ਉਹਨੂੰ ਕਹਿ ਸਕਦੇ ਆ, ਉਹਦੇ ਵਿੱਚ 29 ਅਗਸਤ 1927 ਨੂੰ ਬਿਆਨ ਦਿੱਤਾ ਕਿ ਇਹ ਦੋਨਾਂ ਕਮਿਊਨਿਟੀਆਂ ਜਿਹੜੀਆਂ ਹੈਗੀਆਂ ਆ, ਇੱਕ ਦੂਸਰੇ ਦੇ ਪ੍ਰਤੀ ਜੋ ਇਹਨਾਂ ਦੀ ਨਫ਼ਰਤ ਹੈਗੀ ਆ, ਦੰਗੇ ਕਰਦੇ ਆ, ਇਹਨੂੰ ਸਟਾਪ ਕਰਨਾ ਚਾਹੀਦਾ ਆ। ਫਿਰ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਇੱਕ ਹੋਰ ਯੂਨਿਟੀ ਕਾਨਫਰੰਸ ਹੁੰਦੀ ਆ, ਜਿਹੜੇ ਬਿਆਨ ਹੁੰਦੇ ਆ ਲਾਰਡ ਐਰਵਿਨ ਦੇ ਦੋਨਾਂ ਕਮਿਊਨਿਟੀਆਂ ਨੂੰ ਲੈ ਕੇ। ਫਿਰ ਉਹ ਸ਼ਿਮਲੇ ਦੇ ਵਿੱਚ ਇੱਕ ਯੂਨਿਟੀ ਕਾਨਫਰੰਸ ਰੱਖਦੇ ਆ, ਤੇ ਇਹ ਯੂਨਿਟੀ ਕਾਨਫਰੰਸ ਜਿਹੜੀ ਹੈਗੀ ਆ ਇਹ 30 ਅਗਸਤ 1927 ਨੂੰ ਕਹਿੰਦੇ ਵੀ ਇਹ ਦੋਨਾਂ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਇਹਨੂੰ ਸਪੋਰਟ ਕੀਤੀ ਜਾਂਦੀ ਆ। ਤੇ ਸਰ ਇਹ ਕਾਨਫਰੰਸ ਜਿਹੜੀ ਆ, ਕਹਿੰਦੇ ਵੀ ਇਹ ਜਿਹੜੀ ਕਾਨਫਰੰਸ ਹੈਗੀ ਆ ਇੱਕ ਯੂਨਿਟੀ ਕਮੇਟੀ ਬਣਾਉਂਦੀ ਆ, ਜਿਹੜੀ ਕਮੇਟੀ ਉਹ 16 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਜਿਨ੍ਹਾਂ ਦੀ ਚੇਅਰਮੈਨਸ਼ਿਪ ਦੇ ਥੱਲੇ ਉਹ ਬੈਠਦੀ ਆ। ਤੇ ਕਹਿੰਦੇ ਵੀ ਇਹਦਾ ਵੀ ਜਿਹੜਾ ਕੋਈ ਵੀ ਜਿਹੜਾ ਗਊ ਹੱਤਿਆ ਨੂੰ ਲੈ ਕੇ ਜਾਂ ਮਿਊਜ਼ਿਕ ਦੀ ਗੱਲ ਆਪਾਂ ਕਰਦੇ ਹੈਗੇ ਆ ਮਸਜਿਦਾਂ ਦੇ ਮੂਹਰੇ, ਕਹਿੰਦੇ ਇਹਦਾ ਵੀ ਇਹ ਕੋਈ ਸਿੱਟਾ ਨਹੀਂ ਕੱਢ ਸਕੇ। ਕਮੇਟੀ ਜਿਹੜੀ ਆ ਪਹਿਲਾਂ ਟੁੱਟ ਗਈ ਕਹਿੰਦੇ, ਹਨਾ। ਤੇ ਪਰ ਹਿੰਦੂ ਜਿਹੜੇ ਆ ਇਹ ਬਹੁਤ ਜ਼ੋਰ ਲਾਉਂਦੇ ਰਹੇ ਮੁਸਲਮਾਨਾਂ ਨੂੰ ਵੀ, ਮਤਲਬ ਕਿ ਆਪਾਂ ਗੱਲ ਕਰਦੇ ਆ, ਤੁਸੀਂ ਦੁਬਾਰਾ ਬੈਠੋ। ਪਰ ਜਿਹੜੇ ਮੁਸਲਮਾਨ ਹੈਗੇ ਆ, ਕਹਿੰਦੇ ਵੀ ਉਹ ਮਤਲਬ ਕਿ ਇੱਕ ਸਮੇਂ ਤਾਂ ਇਹ ਲੱਗ ਰਿਹਾ ਸੀਗਾ ਕਿ ਉਹਨਾਂ ਨੇ ਇਹ ਜਿਹੜੀ ਮੀਟਿੰਗ ਆ ਉਹ ਬ੍ਰੇਕ ਕਰ ਦਿੱਤੀ ਹੈਗੀ ਆ। ਤੇ ਜਿਹੜਾ ਪ੍ਰਧਾਨ ਸੀਗਾ ਉੱਥੇ ਮੀਟਿੰਗ ਦਾ ਜਾਂ ਕਮੇਟੀ ਦਾ, ਉਹਨੇ ਗੱਲ ਕਹੀ ਕਿ ਜੇ 6 ਹਫ਼ਤਿਆਂ ਦੇ ਵਿੱਚ 11 ਮੈਂਬਰਾਂ ਦੇ ਵੱਲੋਂ ਇਹ ਮੰਗ ਪੱਤਰ ਰੱਖਿਆ ਜਾਵੇ ਕਿ ਦੁਬਾਰਾ ਬੈਠਣਾ ਆ ਤੇ ਦੁਬਾਰਾ ਬੈਠ ਸਕਦੇ ਆ, ਤੇ ਇਹ ਜਿਹੜੀਆਂ ਮੁਸਲਮਾਨਾਂ ਦੀਆਂ ਪ੍ਰੋਬਲਮਸ ਹੈਗੀਆਂ ਆ ਇਹਨਾਂ ਦਾ ਸੋਲੂਸ਼ਨ ਆਪਾਂ ਕਰ ਸਕਦੇ ਆ। ਤੇ ਉਸ ਤੋਂ ਬਾਅਦ ਕਹਿੰਦੇ ਵੀ ਕਿਸੇ ਨੇ ਕੋਈ ਵੀ ਮੰਗ ਪੱਤਰ ਨਹੀਂ ਭੇਜਿਆ ਜਾਂ ਮੰਗ ਨਹੀਂ ਰੱਖੀ, ਇਹ ਮੀਟਿੰਗ ਦੁਬਾਰਾ ਨਹੀਂ ਹੋਈ। ਸੋ ਇਦਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਆ ਉਹ ਚੱਲਦੀਆਂ ਰਹੀਆਂ। ਫਿਰ ਉਸ ਤੋਂ ਬਾਅਦ ਕਹਿੰਦੇ ਵੀ ਇੱਕ ਸਪੈਸ਼ਲ ਕਾਨਫਰੰਸ ਹੁੰਦੀ ਆ ਸ਼ਿਮਲਾ ਕਾਨਫਰੰਸ ਤੋਂ ਬਾਅਦ, ਉਹ ਵੀ ਫੇਲ ਹੋ ਜਾਂਦੀ ਆ। ਇਹ ਮੈਂ ਹੁਣ ਇੱਥੇ ਬਰੀਫ ਕਰ ਦਿੰਦਾ, ਤੇ ਇਹ ਵੀ ਫੇਲ ਹੋ ਜਾਂਦੀ ਆ। ਹੁਣ ਬਾਬਾ ਸਾਹਿਬ ਕਹਿੰਦੇ ਆ, ਅੱਗੇ ਦੱਸਦੇ ਆ ਵੀ ਇਦਾਂ ਦੀਆਂ ਜਿਹੜੀਆਂ ਵੱਖਰੀਆਂ ਜਿਹੜੀਆਂ ਮੀਟਿੰਗਾਂ ਕੀਤੀਆਂ ਗਈਆਂ ਹਿੰਦੂਆਂ ਵੱਲੋਂ ਮੁਸਲਮਾਨਾਂ ਵੱਲੋਂ, ਸਾਰੀਆਂ ਬੈਠਕਾਂ ਇਹਨਾਂ ਦੀਆਂ ਫੇਲ ਹੋ ਜਾਂਦੀਆਂ। ਕਹਿੰਦੇ ਹੁਣ ਜਦੋਂ ਪਿਛਲੇ 30 ਸਾਲਾਂ ਦਾ ਅਸੀਂ ਇਤਿਹਾਸ ਦੇਖਦੇ ਆ, ਕਹਿੰਦੇ ਵੀ ਕੋਈ ਇਹ ਪੁੱਛ ਸਕਦਾ ਕਿ ਹਿੰਦੂ ਜਿਹੜੀ ਮੁਸਲਮਾਨਾਂ ਦੀ ਏਕਤਾ ਆ, ਇਹਦਾ ਕਦੀ ਕਿਸੇ ਨੇ ਅਹਿਸਾਸ ਕੀਤਾ ਹੈਗਾ ਆ? ਕਹਿੰਦੇ ਕਿ ਇਦਾਂ ਦੇ ਉਪਰਾਲੇ ਜਿਹੜੇ ਆ ਨਹੀਂ ਕੀਤੇ ਗਏ ਇਹ ਤਾਂ ਕਿ ਇਹ ਜਿਹੜਾ ਅਹਿਸਾਸ ਹੈਗਾ ਆ ਇਹ ਮੁਸਲਮਾਨਾਂ ਤੇ ਜਾਂ ਹਿੰਦੂਆਂ ਨੂੰ ਇਹ ਹੋ ਸਕੇ। ਕਹਿੰਦੇ ਵੀ ਜਾਂ ਫਿਰ ਇਦਾਂ ਦੇ ਜਿਹੜੇ ਉਪਰਾਲੇ ਹੈਗੇ ਆ ਹਜੇ ਨਹੀਂ ਹੋਏ ਜਿਹਦੇ ਨਾਲ ਇਹਨਾਂ ਦੇ ਵਿੱਚ ਏਕਤਾ ਪੈਦਾ ਹੋ ਸਕੇ। ਕਹਿੰਦੇ ਵੀ ਇਹ ਗੱਲ ਜ਼ਰੂਰ ਕਹਿ ਸਕਦੇ ਆ ਕਿ ਜਿਹੜੇ ਹਿੰਦੂ ਤੇ ਮੁਸਲਮਾਨ ਹੈਗੇ ਆ ਇਹਨਾਂ ਨੂੰ ਏਕਤਾ ਦਾ ਅਹਿਸਾਸ ਨਹੀਂ ਹੈਗਾ, ਇੰਨੀਆਂ ਵੀ ਸਿਟੀਆਂ ਹੈਗੀਆਂ ਆ, ਪਰ ਸਾਰੇ ਤਰ੍ਹਾਂ ਦੇ ਢੰਗ ਤਰੀਕੇ ਇਹਨਾਂ ਨੇ ਜ਼ਰੂਰ ਵਰਤ ਕੇ ਦੇਖ ਲਏ ਹੈਗੇ ਆ। ਕਿਉਂਕਿ ਜਿੱਦਾਂ ਬਾਬਾ ਸਾਹਿਬ ਉੱਪਰ ਦੱਸਦੇ ਵੀ ਦਰਾੜ ਏਡੀ ਵੱਡੀ ਨਹੀਂ ਹੈਗੀ ਜਿਹਨੂੰ ਇਹ ਵਧਾਈ ਜਾਂਦੇ ਆ। ਬਾਬਾ ਸਾਹਿਬ ਕਹਿੰਦੇ ਵੀ ਸਾਰੇ ਐਫਰਟ ਕਰ ਲਏ ਇਹਨਾਂ ਨੇ, ਸਾਰੇ ਢੰਗ ਤਰੀਕੇ ਇਹਨਾਂ ਨੇ, ਸਾਰੀਆਂ ਕੋਸ਼ਿਸ਼ਾਂ ਇਮਾਨਦਾਰੀ ਨਾਲ ਲਗਾਤਾਰ ਇਹ ਕੀਤੀਆਂ ਹੈਗੀਆਂ ਕਿ ਤਾਂ ਕਿ ਦੋਨਾਂ ਦੇ ਵਿੱਚ ਜਿਹੜੀ ਆ ਸ਼ਾਂਤੀ ਦਾ ਮਾਹੌਲ ਬਣ ਸਕੇ, ਪਰ ਨਹੀਂ ਬਣਿਆ। ਅੱਗੇ ਦੱਸਦੇ ਹੈਗੇ ਆ ਕਿ ਦੂਸਰੇ ਪਾਸੇ ਹੁਣ ਕੀ ਦੇਖਦੇ ਆ ਕਿ ਇੰਨੇ ਸਾਲਾਂ ਦੇ ਜਿਹੜੇ ਬੈਠਕਾਂ ਹੈਗੀਆਂ, ਇੰਨੇ ਸਾਲਾਂ ਦੀਆਂ ਜਿਹੜੀਆਂ ਮੀਟਿੰਗਾਂ ਕੀਤੀਆਂ ਇਹਨਾਂ ਨੇ, ਉਹਨਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ। ਹੁਣ ਮੁਸਲਮਾਨ ਜਿਹੜੇ ਆ ਉਹਨਾਂ ਦੀ ਵਰਤੀ ਚੇਂਜ ਹੋ ਗਈ ਆ। ਹੁਣ ਮੁਸਲਮਾਨ ਕਹਿੰਦੇ ਇੰਨੀ ਚੇਂਜ ਹੋ ਗਈ ਆ ਕਿ ਉਹ ਹੁਣ 2 ਨੇਸ਼ਨ ਥਿਊਰੀ ਦੀ, ਜਾਣੀ ਕਿ 2 ਦੇਸ਼ਾਂ ਦੇ ਸਿਧਾਂਤਾਂ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਆ, ਜਿਹਨੂੰ ਕਿ ਅਸੀਂ ਪਾਕਿਸਤਾਨ ਕਹਿੰਦੇ ਆ। ਹੁਣ ਉਹ ਪਾਕਿਸਤਾਨ ਦੇ ਵਿੱਚ ਯਕੀਨ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਹੁਣ ਬਾਬਾ ਸਾਹਿਬ ਕਹਿੰਦੇ ਆ ਕਿ ਆਪਾਂ ਹੁਣ ਇਹਨਾਂ ਦੇ ਮੇਨ ਲੀਡਰ ਦੀ ਆਪਾਂ ਉਹਦਾ ਜੈਸਚਰ, ਉਹਦਾ ਐਟੀਟਿਊਡ, ਉਹਦਾ ਰੁਖ ਦੇਖਣਾ ਸੀ, ਹੁਣ ਉਹ ਕਿੱਦਾਂ ਬਦਲਿਆ। ਕਹਿੰਦੇ ਜ਼ਿਨਾ ਦੀ ਆਪਾਂ ਐਗਜ਼ਾਮਪਲ ਦਿੰਦੇ ਆ ਵੀ ਜ਼ਿਨਾ ਜਿਹੜਾ ਆ ਇਹਨਾਂ ਦੇ ਵਿੱਚੋਂ ਪ੍ਰਮੁੱਖ ਹੈਗਾ ਆ। ਕਹਿੰਦੇ ਜਿਹੜਾ ਹਿੰਦੂ ਮੁਸਲਮ ਦੇ ਸੁਭਾਅ ਨੂੰ ਲੈ ਕੇ ਆਪਾਂ ਚੇਂਜ ਦੇਖਣਾ ਹੈਗਾ ਆ, ਜਿਨ੍ਹਾਂ ਦੇ ਅੰਦਰ ਜਿਹੜਾ ਆਇਆ ਹੈਗਾ ਆ ਉਹ ਹੈਰਤ ਕਰਨ ਵਾਲਾ ਹੈਗਾ ਆ। ਕਹਿੰਦੇ ਇਸ ਚੀਜ਼ ਨੂੰ ਸਿੱਧ ਕਰਨ ਦੇ ਲਈ ਵੀ ਹੁਣ ਉਸ ਵੇਲੇ ਮੁਸਲਮਾਨ ਕੀ ਸੋਚਦਾ ਸੀ, ਹੁਣ ਕੀ ਸੋਚਦਾ, ਇਹ ਬਾਬਾ ਸਾਹਿਬ ਕਹਿੰਦੇ ਸਾਨੂੰ ਕੰਪੈਰੀਜ਼ਨ ਕਰਨਾ ਪੈਣਾ। ਉਹਨਾਂ ਨੇ ਜਿਹੜੇ ਭਾਸ਼ਣ ਦਿੱਤੇ ਹੈਗੇ ਆ
ਜਾਂ ਜੋ ਉਹਨਾਂ ਨੇ ਬੋਲਿਆ ਹੈਗਾ ਆ ਉਹ ਦੇਖਣਾ ਪੈਣਾ, ਜੋ ਉਹਨਾਂ ਨੇ ਸਪੀਚਾਂ ਦਿੱਤੀਆਂ। ਬਾਬਾ ਸਾਹਿਬ ਕਹਿੰਦੇ ਵੀ ਉਹਨਾਂ ਦੀਆਂ ਪਿੱਛੇ 1906 ਦੇ ਵਿੱਚ ਜਿਨ੍ਹਾਂ ਨੂੰ ਆਪਾਂ ਦੇਖਾਂਗੇ, ਆਪਾਂ ਨੂੰ ਸਟੱਡੀ ਕਰਨ ਦੀ ਲੋੜ ਹੈਗੀ ਹੈ ਕਿ ਜਿਨ੍ਹਾਂ ਨੇ 1906 ਦੇ ਵਿੱਚ ਕਿਹੜੀਆਂ ਜਿਹੜੀਆਂ ਗੱਲਾਂ ਕਹੀਆਂ ਸੀਗੀਆਂ, ਕਿੱਦਾਂ ਉਹ ਅੱਜ ਚੇਂਜ ਹੋਇਆ, ਉਹਦਾ ਕੰਪੈਰੀਜ਼ਨ ਕਰਨਾ। ਤੇ ਬਾਬਾ ਸਾਹਿਬ ਕਹਿੰਦੇ ਵੀ 1906 ਤੋਂ ਸ਼ੁਰੂ ਹੁੰਨੇ ਹੈਗੇ ਆ। ਜਿਹੜੀ ਮੁਸਲਿਮ ਕਮਿਊਨਿਟੀ ਸੀਗੀ, ਕਹਿੰਦੇ ਉਹ ਲਾਰਡ ਮਿੰਟੋ ਦੀ ਉਹ ਵੇਟ ਕਰਦਾ ਸੀ ਤਾਂ ਕਿ ਜਿਹੜੀ ਉਹਨਾਂ ਦੀ ਡਿਮਾਂਡ ਸੀਗੀ ਸੈਪਰੇਟ ਇਲੈਕਟੋਰੇਟ ਦੀ, ਉਹ ਮੰਨੀ ਜਾਵੇ। ਤੇ ਕਹਿੰਦੇ ਇਹ ਵੀ ਗੱਲ ਨੋਟ ਕਰਨ ਵਾਲੀ ਹੈਗੀ ਆ ਕਿ ਜਿਨ੍ਹਾਂ ਸੀਗਾ ਉਹ ਜਿਹੜਾ ਜਥਾ ਸੀ ਮੁਸਲਮਾਨਾਂ ਦਾ, ਜਿਹੜਾ ਇਹ ਮੰਗ ਕਰ ਰਿਹਾ ਸੀ, ਡਿਮਾਂਡ ਕਰ ਰਿਹਾ ਸੀ ਸੈਪਰੇਟ ਇਲੈਕਟੋਰੇਟ ਦਾ, ਜਿਨ੍ਹਾਂ ਉਹਦਾ ਮੈਂਬਰ ਨਹੀਂ ਸੀਗਾ। ਕਹਿੰਦੇ ਚਾਹੇ ਉਹਨੂੰ ਮੰਗ ਪੱਤਰ ਭੇਜਿਆ ਸੀ ਇਨਵਾਈਟ ਕਰਨ ਦੇ ਲਈ, ਉਹਨੂੰ ਕਿਹਾ ਸੀਗਾ ਸੱਦਾ ਪੱਤਰ ਉਹਨੂੰ ਚਾਹੇ ਭੇਜਿਆ ਸੀ ਉਸ ਜਥੇ ਨੂੰ ਜੁਆਇਨ ਕਰਨ ਦੇ ਲਈ, ਚਾਹੇ ਨਹੀਂ ਭੇਜਿਆ ਸੀ, ਜਾਂ ਭੇਜਿਆ ਸੀ ਜਾਂ ਉਹਨੇ ਆਪ ਮਨਾ ਕਰ ਦਿੱਤਾ, ਕਹਿੰਦੇ ਇਹਦੇ ਬਾਰੇ ਸਾਨੂੰ ਨਹੀਂ ਪਤਾ। ਪਰ ਜਿਹੜੇ ਤੱਥ ਆ ਕਹਿੰਦੇ ਉਹ ਹਜੇ ਵੀ ਉਹੀ ਕਹਿ ਰਹੇ ਹੈਗੇ ਆ ਕਿ ਜਿਨ੍ਹਾਂ ਨੇ ਕਦੀ ਵੀ ਸਪੋਰਟ ਨਹੀਂ ਕੀਤੀ ਸੈਪਰੇਟ ਇਲੈਕਟੋਰੇਟ ਨੂੰ, ਜਿਹੜੇ ਕਿ ਬਾਕੀ ਮੁਸਲਮਾਨ ਜਿਹੜੇ ਆ ਉਹ ਸਪੋਰਟ ਕਰਦੇ ਸੀਗੇ। ਕਹਿੰਦੇ ਮਿਸਟਰ ਜਿਨ੍ਹਾਂ ਜਿਹੜਾ ਸੀਗਾ 1918 ਦੇ ਵਿੱਚ ਉਹ ਆਪਣੀ ਮੈਂਬਰਸ਼ਿਪ ਜਿਹੜੀ ਆ ਉਹ ਇੰਪੀਰੀਅਲ ਲੈਜਿਸਲੇਟਿਵ ਕਾਉਂਸਲ ਦੇ ਵਿੱਚੋਂ ਆਪਣੀ ਜਿਹੜੀ ਸੈਂਟਰ ਦੀ ਹੈਗੀ ਆ, ਉਹਦੇ ਵਿੱਚੋਂ ਉਹ ਅਸਤੀਫਾ ਦੇ ਦਿੰਦਾ ਆ। ਕਿਉਂ ਦਿੰਦਾ ਆ? ਰੌਲਟ ਬਿੱਲ ਦੇ ਅਗੇਂਸਟ ਉਹ ਅਸਤੀਫਾ ਦੇ ਦਿੰਦਾ। 1919 ਦੇ ਵਿੱਚ ਕਹਿੰਦੇ ਉਹ ਜੁਆਇੰਟ ਕਮੇਟੀ ਜਿਹੜੀ ਪਾਰਲੀਮੈਂਟ ਵੱਲੋਂ ਜੁਆਇੰਟ ਕਮੇਟੀ ਜਿਹੜੀ ਆ ਨਿਰਧਾਰਿਤ ਕੀਤੀ ਹੁੰਦੀ ਆ, ਜਿਹਦਾ ਡਿਸਕਸ਼ਨ ਹੁੰਦੀ ਆ ਗਵਰਨਮੈਂਟ ਆਫ ਇੰਡੀਆ ਰੀਫਾਰਮ ਬਿੱਲ ਦੇ ਉੱਤੇ, ਜਿਹਨੇ ਡਿਸਕਸ਼ਨ ਕਰਨੀ ਹੁੰਦੀ ਆ, ਕਹਿੰਦੇ ਵੀ ਜਿਨ੍ਹਾਂ ਉੱਥੇ ਵੀ ਆਪਣਾ ਪ੍ਰਮਾਣ ਪੱਤਰ ਉਹਨਾਂ ਦੇ ਮੂਹਰੇ ਜਾ ਕੇ ਦਿੰਦਾ ਆ, ਜਿਨ੍ਹਾਂ ਦਾ ਮੈਂਬਰ ਵੀ ਰਿਹਾ ਇੱਕ ਸਮੇਂ। ਪਰ ਕਹਿੰਦੇ ਵੀ ਮੁਸਲਮਾਨਾਂ ਦੇ ਨਾਲ ਜਿਹੜੀ ਦੂਸਰੀ ਪਾਰਟੀਆਂ ਦੀ ਉਹਦੀ ਜਿਹੜੀ ਮੁਸਲਮਾਨਾਂ ਦੇ ਨਾਲ ਉਹਦੀ ਮੈਂਬਰਸ਼ਿਪ ਸੀਗੀ, ਮੁਸਲਿਮ ਲੀਗ ਦੇ ਨਾਲ ਉਹਦੀ ਮੈਂਬਰਸ਼ਿਪ ਸੀ, ਪਰ ਉਹਦੀ ਜਿਹੜੀ ਮੈਂਬਰਸ਼ਿਪ ਆ ਉਹ ਕਦੀ ਵੀ ਉਹਦੀ ਵਫਾਦਾਰੀ ਦੇ ਰਾਹ ਦੇ ਵਿੱਚ ਨਹੀਂ ਆਈ, ਕਿਉਂਕਿ ਉਹ 3 ਪਾਰਟੀਆਂ ਦੇ ਮੈਂਬਰ ਸੀ। ਇਹਦੀ ਉਦਾਹਰਨ ਦੱਸਦੇ ਹੈਗੇ ਆ ਕਿ ਜਦੋਂ ਜਿਨ੍ਹਾਂ ਗਵਾਹੀ ਦੇਣ ਗਿਆ ਸੀ ਮੁਸਲਿਮ ਲੀਗ ਦੇ ਹਵਾਲੇ ਤੋਂ, ਜਦੋਂ ਗਵਾਹੀ ਦੇਣ ਗਿਆ ਸੀਗਾ, ਉਦੋਂ ਕੀ ਹੋਇਆ ਸੀ? ਕਹਿੰਦਾ ਵੀ ਜਿਨ੍ਹਾਂ ਨੇ ਕਿਹਾ ਸੀਗਾ ਕਿ ਭਾਵੇਂ ਕਿ ਮੈਂ ਮੁਸਲਿਮ ਲੀਗ ਤੋਂ ਆ, ਪਰ ਮੈਂ ਭਾਵੇਂ ਕਿ ਮੈਂ ਮੁਸਲਿਮ ਲੀਗ ਦਾ ਤੇ ਕਾਂਗਰਸ ਦਾ ਮੈਂ ਮੈਂਬਰ ਹੈਗਾ ਆ, ਪਰ ਜਦੋਂ ਉਹਨੇ ਆਪਣੇ ਐਵੀਡੈਂਸ, ਜਦੋਂ ਉਹਨੇ ਪ੍ਰਮਾਣ ਜਿਹੜਾ ਆ ਜੁਆਇੰਟ ਪਾਰਲੀਮੈਂਟ ਕਮੇਟੀ ਦੇ ਮੂਹਰੇ ਰੱਖਿਆ ਸੀਗਾ, ਉਹਨੇ ਦੱਸਿਆ ਸੀਗਾ ਕਿ ਮੈਂ ਇਹਨਾਂ ਦੇ ਨਾਲ ਕਈ ਗੱਲਾਂ ਤੇ ਸਹਿਮਤ ਨਹੀਂ ਸੀਗਾ। ਤੇ ਹਾਂ, ਉਹਨੇ ਇਹ ਵੀ ਕਿਹਾ, ਕਿਉਂਕਿ ਉਹ ਤੀਸਰੀ ਪਾਰਟੀ ਜਿਹੜੀ ਹੋਮ ਰੂਲ ਲੀਗ ਸੀ ਉਹਦਾ ਵੀ ਮੈਂਬਰ ਸੀਗਾ, ਪਰ ਉਹ ਕਿਉਂ ਸੀਗਾ? ਕਿਉਂਕਿ ਹੋਮ ਰੂਲ ਲੀਗ ਇਹਨਾਂ ਦੇ ਨਾਲ ਕੁਝ ਗੱਲਾਂ ਕਰਕੇ ਸਹਿਮਤ ਨਹੀਂ ਸੀ, ਪਰ ਉਹਨੇ ਉਹ ਗੱਲਾਂ ਉੱਥੇ ਦੱਸੀਆਂ ਨਹੀਂ ਉਹਨਾਂ ਨੂੰ, ਹੈਨਾ, ਉਹਨੇ ਡਿਸਕਲੋਜ਼ ਨਹੀਂ ਕੀਤੀਆਂ। ਪਰ ਉਹਨੇ ਜ਼ਰੂਰ 3 ਪਾਰਟੀ ਦਾ ਮੈਂਬਰ ਰਿਹਾ, ਪਰ ਉਹ ਪੂਰਾ ਵਫਾਦਾਰ ਰਿਹਾ। ਕਹਿੰਦੇ ਇੱਕ ਆਜ਼ਾਦ, ਇੱਕ ਦੇਸ਼ ਭਗਤ ਸੀਗਾ ਜਿਨ੍ਹਾਂ ਉਸ ਵੇਲੇ, ਤੇ ਉਹਦਾ ਜਿਹੜਾ ਰਿਲੇਸ਼ਨ ਆ ਆਪਣੇ ਦੇਸ਼ ਦੇ ਪ੍ਰਤੀ, ਭਾਰਤ ਦੇ ਪ੍ਰਤੀ, ਕਿਸੇ ਟਾਈਮ ਵਧੀਆ ਸੀਗਾ, ਸ਼ਲਾਘਾਯੋਗ ਸੀਗਾ। ਉਹ ਇੱਕ ਸੱਚਾ ਦੇਸ਼ ਭਗਤ ਸੀਗਾ। ਤੇ ਜਦੋਂ ਆਪਾਂ ਰਿਲੇਸ਼ਨ ਦੇਖਦੇ ਹਾਂ ਖਿਲਾਫਤ ਮੂਵਮੈਂਟ ਨੂੰ ਲੈ ਕੇ, ਸਾਰੇ ਮੁਸਲਮਾਨਾਂ ਨੇ ਖਿਲਾਫਤ ਮੂਵਮੈਂਟ ਦੀ ਸਪੋਰਟ ਕੀਤੀ ਸੀ। ਉਦੋਂ ਆਪਾਂ ਦੇਖਣਾ ਵੀ ਜਿਨ੍ਹਾਂ ਜਿਹੜਾ ਆ ਖਿਲਾਫਤ ਮੂਵਮੈਂਟ ਦੇ ਬਾਰੇ ਕੀ ਸੋਚਦਾ ਸੀਗਾ। ਕਹਿੰਦੇ ਖਿਲਾਫਤ ਮੂਵਮੈਂਟ 1920 ਦੇ ਵਿੱਚ ਸਟਾਰਟ ਹੁੰਦੀ ਹੈਗੀ ਆ। ਖਿਲਾਫਤ ਮੂਵਮੈਂਟ ਇੰਨੀ ਜ਼ਿਆਦਾ ਤੇਜ਼ ਸੀਗੀ ਕਿ ਜਿੰਨੀਆਂ ਵੀ ਜਿਹੜੀਆਂ ਮੁਸਲਿਮ ਲੀਗ ਦੇ ਕੰਮ ਸੀਗੇ ਉਹ ਸਾਰੇ ਇਸ ਮੂਵਮੈਂਟ ਦੇ ਥੱਲੇ ਹੋਣ ਲੱਗ ਪਏ, ਇਸ ਅੰਦੋਲਨ ਦੇ ਥੱਲੇ ਹੋਣ ਲੱਗ ਗਏ, ਜਦ ਤੱਕ ਇਹ ਮੂਵਮੈਂਟ ਖਤਮ ਨਹੀਂ ਹੋਈ 1924 ਦੇ ਵਿੱਚ। 1924 ਤੱਕ ਕਹਿੰਦੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਖਿਲਾਫਤ ਅੰਦੋਲਨ ਦਾ ਬੋਲਬਾਲਾ ਸੀਗਾ, ਕੋਈ ਵੀ ਮੁਸਲਮਾਨ ਲੀਡਰ ਜਿਹੜਾ ਆ ਉਹ ਮੁਸਲਮਾਨਾਂ ਦੇ ਨਾਲ, ਮੁਸਲਮਾਨ ਜਨਤਾ ਦੇ ਨਾਲ ਉਹ ਰੂਬਰੂ ਨਹੀਂ ਹੋ ਸਕਦਾ ਸੀ ਜਦ ਤੱਕ ਉਹ ਖਿਲਾਫਤ ਅੰਦੋਲਨ, ਜਿਹੜਾ ਖਿਲਾਫਤ ਕਾਨਫਰੰਸ ਆ, ਉਹਦੇ ਮੰਚ ਤੋਂ ਉਹ ਰੂਬਰੂ ਨਹੀਂ ਹੁੰਦਾ ਸੀਗਾ, ਜਦ ਤੱਕ ਬੋਲਦਾ ਨਹੀਂ ਸੀਗਾ। ਤੇ ਇਦਾਂ ਹੀ ਕਹਿੰਦੇ ਵੀ ਇਹ ਇੱਕੋ ਹੀ ਇੱਕ ਪਲੇਟਫਾਰਮ ਸੀਗਾ ਜਿਹੜਾ ਕਿ ਮੁਸਲਮਾਨਾਂ ਦੇ ਨਾਲ ਰਾਬਤਾ ਕਰਨ ਦਾ ਸੀਗਾ। ਤੇ ਉਸ ਵੇਲੇ ਵੀ ਜਿਨ੍ਹਾਂ ਨੇ ਜਿਹੜਾ ਖਿਲਾਫਤ ਕਾਨਫਰੰਸ ਆ ਉਹਦੇ ਵਿੱਚ ਹਿੱਸਾ ਲੈਣ ਤੋਂ ਮਨਾ ਕਰ ਦਿੱਤਾ। ਉਸ ਵੇਲੇ ਇੱਕ ਉਹ ਆਮ, ਜਿਹਨੂੰ ਆਪਾਂ ਕਹਿੰਦੇ ਆ ਵੀ ਧਾਰਮਿਕ ਤੌਰ ਤੇ ਆਪਾਂ ਕਹਿ ਸਕਦੇ ਹਾਂ ਜਾਂ ਕਾਨੂੰਨੀ ਤੌਰ ਤੇ ਆਪਾਂ ਕਹਿ ਸਕਦੇ ਹਾਂ ਧਾਰਮਿਕ, ਉਹਦਾ ਧਰਮ ਜ਼ਰੂਰ ਉਹਦਾ ਮੁਸਲਮਾਨ ਸੀਗਾ, ਪਰ ਜਿਹੜੀ ਹੁਣ ਉਹਦੇ ਅੰਦਰ ਧਾਰਮਿਕ ਆਪਣੀ ਅੱਗ ਜਗ ਰਹੀ ਹੈਗੀ ਆ ਇੱਕ ਕੱਟੜ ਮੁਸਲਮਾਨ ਹੋਣ ਦੀ, ਉਸ ਵੇਲੇ ਨਹੀਂ ਸੀ। ਤੇ ਕਹਿੰਦੇ ਉਹਨੇ ਖਿਲਾਫਤ ਮੂਵਮੈਂਟ ਦਾ ਸਾਥ ਨਹੀਂ ਦਿੱਤਾ। ਉਸ ਵੇਲੇ ਜਿਹੜਾ ਖਿਲਾਫਤ ਅੰਦੋਲਨ ਸੀ ਉਹਦਾ ਸਾਥ ਨਹੀਂ ਦਿੱਤਾ। ਉਹਨੇ ਇਹ ਵੀ ਬੋਲਿਆ ਸੀਗਾ ਕਿ ਮੈਂ ਖਿਲਾਫਤ ਦਾ ਸਾਥ ਨਹੀਂ ਦਿਆਂਗਾ, ਕਿਉਂਕਿ ਉਹ ਭਾਰਤ ਦੇ ਮੁਸਲਮਾਨਾਂ ਦੇ ਖਿਲਾਫ ਸੀਗਾ ਕਿ ਕੋਈ ਵੀ ਬਾਹਰੋਂ ਜਿਹੜਾ
ਮੁਸਲਮਾਨ ਕੰਟਰੀ ਆ ਉਹਨਾਂ ਦੇ ਨਾਲ ਭਾਰਤ ਦੇ ਮੁਸਲਮਾਨ ਆਪਣੇ ਸੰਬੰਧ ਬਣਾ ਕੇ ਭਾਰਤ ਦੇ ਹਾਲਾਤ ਜਾਂ ਮਾਹੌਲ ਨਾ ਖਰਾਬ ਕਰਨ। ਉਹ ਇਸ ਚੀਜ਼ ਦੇ ਬਿਲਕੁਲ ਖਿਲਾਫ ਸੀਗਾ ਬਈ ਇਹ ਚੀਜ਼ ਬਿਲਕੁਲ ਗਲਤ ਹੈਗੀ ਆ। ਫਿਰ ਕਹਿੰਦੇ ਆ ਜਿਨ੍ਹਾਂ ਜਿਹੜਾ ਆ ਜਦੋਂ ਕਾਂਗਰਸ ਜਦੋਂ ਹੁਕਮ ਅੰਦੂਲੀ ਜਾਂ ਸਿਵਲ ਡਿਸਓਬੀਡੀਐਂਸ ਜਿਹੜੀ ਆ ਉਹਦਾ ਉਹ ਸ਼ੁਰੂ ਕਰਦੀ, ਅੰਦੋਲਨ ਸ਼ੁਰੂ ਕਰਦੀ ਆ ਤੇ ਕੌਂਸਲ ਜਿਹੜੇ ਹੁੰਦੇ ਆ ਉਹਨਾਂ ਦਾ ਬਾਈਕਾਟ ਕਰਦੀ ਆ ਤੇ ਜਿਨ੍ਹਾਂ ਕਾਂਗਰਸ ਨੂੰ ਛੱਡ ਦਿੰਦਾ ਹੈਗਾ ਆ। ਪਰ ਉਹਨੇ ਕਦੀ ਵੀ ਕਾਂਗਰਸ ਨੂੰ ਇਦਾਂ ਨਿੰਦਿਆ ਨਹੀਂ ਕਿ ਇਹ ਹਿੰਦੂਆਂ ਦੀ ਜਿਹੜੀ ਆ ਉਹ ਜਥੇਬੰਦੀ ਹੈਗੀ ਆ। ਅੱਗੇ ਦੱਸਦੇ ਹੈਗੇ ਆ ਕਿ ਜਦੋਂ ਕਹਿੰਦੇ ਵੀ ਜਦੋਂ ਖਿਲਾਫਤ ਮੂਵਮੈਂਟ ਜਿਹੜੀ ਆ ਉਹ ਬੰਦ ਹੁੰਦੀ ਆ ਉਦੋਂ ਮੁਸਲਮਾਨ ਜਿਹੜੇ ਆ ਉਹ ਦੁਬਾਰਾ ਭਾਰਤ ਦੀਆਂ ਰਾਜਨੀਤਿਕ ਜਿਹੜੀਆਂ ਗਤੀਵਿਧੀਆਂ ਉਹਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੰਦੇ ਹੈਗੇ ਆ। ਕਹਿੰਦੇ ਇੱਕ ਸੈਸ਼ਨ ਹੁੰਦਾ ਆ ਜਿਹੜਾ ਕਿ ਇੱਕ ਬੰਬੇ ਲੀਗ ਦੇ ਮੁਸਲਮਾਨ ਲੀਗ ਦੇ ਵੱਲੋਂ ਇੱਕ ਸੈਸ਼ਨ ਕੀਤਾ ਜਾਂਦਾ ਆ ਬੰਬੇ ਵਿੱਚ 30 ਦਸੰਬਰ 1924 ਨੂੰ ਮਿਸਟਰ ਰਾਜਾ ਅਲੀ ਦੀ ਪ੍ਰਧਾਨਗੀ ਦੇ ਹੇਠ। ਤੇ ਉੱਥੇ ਕਹਿੰਦੇ ਵੀ ਉਹ ਜਿੰਨਾ ਵੀ ਮੌਜੂਦ ਸੀਗਾ ਤੇ ਮਿਸਟਰ ਮੁਹੰਮਦ ਅਲੀ ਵੀ ਮੌਜੂਦ ਸੀਗਾ। ਉਹਦੇ ਵਿੱਚ ਉਹ ਬਿਆਨ ਦਿੰਦੇ ਹੈਗੇ ਆ ਕਿ ਸਾਨੂੰ ਉਹਦੇ ਵਿੱਚ ਜਿਨ੍ਹਾਂ ਜਿਹੜੇ ਆ ਤੇ ਮੁਹੰਮਦ ਅਲੀ ਪ੍ਰੈਜ਼ੈਂਟ ਹੁੰਦੇ ਆ ਉਹ ਸੈਸ਼ਨ ਦੇ ਵਿੱਚ ਜਿਹੜਾ ਮਤਾ ਪਾਇਆ ਜਾਂਦਾ ਹੈਗਾ ਆ ਕਿ ਸਾਨੂੰ ਵੱਖਰੀਆਂ ਜਿਹੜੀਆਂ ਮੁਸਲਮਾਨਾਂ ਦੀਆਂ ਭਾਰਤ ਦੀਆਂ ਜਥੇਬੰਦੀਆਂ ਹੈਗੀਆਂ ਆ ਉਹ ਉਹਨਾਂ ਨੂੰ ਮਿਲਣਾ ਚਾਹੀਦਾ ਆ, ਜਾਂ ਦਿੱਲੀ ਵਿੱਚ ਮਿਲਣਾ ਚਾਹੀਦਾ ਆ ਜਾਂ ਕਿਤੇ ਸੈਂਟਰ ਜਗ੍ਹਾ ਦੇ ਉੱਤੇ ਮਿਲਣਾ ਚਾਹੀਦਾ ਆ, ਤਾਂ ਕਿ ਜਿਹੜੀ ਮੁਸਲਮਾਨਾਂ ਦੀ ਕਮਿਊਨਿਟੀ ਹੈਗੀ ਆ, ਜਿਹੜੀ ਮੁਸਲਮਾਨੀ ਲੋਕ ਹੈਗੇ ਆ, ਉਹਨਾਂ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਆ ਤੇ ਉਹਨਾਂ ਨੂੰ ਯੂਨਾਈਟ ਕਰਨ ਦੇ ਲਈ ਜਾਂ ਠੋਸ ਵਿਵਹਾਰਕ ਸਰਗਰਮੀਆਂ ਕਰਨ ਦੇ ਲਈ ਉਹਨਾਂ ਦੀ ਜਿਹੜੀਆਂ ਮੰਗਾਂ ਹੈਗੀਆਂ ਆ ਉਹਨਾਂ ਨੂੰ ਮੱਦੇਨਜ਼ਰ ਰੱਖਿਆ ਜਾਵੇ। ਜਿਨ੍ਹਾਂ ਉੱਥੇ ਗੱਲ ਕਹਿੰਦਾ ਬੜੀ ਇੰਪੋਰਟੈਂਟ, ਜਿਨ੍ਹਾਂ ਕਹਿੰਦਾ ਹੈਗਾ ਆ ਕਿ ਸਾਡਾ ਮੁਸਲਮਾਨ ਜਿਹੜੀਆਂ ਕਮਿਊਨਿਟੀਜ਼ ਹੈਗੀਆਂ ਆ ਉਹਨਾਂ ਨੂੰ ਇਕੱਠੇ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਹਿੰਦੂਆਂ ਦੇ ਖਿਲਾਫ ਲੜਾਈ ਕਰੀਏ ਜਾਂ ਹਿੰਦੂਆਂ ਦੇ ਖਿਲਾਫ। ਸਾਡਾ ਮਤਲਬ ਇਹ ਆ ਕਿ ਅਸੀਂ ਇਕੱਠੇ ਹੋਈਏ ਕਿਉਂਕਿ ਸਾਡੀ ਸਾਂਝੀ ਮਾਤਰ ਭੂਮੀ ਹੈਗੀ ਆ। ਕਹਿੰਦੇ ਇੱਕ ਵਾਰੀ ਤਾਂ ਉਹ ਆਪਣੇ ਆਪ ਨੂੰ ਇਦਾਂ ਵੀ ਤਿਆਰ ਹੋ ਗਿਆ ਸੀਗਾ ਕਿ ਜਿਹੜੇ ਮੁਸਲਮਾਨ ਆ ਉਹਨਾਂ ਨੂੰ ਹਿੰਦੂ ਮਹਾਸਭਾ ਦੇ ਨਾਲ ਹੱਥ ਮਿਲਾਉਣੇ ਚਾਹੀਦੇ ਆ ਕਿਉਂਕਿ ਸਾਨੂੰ ਦੁਨੀਆ ਨੂੰ ਇਹ ਦਿਖਾ ਦੇਣਾ ਚਾਹੀਦਾ ਹੈ ਕਿ ਜਿਹੜੇ ਹਿੰਦੂ ਆ ਤੇ ਮੁਸਲਮਾਨ ਸਾਰੇ ਭਰਾ ਹੈਗੇ ਆ। ਕਹਿੰਦੇ ਫਿਰ ਲੀਗ ਜਿਹੜੀ ਆ ਉਹ ਇਸੇ ਤਰੀਕੇ ਨਾਲ ਕਹਿੰਦੇ ਵੀ ਇੱਕ ਰੈਜ਼ੋਲੂਸ਼ਨ ਪਾਸ ਕਰਦੀ ਆ ਉਹ ਸੇਮ ਸੈਸ਼ਨ ਦੇ ਵਿੱਚ ਜਿਹਦੇ ਵਿੱਚ 33 ਜਿਹੜੇ ਆ ਸਿਰ ਕੱਢਵੇਂ ਮੁਸਲਮਾਨਾਂ ਦੇ ਲੀਡਰ ਜਿਹੜੇ ਆ ਉਹ ਇੱਕ ਕਮੇਟੀ ਵਜੋਂ ਕਹਿੰਦੇ ਤਲਬ ਕੀਤੇ ਜਾਂਦੇ ਹੈਗੇ ਆ ਜਿਨ੍ਹਾਂ ਨੇ ਡਿਮਾਂਡਾਂ ਪੋਲੀਟੀਕਲ ਡਿਮਾਂਡਾਂ ਸਿਆਸੀ ਡਿਮਾਂਡਾਂ ਜਿਹੜੀਆਂ ਮੁਸਲਮਾਨਾਂ ਦੀਆਂ ਰੱਖਣੀਆਂ ਸੀਗੀਆਂ ਜਾਂ ਉਹਨਾਂ ਤੇ ਕੰਮ ਕਰਨਾ ਸੀਗਾ। ਕਹਿੰਦੇ ਹੁਣ ਅਸੀਂ ਇਹ ਦੇਖਦੇ ਹਾਂ ਕਿ ਇਹ ਜਿਹੜੀਆਂ ਆਲ ਪਾਰਟੀਜ਼ ਕਾਨਫਰੰਸ ਜਿਹੜੀ 1925 ਨੂੰ ਹੁੰਦੀ 28 ਨੂੰ ਹੁੰਦੀਆਂ ਇਹ ਫੇਲ ਹੁੰਦੀਆਂ ਹੈਗੀਆਂ ਆ। ਪਰ ਜਿਹੜਾ ਹੈਗਾ ਆ ਜਿੱਥੇ ਸਾਰੇ ਮੁਸਲਮਾਨ ਸੈਪਰੇਟ ਇਲੈਕਟੋਰੇਟ ਦੇ ਉੱਤੇ ਸੰਤੁਸ਼ਟ ਸੀਗੇ ਤੇ ਜਿਹੜਾ ਆ ਉਹ ਜੁਆਇੰਟ ਇਲੈਕਟੋਰੇਟ ਕਹਿ ਰਿਹਾ ਸੀ ਜਿਹਦੀ ਹਿੰਦੂ ਮੰਗ ਕਰ ਰਹੇ ਸੀਗੇ ਤੇ ਉਹਨੇ ਆਪਣਾ 1927 ਦੇ ਵਿੱਚ ਜੋ ਬਿਆਨ ਦਿੱਤਾ ਕਹਿੰਦੇ ਉਹਦੇ ਵਿੱਚ ਉਹ ਕਹਿ ਰਿਹਾ ਹੈਗਾ ਕਿ ਸੈਪਰੇਟ ਇਲੈਕਟੋਰੇਟ ਦੇ ਨਾਲ ਮੈਂ ਬੱਝਿਆ ਨਹੀਂ ਹੈਗਾ ਹਨਾ। ਸੋ ਇਦਾਂ ਦੀਆਂ ਗੱਲਾਂ ਜਿਨ੍ਹਾਂ ਦੇ ਵਿੱਚ ਸੀਗੀਆਂ ਹੁਣ ਉਹ ਪੂਰਾ ਚੇਂਜ ਹੋ ਚੁੱਕਿਆ। ਹੁਣ ਬਾਬਾ ਸਾਹਿਬ ਕਹਿੰਦੇ ਵੀ ਉਹਨੇ ਕੀ ਕੀਤਾ, ਜਿਨ੍ਹਾਂ ਨੇ 1928 ਦੇ ਵਿੱਚ ਜਦੋਂ ਸਾਈਮਨ ਕਮਿਸ਼ਨ ਆਇਆ ਉਹ ਕਾਂਗਰਸ ਨਾਲ ਰਲ ਕੇ ਉਹਨੇ ਸਾਈਮਨ ਕਮਿਸ਼ਨ ਦਾ ਵਿਰੋਧ ਵੀ ਕੀਤਾ ਤੇ ਭਾਵਾਂ ਕਿ ਜਿਹੜੇ ਹਿੰਦੂ ਤੇ ਮੁਸਲਮਾਨ ਆ ਉਹ ਜਿਹੜਾ ਉਹਨਾਂ ਵਿੱਚ ਕੋਈ ਸਮਝੌਤਾ ਨਹੀਂ ਸੀ। ਭਾਵਾਂ ਕਿ ਮੁਸਲਿਮ ਲੀਗ ਉਸ ਵੇਲੇ ਦੋ ਭਾਗਾਂ 'ਚ ਵੰਡੀ ਗਈ ਕਿਉਂਕਿ ਇੱਕ ਲੀਗ ਦਾ ਹਿੱਸਾ ਇਹ ਸੀਗਾ ਕਿ ਜਿਹੜਾ ਸਾਈਮਨ ਕਮਿਸ਼ਨ ਦਾ ਸਾਥ ਦੇ ਰਿਹਾ ਸੀ, ਦੂਸਰਾ ਮੁਸਲਿਮ ਲੀਗ ਦਾ ਹਿੱਸਾ ਸੀ ਜਿਹੜਾ ਸਾਈਮਨ ਕਮਿਸ਼ਨ ਦਾ ਵਿਰੋਧ ਕਰ ਰਿਹਾ ਸੀ। ਸੋ ਉਸ ਵੇਲੇ ਵੀ ਕਹਿੰਦੇ ਵੀ ਉਹਨੇ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਹੈਗਾ ਆ। ਉਹ ਚਾਹੁੰਦਾ ਸੀਗਾ ਕਿ ਮਤਲਬ ਕਿ ਜਿਹੜੇ ਸਾਡੇ ਦੇਸ਼ ਦੇ ਜਿਹੜੇ ਨਿਪਟਾਰੇ ਆ ਅਸੀਂ ਦੇਸ਼ ਦੇ ਵਿੱਚ ਆਪ ਕਰੀਏ। ਤੇ ਕਹਿੰਦੇ ਜਦੋਂ ਕੋਈ ਜਿਨ੍ਹਾਂ ਨੂੰ ਇੱਕ ਕਿਊਮਨਲਿਸਟ ਕਹਿੰਦਾ ਸੀ ਭਾਵ ਕਿ ਆਪਣੇ ਫਿਰਕੇ ਬਾਰੇ ਸੋਚਣ ਵਾਲਾ, ਆਪਣੀ ਕਮਿਊਨਿਟੀ ਬਾਰੇ ਸੋਚਣ ਵਾਲਾ ਤੇ ਜਿਨ੍ਹਾਂ ਗੁੱਸੇ ਵੀ ਹੁੰਦਾ ਸੀਗਾ। ਕਹਿੰਦੇ ਜਿਨ੍ਹਾਂ ਦੇ ਨਾਲ ਮੈਂ ਬਰਕਤ ਅਲੀ ਦੀ ਵੀ ਗੱਲ ਕਰਦਾ, ਜਿਹੜਾ ਬਰਕਤ ਅਲੀ ਸੀਗਾ ਕਹਿੰਦੇ ਉਹ ਜਿਨ੍ਹਾਂ ਦਾ ਫਾਲੋਅਰ ਸੀਗਾ, ਉਹਦਾ ਮਰੀਜ਼ ਸੀਗਾ ਤੇ ਬਹੁਤ ਤਕੜਾ ਸਪੋਰਟਰ ਜਿਹੜਾ ਹੈਗਾ ਪਾਕਿਸਤਾਨ ਦਾ ਹੈਗਾ ਆ। ਕਹਿੰਦੇ ਜਦੋਂ ਮੁਸਲਿਮ ਲੀਗ ਦੋ ਭਾਗਾਂ 'ਚ ਵੰਡੀ ਗਈ ਸੀ, ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਕਿ ਮੁਸਲਿਮ ਲੀਗ ਕੁਛ ਉਹਦਾ ਹਿੱਸਾ ਸੀ ਜਿਹੜਾ ਸਾਈਮਨ ਕਮਿਸ਼ਨ ਦੀ ਸਪੋਰਟ ਕਰਦਾ ਸੀ, ਕੁਛ ਉਹਦਾ ਹਿੱਸਾ ਸੀ ਸਾਈਮਨ ਕਮਿਸ਼ਨ ਦਾ ਵਿਰੋਧ ਕਰਦਾ ਸੀ। ਉਸ ਵੇਲੇ ਦੋ ਭਾਗਾਂ 'ਚ ਵੰਡੀ ਗਈ। ਇੱਕ ਭਾਗ ਤਾਂ ਸੀਗਾ ਸਰ ਮੁਹੰਮਦ ਸਾਫੀ ਸੀਗਾ ਉਹਦਾ ਨਾਮ, ਜਿਹੜਾ ਸਾਈਮਨ ਕਮਿਸ਼ਨ ਨੂੰ ਸਪੋਰਟ ਕਰਦਾ ਸੀ। ਦੂਸਰਾ ਹਿੱਸਾ ਮੁਹੰਮਦ ਜਿਨ੍ਹਾਂ ਦੇ ਵੱਲੋਂ ਚਲਾਇਆ ਜਾ ਰਿਹਾ ਸੀਗਾ ਉਹ ਕਾਂਗਰਸ ਦਾ ਪਲਾਨ, ਜਿਹੜਾ ਕਾਂਗਰਸ ਨੇ ਪਲਾਨ ਕੀਤਾ ਸੀ ਉਹਨੂੰ ਸਪੋਰਟ ਕਰਦਾ ਸੀ, ਬਾਈਕਾਟ ਕਰ ਰਿਹਾ ਸੀ ਉਹ ਸਾਈਮਨ ਕਮਿਸ਼ਨ ਦਾ। ਤੇ ਜਿਹੜਾ ਮਿਸਟਰ ਬਰਕਤ ਅਲੀ ਆ ਉਹ ਵੀ ਉਸੇ ਤਰੀਕੇ ਨਾਲ ਕਹਿੰਦੇ ਜਿਨ੍ਹਾਂ ਦਾ ਸਾਥ ਦੇ ਰਿਹਾ ਸੀਗਾ।
ਮੈਂ ਇਹਨੂੰ ਸਕਿਪ ਬਰੀਫ ਕਰਦਾ ਵੀ ਐਕਚੁਅਲੀ ਇਹ 'ਚ ਕੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਬਰਕਤ ਅਲੀ ਸੀਗਾ ਨਾ, ਉਸ ਵੇਲੇ ਬਰਕਤ ਅਲੀ ਵੀ ਇਹ ਕਹਿੰਦਾ ਸੀਗਾ ਕਿ ਸਾਨੂੰ ਇੱਕ ਸਾਂਝਾ ਭਾਰਤ, ਇੱਕ ਏਕਤਾ ਵਾਲਾ ਭਾਰਤ ਬਣਾਉਣਾ ਚਾਹੀਦਾ। ਜਿਹੜੇ ਹਿੰਦੂਆਂ ਤੇ ਮੁਸਲਮਾਨਾਂ ਦੇ ਆਪਸੀ ਵਿਵਾਦ ਹੈਗੇ ਆ ਉਹਨੂੰ ਘਟਾ ਦੇਣਾ ਚਾਹੀਦਾ, ਉਹਨੂੰ ਕੰਟਰੋਲ ਕਰ ਲੈਣਾ ਚਾਹੀਦਾ। ਸੋ ਇਹ ਇੱਥੇ ਤੱਕ ਬਾਬਾ ਸਾਹਿਬ ਇਹ ਕਹਿਣਾ ਚਾਹੁੰਦੇ ਆ ਵੀ ਕਿਸੇ ਟਾਈਮ ਜਿਨ੍ਹਾਂ ਤੇ ਬਰਕਤ ਅਲੀ ਭਾਰਤ ਦੀ ਸਪੋਰਟ ਕਰਦੇ ਸੀ, ਭਾਰਤ ਦੇ ਵਿੱਚ ਹਿੰਦੂਆਂ ਦੀ ਸਪੋਰਟ ਕਰਦੇ ਸੀ ਵੀ ਸਾਨੂੰ ਇਕੱਠੇ ਰਹਿਣਾ ਚਾਹੀਦਾ, ਪਰ ਇੱਕ ਹੁਣ ਮੌਕਾ ਆਇਆ ਕਿ ਉਹ ਹੁਣ ਪਾਕਿਸਤਾਨ ਦੀ ਮੰਗ ਕਰ ਰਹੇ ਹੈਗੇ ਆ। ਹੁਣ ਬਾਬਾ ਸਾਹਿਬ ਇਹਦੇ ਵਿੱਚ ਬਾਬਾ ਸਾਹਿਬ ਗੱਲ ਕਰਦੇ ਹੈਗੇ ਆ ਕਿ ਇੱਕ ਤੀਸਰੀ ਚੀਜ਼ ਜਿਹੜੀ ਹੈਗੀ ਆ ਨਾ, ਉਹਦੀ ਹੁਣ ਬਾਬਾ ਸਾਹਿਬ ਗੱਲ ਕਹਿੰਦੇ ਹੈਗੇ ਆ ਕਿ ਕਹਿੰਦੇ ਹੁਣ ਦੇਖੋ ਇਹਨਾਂ ਦੇ ਵਿੱਚ ਆਪਸੀ ਵਿਵਾਦ ਕਿੱਡਾ ਵੱਡਾ ਹੋ ਗਿਆ। ਪਹਿਲਾਂ ਉਸ ਵੇਲੇ ਉਹ ਕਿੱਦਾਂ ਸਪੋਰਟ ਕਰਦੇ ਸੀ, ਹੁਣ ਉਹੀ ਕਿੱਦਾਂ ਵਿਰੋਧ ਕਰ ਰਹੇ ਹੈਗੇ ਆ। ਕਹਿੰਦੇ ਤੀਸਰੀ ਚੀਜ਼ ਇਹਦੇ ਵਿੱਚ ਮੈਂ ਧਿਆਨ ਰੱਖਣ ਦੇ ਬਹੁਤ ਯੋਗ ਹੈ, ਬੜੀ ਇੰਪੋਰਟੈਂਟ ਚੀਜ਼ ਹੈਗੀ ਆ ਵੀ ਉਹ ਕਰਦੇ ਹੈਗੇ ਆ ਕਿ ਇਸ ਦੇ ਪਿੱਛੇ ਮੁਸਲਮਾਨ ਵਿਚਾਰਧਾਰਾ ਦਾ ਇੱਕ ਤਰਕ ਹੈ ਜਾਂ ਜਿਸ ਨੂੰ ਰਾਜਨੀਤਿਕ ਦਰਸ਼ਨ ਸਵੀਕਾਰ ਕਰ ਸਕਦੇ ਹਨ। ਉਹ ਐਕਚੁਅਲੀ ਰਾਜਨੀਤਿਕ ਜਿਹੜੇ ਦਰਸ਼ਕ ਹੈਗੇ ਆਪਣੇ ਦਾਰਸ਼ਨਿਕ ਹੈਗੇ ਆ, ਪੋਲੀਟੀਕਲ ਫਿਲਾਸਫਰ, ਉਹਨਾਂ ਦੀ ਇੱਥੇ ਗੱਲ ਕਰਦੇ ਹੈਗੇ ਆ। ਕਹਿੰਦੇ ਕਈ ਹਿੰਦੂ ਇਹ ਗੱਲ ਕਹਿੰਦੇ ਹੈਗੇ ਆ ਕਿ ਪਾਕਿਸਤਾਨ ਜਿਹੜਾ ਹੈਗਾ ਆ, ਜਿਹੜੀ ਮੁਸਲਮਾਨਾਂ ਦੀ ਪਾਕਿਸਤਾਨ ਮੰਗ ਹੈਗੀ ਆ, ਉਹਦੇ ਪਿੱਛੇ ਕੋਈ ਵੀ ਤਰਕ ਨਹੀਂ ਹੈਗਾ, ਹਨਾ। ਬਾਬਾ ਸਾਹਿਬ ਕਹਿੰਦੇ ਕਿ ਜੇ ਆਪਾਂ ਇਹਨੂੰ ਸਿਧਾਂਤਕ ਤੌਰ ਤੇ ਆਪਾਂ ਪਾਕਿਸਤਾਨ ਨੂੰ ਦੇਖਦੇ ਆ ਨਾ ਵੀ ਇਹ ਬਿਲਕੁਲ ਇਹਨਾਂ ਦੇ ਵਿਚਾਰ ਗਲਤ ਹੈਗੇ ਆ। ਬਾਬਾ ਸਾਹਿਬ ਕਹਿੰਦੇ ਇੱਥੇ ਗੱਲ ਬਾਬਾ ਸਾਹਿਬ ਇੱਕ ਕਮਿਊਨਿਟੀ ਤੇ ਨੇਸ਼ਨ ਦੇ ਵਿੱਚ ਡਿਫਰੈਂਸ ਦੱਸਦੇ ਹੈਗੇ ਆ। ਕਹਿੰਦੇ ਜਿਹੜੇ ਦੁਨੀਆ ਦੇ ਦਾਰਸ਼ਨਿਕ, ਜਿਹੜੇ ਰਾਜਨੀਤਿਕ ਦਾਰਸ਼ਨਿਕ ਹੈਗੇ ਆ, ਜਿਹਨਾਂ ਨੂੰ ਆਪਾਂ ਪੋਲੀਟੀਕਲ ਫਿਲਾਸਫਰ ਕਹਿੰਦੇ ਆ, ਉਹਨਾਂ ਦੀ ਬਾਬਾ ਸਾਹਿਬ ਇੱਥੇ ਗੱਲ ਕਰਦੇ ਹੈਗੇ ਆ। ਬਾਬਾ ਸਾਹਿਬ ਕਹਿੰਦੇ ਆ ਕਿ ਹੁਣ ਆਪਾਂ ਇਹ ਦੇਖਣਾ ਆ ਕਿ ਥਿਓਰੈਟੀਕਲ ਐਕਸਪਲੇਨੇਸ਼ਨ ਆਪਾਂ ਕਹੇ ਕੀ ਸਾਡੇ ਕੋਲ ਜਿਹੜੀ ਫਿਲਾਸਫੀਕਲ, ਜਿਹੜੀ ਦਾਰਸ਼ਨਿਕ, ਜਿਹੜੀ ਸਾਡੇ ਕੋਲ ਪਾਕਿਸਤਾਨ ਦੀ ਐਕਸਪਲੇਨੇਸ਼ਨ ਹੈ ਕਿ ਨਹੀਂ ਹੈ। ਬਾਬਾ ਸਾਹਿਬ ਕਹਿੰਦੇ ਕਿ ਜਿਹੜੀ ਦਾਰਸ਼ਨਿਕ ਤਰਕ ਹੈਗੀ ਆ ਪਾਕਿਸਤਾਨ ਦੀ, ਇਹ ਉਸ ਅੰਤਰ ਦੇ ਉੱਤੇ ਟਿਕੀ ਹੋਈ ਆ ਜਿਹੜਾ ਅੰਤਰ ਇੱਕ ਕਮਿਊਨਿਟੀ, ਇੱਕ ਨੇਸ਼ਨ, ਇੱਕ ਰਾਸ਼ਟਰ ਦੇ ਵਿੱਚ ਜਿੰਨਾ ਫਰਕ ਹੈ ਉਸ ਫਰਕ ਦੇ ਉੱਤੇ ਟਿਕੀ ਹੋਈ ਹੈਗੀ ਆ। ਇਹਦੇ ਵਿੱਚ ਦੱਸਦੇ ਹੈਗੇ ਆ ਕਿ ਹੁਣ ਜਿਹੜੇ ਪੋਲੀਟੀਕਲ ਫਿਲਾਸਫਰ ਹੈਗੇ ਆ, ਜਿਹੜੇ ਰਾਜਨੀਤਿਕ ਦਾਰਸ਼ਨਿਕ ਹੈਗੇ ਆ, ਉਹ ਸਿਰਫ ਦੋ ਪ੍ਰਸ਼ਨਾਂ ਦੇ ਉੱਤੇ ਪਹਿਲਾਂ ਸੋਚਦੇ ਹੁੰਦੇ ਸੀ। ਉਹ ਕਿਹੜੇ ਸਵਾਲ ਸੀਗੇ? ਉਹ ਸੋਚਦੇ ਸੀਗੇ ਕਿ ਘੱਟ ਗਿਣਤੀ ਤੇ ਰਾਜ ਕਰਨ ਦੇ ਬਹੁ ਗਿਣਤੀ ਦੇ ਅਧਿਕਾਰ ਨੂੰ ਸਰਕਾਰ ਦੇ ਤਰਕ ਸੰਗਤ ਆਧਾਰ ਵਜੋਂ ਕਿਸ ਹੱਦ ਤੱਕ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਜੇ ਕਿਸੇ ਸਰਕਾਰ ਦੀ ਜਾਇਜ਼ਤਾ ਕਿੱਥੋਂ ਤੱਕ, ਕਿਸੇ ਸਰਕਾਰ ਦੀ ਜਾਇਜ਼ਤਾ ਕਿੱਥੋਂ ਤੱਕ ਸ਼ਾਸਨ ਦੀ ਸਹਿਮਤੀ ਤੇ ਨਿਰਭਰ ਕਰਦੀ ਹੈ। ਹੁਣ ਬਾਬਾ ਸਾਹਿਬ ਵਿੱਚ ਦੱਸਦੇ ਹੈਗੇ ਕਿ ਇਹਦੇ ਵਿੱਚ ਡਿਪੈਂਡ ਕਰਦਾ ਕਿ ਰਾਜ ਕਿਹਦੇ ਤੇ ਕਰਨਾ ਹੈ, ਰਾਜ ਕਮਿਊਨਿਟੀ ਤੇ ਕਰਨਾ ਹੈ ਜਾਂ ਰਾਜ ਨੇਸ਼ਨ ਤੇ ਕਰਨਾ ਹੈ। ਗਵਰਨਡ, ਬਾਬਾ ਸਾਹਿਬ ਕਹਿੰਦੇ ਦੇਖਣਾ ਪੈਣਾ ਵੀ ਗਵਰਨਡ ਕੌਣ ਹੈ। ਜਿਹੜੀ ਨਾ ਇੱਕ ਸ਼੍ਰੇਣੀ ਆ, ਕੈਟੇਗਰੀ ਜਿਹੜੀ ਆ, ਜਿਹੜੀ ਸ਼੍ਰੇਣੀ ਹੈਗੀ ਆ, ਇਹਦੇ ਤੇ ਸਾਰੀ ਡਿਪੈਂਡੈਂਸੀ ਹੈਗੀ ਆ। ਸਾਰੇ ਇਹਦੇ ਤੇ ਡਿਪੈਂਡ ਕਰਦੇ ਆ ਵੀ ਰਾਜ ਕਿਹਦੇ ਤੇ ਕਰਨਾ ਹੈਗਾ, ਕਮਿਊਨਿਟੀ ਤੇ ਕਰਨਾ ਕਿ ਰਾਜ ਨੇਸ਼ਨ ਤੇ ਕਰਨਾ। ਇਹ ਜਿਹੜੀਆਂ ਚੀਜ਼ਾਂ ਆ, ਜਿਹੜੇ ਰਾਜਨੀਤਿਕ ਆਪਣੇ ਫਿਲਾਸਫਰ ਹੈਗੇ ਆ, ਦਾਰਸ਼ਨਿਕ ਹੈਗੇ ਆ, ਉਹ ਇਹ ਚੀਜ਼ ਛੱਡ ਰਹੇ ਹੈਗੇ ਆ। ਹੁਣ ਬਾਬਾ ਸਾਹਿਬ ਵਿੱਚ ਦੱਸਦੇ ਆ ਕਿ ਕੀ ਹੋ ਰਿਹਾ ਇਹਦੇ ਵਿੱਚ। ਕਹਿੰਦੇ ਜਿਹੜੇ ਰਾਜਨੀਤਿਕ ਦਾਰਸ਼ਨਿਕ ਹੈਗੇ ਆ, ਉਹ ਕਹਿੰਦੇ ਵੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਇਸ ਕੈਟੇਗਰੀ ਜਿਹੜੀ ਆ, ਸ਼੍ਰੇਣੀ ਦੇ ਵਿੱਚ ਕੌਣ ਆਉਂਦੇ ਆ, ਵੀ ਰਾਜ ਕਿਹਦੇ ਉੱਤੇ ਕਰਨਾ ਆ, ਵੀ ਜਿਹੜੀ ਇਹ ਕੈਟੇਗਰੀ ਆ, ਚਾਹੇ ਉਹ ਕਮਿਊਨਿਟੀ ਆ ਜਾਂ ਨੇਸ਼ਨ ਆ, ਹਨਾ। ਤੇ ਬਾਬਾ ਸਾਹਿਬ ਕਹਿੰਦੇ ਪਰ ਇਹਨਾਂ ਦੋਨਾਂ ਦੇ ਵਿੱਚ ਵਖਰੇਵਾਂ ਹੈਗਾ ਆ। ਵਖਰੇਵਾਂ ਕਿੱਦਾਂ ਆ? ਇਹਨਾਂ ਦੋਨਾਂ ਦੇ ਉੱਤੇ ਜਿਹੜੇ ਦੋਨੇ ਹੀ ਮਹੱਤਵਪੂਰਨ ਹੈਗੇ ਆ, ਦੋਨਾਂ ਦੇ ਵਿੱਚ ਵਖਰੇਵਾਂ ਹੈਗਾ ਆ, ਕਿਉਂਕਿ ਇਹਨਾਂ ਦੇ ਵਿੱਚ ਬੁਨਿਆਦੀ ਫਰਕ ਹੈਗੇ ਆ, ਕਮਿਊਨਿਟੀ ਦੇ ਵਿੱਚ ਤੇ ਨੇਸ਼ਨ ਦੇ ਵਿੱਚ। ਹੁਣ ਬਾਬਾ ਸਾਹਿਬ ਇਹਦੇ ਵਿੱਚ ਕਮਿਊਨਿਟੀ ਤੇ ਨੇਸ਼ਨ ਦੀ ਡਿਸਟਿੰਕਸ਼ਨ ਕਰਦੇ ਹੈਗੇ ਆ, ਜਾਂ ਉਹਦੇ ਵਿੱਚ ਫਰਕ ਦੱਸਦੇ ਹੈਗੇ ਆ ਵੀ ਕਮਿਊਨਿਟੀ ਦੇ ਉੱਤੇ ਵੱਖਰੇ ਤਰ੍ਹਾਂ ਦੇ ਕਾਨੂੰਨ ਲਾਗੂ ਹੁੰਦੇ ਆ। ਇਹ ਜਿਹੜੇ ਰਾਜਨੀਤਿਕ ਦਾਰਸ਼ਨਿਕ ਹੈਗੇ ਆ, ਪੋਲੀਟੀਕਲ ਫਿਲਾਸਫਰ ਹੈਗੇ ਆ, ਉਹ ਦੱਸਦੇ ਹੈਗੇ ਆ ਕਿ ਜਿਹੜੇ ਅਧਿਕਾਰ ਇੱਕ ਕਮਿਊਨਿਟੀ ਨੂੰ ਦਿੱਤੇ ਜਾਂਦੇ ਆ ਇੱਕ ਦੇਸ਼ ਦੇ ਵਿੱਚ, ਉਹ ਵੱਖਰੇ ਆ, ਇੱਕ ਨੇਸ਼ਨ ਨੂੰ ਦਿੱਤੇ ਜਾਂਦੇ ਆ, ਉਹ ਵੱਖਰੇ ਹੈਗੇ ਆ। ਤੇ ਨੇਸ਼ਨ ਕੀ ਹੁੰਦਾ ਉਹ ਆਪਾਂ ਪਹਿਲਾਂ ਸਮਝਿਆ ਸੀਗਾ ਕਿ ਜਿਹਨਾਂ ਦਾ ਸਾਂਝਾ ਕਲਚਰ ਹੁੰਦਾ ਉਹਨੂੰ ਨੇਸ਼ਨ ਕਿਹਾ ਜਾਂਦਾ, ਤੇ ਇਹਦੀ ਡੈਫੀਨੇਸ਼ਨ ਆਪਾਂ ਪਹਿਲਾਂ ਪੜ੍ਹੀ ਸੀਗੀ। ਤੇ ਹੁਣ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਇਹ ਵੱਖਰੇ ਵੱਖਰੇ ਜਿਹੜੇ ਲਾਅ ਜਾਂ ਵੱਖਰੇ ਵੱਖਰੇ ਦੋਨਾਂ ਨੂੰ ਅਧਿਕਾਰ ਜਿਹੜੇ ਦਿੱਤੇ ਗਏ ਹੈਗੇ ਆ ਕਮਿਊਨਿਟੀ ਤੇ ਨੇਸ਼ਨ ਨੂੰ, ਇਹ ਇਸ ਗੱਲ ਦੀ ਪ੍ਰਮਾਣਤਾ ਦਿੰਦੇ ਆ ਕਿ ਕਮਿਊਨਿਟੀ ਵੱਖਰੀ ਆ ਤੇ ਨੇਸ਼ਨ ਵੱਖਰੇ ਆ। ਹੁਣ ਕਮਿਊਨਿਟੀ ਕੀ ਆ? ਕਹਿੰਦੇ ਜਿਹੜੇ ਕਮਿਊਨਿਟੀ ਨੂੰ ਅਧਿਕਾਰ ਦਿੱਤੇ ਗਏ ਹੈਗੇ ਆ, ਉਹਨੂੰ ਅਧਿਕਾਰ ਬਗਾਵਤ ਦਾ ਦਿੱਤਾ ਗਿਆ ਹੈਗਾ ਆ। ਤੇ ਜਿਹੜਾ
ਜਿਹੜਾ ਨੇਸ਼ਨ ਨੂੰ ਇੱਕ ਅਧਿਕਾਰ ਦਿੱਤਾ ਗਿਆ ਹੈਗਾ ਆ, ਜਿਹਦੇ ਨਾਲ ਪੋਲੀਟੀਕਲ ਫਿਲਾਸਫਰ ਜਾਂ ਰਾਜਨੀਤਿਕ ਦਾਰਸ਼ਨਿਕ ਜਿਹੜੇ ਹੈਗੇ ਆ ਉਹ ਵੀ ਐਗਰੀ ਕਰਦੇ ਆ। ਉਹ ਕਹਿੰਦੇ ਹੈਗੇ ਆ ਕਿ ਜਿਹੜਾ ਨੇਸ਼ਨ ਆ, ਇੱਕ ਰਾਸ਼ਟਰ ਆ, ਉਹਨੂੰ ਅਧਿਕਾਰ ਤੋੜ ਫੋੜ ਦਾ ਹੋਣਾ ਚਾਹੀਦਾ ਆ। ਦੋਨਾਂ ਦੇ ਵਿੱਚ ਇਹ ਦੋਨੇ ਕਾਰਨ ਜਿਹੜੇ ਆ, ਇਹ ਦੋਨੇ ਜਿਹੜੇ ਅਧਿਕਾਰ ਹੈਗੇ ਆ, ਕਹਿੰਦੇ ਇਹਨਾਂ ਦੇ ਵਿੱਚ ਬਹੁਤ ਬੁਨਿਆਦੀ ਫਰਕ ਹੈਗਾ ਆ। ਕਹਿੰਦੇ ਜਿਹੜਾ ਇੱਕ ਕਮਿਊਨਿਟੀ ਨੂੰ ਅਧਿਕਾਰ ਦਿੱਤਾ ਗਿਆ ਹੈਗਾ, ਇਹ ਥੋੜਾ ਟਿਪੀਕਲ ਜਿਹਾ ਆ, ਤੇ ਜਿਹੜਾ ਕਮਿਊਨਿਟੀ ਨੂੰ ਅਧਿਕਾਰ ਦਿੱਤਾ ਗਿਆ ਹੈਗਾ ਆ, ਉਹ ਇਸ ਕਰਕੇ ਦਿੱਤਾ ਗਿਆ ਹੈਗਾ ਕਿ ਗਵਰਨਮੈਂਟ ਦਾ ਜੇ ਕਿਤੇ ਢੰਗ ਤਰੀਕਾ, ਜਿਹੜੀ ਗਵਰਨਮੈਂਟ ਹੈਗੀ ਆ, ਸਰਕਾਰ ਹੈਗੀ ਆ, ਜੇ ਉਹਦਾ ਰਵੱਈਆ ਬਦਲਣ ਦੀ ਲੋੜ ਪੈਂਦੀ ਹੈ ਇੱਕ ਕਮਿਊਨਿਟੀ ਨੂੰ, ਜਾਂ ਉਹ ਕਿਸ ਤਰੀਕੇ ਦੀ ਚੱਲ ਰਹੀ ਹੈਗੀ ਆ, ਉਹਦਾ ਢੰਗ ਤਰੀਕਾ ਬਦਲਣ ਦੀ ਲੋੜ ਪੈਂਦੀ ਆ, ਤੇ ਉਹ ਇਨਸਰਕਸ਼ਨ ਕਰ ਸਕਦਾ, ਬਗਾਵਤ ਕਰ ਸਕਦਾ। ਇਹ ਅਧਿਕਾਰ ਜਿਹੜੀ ਆ, ਇਹ ਸਮਾਜ ਪੋਲੀਟੀਕਲ ਜਿਹੜੇ ਦਾਰਸ਼ਨਿਕ ਹੈਗੇ ਆ, ਉਹ ਦੇਣ ਨੂੰ ਮੰਨੇ ਹੋਏ ਆ, ਦੇ ਰਹੇ ਹੈਗੇ ਆ। ਇਸੇ ਤਰੀਕੇ ਨਾਲ ਜਿਹੜਾ ਨੇਸ਼ਨ ਨੂੰ ਅਧਿਕਾਰ ਦਿੱਤਾ ਹੈਗਾ ਆ, ਉਹ ਵੱਡਾ ਅਧਿਕਾਰ ਆ ਵੀ ਜੇ ਇੱਕ ਨੇਸ਼ਨ ਚਾਹੇ, ਉਹ ਆਪਣੇ ਸਮਾਜ ਨੂੰ, ਆਪਣੇ ਸਮੂਹ ਨੂੰ ਉਸ ਸਟੇਟ ਨਾਲੋਂ ਅੱਡ ਕਰ ਸਕਦਾ ਹੈ, ਤੇ ਉਹ ਜਗ੍ਹਾ ਜਿਹੜੀ ਆ ਉਹ ਆਕੂਪਾਈ ਕਰ ਸਕਦਾ ਜਿਹਦੇ ਉੱਤੇ ਉਹ ਰਹਿ ਰਿਹਾ ਹੈਗਾ ਆ। ਇਹ ਨੇਸ਼ਨ ਦੀ ਡੈਫੀਨੇਸ਼ਨ ਹੈ। ਨੇਸ਼ਨ ਨੂੰ ਅਧਿਕਾਰ ਦਿੱਤਾ ਗਿਆ ਤੋੜ ਫੋੜ ਦਾ, ਵੀ ਉਹ ਤੋੜ ਸਕਦਾ, ਇੱਕ ਸਟੇਟ ਨੂੰ ਤੋੜ ਕੇ ਉਹ ਜਿਹੜੀ ਜਗ੍ਹਾ ਤੇ ਰਹਿ ਰਿਹਾ ਹੈਗਾ ਆ, ਉਸ ਜਗ੍ਹਾ ਨੂੰ ਆਕੂਪਾਈ ਕਰ ਸਕਦਾ ਹੈਗਾ, ਕਿਉਂਕਿ ਉਹਦਾ ਕਲਚਰ ਡਿਫਰੈਂਟ ਆ। ਉਹ ਨੇਸ਼ਨ ਆ, ਇੱਕ ਕਮਿਊਨਿਟੀ ਹਾਂ, ਕਮਿਊਨਿਟੀ ਜਿਹੜੀ ਆ ਬਗਾਵਤ ਕਰ ਸਕਦੀ ਹੈ ਗਵਰਨਮੈਂਟ ਦੇ ਖਿਲਾਫ। ਬਾਬਾ ਸਾਹਿਬ ਕਹਿੰਦੇ ਇਹ ਜਿਹੜੀਆਂ ਦੋ ਬੁਨਿਆਦੀ ਫਰਕ ਆ, ਇਹ ਇਹਨਾਂ ਦੇ ਬੁਨਿਆਦੀ ਫਰਕ ਹੈਗੇ ਆ। ਇਸੇ ਕਰਕੇ ਜਿਹੜੇ ਦਾਰਸ਼ਨਿਕ, ਜਿਹੜੇ ਪੋਲੀਟੀਕਲ ਦਾਰਸ਼ਨਿਕ ਹੈਗੇ ਆ, ਉਹ ਇਸ ਚੀਜ਼ ਨੂੰ ਸਮਝ ਨਹੀਂ ਪਾਏ ਹੈਗੇ। ਤੇ ਹੁਣ ਬਾਬਾ ਸਾਹਿਬ ਇਹਦੇ ਅੱਗੇ ਦੱਸਦੇ ਹੈਗੇ ਆ, ਇੱਕ ਕਮਿਊਨਿਟੀ ਦਾ ਇੱਕ ਅਧਿਕਾਰ ਹੈਗਾ ਆ, ਜਦੋਂ ਮੈਂ ਉੱਪਰ ਦੱਸਿਆ ਹੈਗਾ ਕਿ ਉਹ ਜਿਹੜਾ ਬਗਾਵਤ ਕਰ ਸਕਦਾ ਜੇ ਸਰਕਾਰ, ਜੇ ਉਹ ਠੀਕ ਨਹੀਂ ਹੈਗੀ, ਤੇ ਜਿਹੜਾ ਨੇਸ਼ਨ ਆ ਉਹ ਆਪਣੀ ਅੱਡ ਮੰਗ ਕਰ ਸਕਦਾ ਹੈਗਾ ਆ। ਅੱਗੇ ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਦੋਨਾਂ ਦੇ ਵਿੱਚ ਫਰਕ ਕੀ ਹੈ। ਇਹਨਾਂ ਦੋਨਾਂ ਦੇ ਵਿੱਚ ਕਹਿੰਦੇ ਫਰਕ ਹੈਗਾ ਆ ਕਿ ਦੋਨਾਂ ਹੀ, ਜਦੋਂ ਅਸੀਂ ਇਹ ਦੇਖਦੇ ਹਾਂ ਵੀ ਜਦੋਂ ਇਹ ਸਵਾਲ ਪੁੱਛਿਆ ਜਾਣਾ ਵੀ ਦੋਨਾਂ ਨੂੰ, ਇੱਕ ਨੇਸ਼ਨ ਨੂੰ ਤੇ ਇੱਕ ਕਮਿਊਨਿਟੀ ਨੂੰ ਵੱਖਰੇ ਅਧਿਕਾਰ ਕਿਉਂ ਦਿੱਤੇ ਗਏ ਹੈਗੇ ਆ, ਬਾਬਾ ਸਾਹਿਬ ਕਹਿੰਦੇ ਕਿ ਇਹਦੇ ਵਿੱਚ ਡਿਫਰੈਂਸ ਕਿਉਂ ਆ। ਡਿਫਰੈਂਸ ਕਹਿੰਦੇ ਇੱਥੇ ਆਉਂਦਾ ਵੀ ਜਦੋਂ ਅਸੀਂ ਦੇਸ਼ ਦੇ ਭਵਿੱਖ ਦੀ, ਜਾਂ ਆਪਾਂ ਦੇਸ਼ ਦੀ ਤਕਦੀਰ ਦੇਖਣੀ ਹੈ ਨਾ, ਆਖਰੀ ਜਿਹਨੂੰ ਅਲਟੀਮੇਟ ਡੈਸਟੀਨੀ ਕਹਿੰਦੇ ਆ, ਉਹਦੇ ਉੱਤੇ ਉਹ ਟਿਕਿਆ ਹੋਇਆ ਸਾਰਾ। ਕਿੱਦਾਂ ਟਿਕਿਆ ਹੋਇਆ? ਬਾਬਾ ਸਾਹਿਬ ਕਹਿੰਦੇ ਕਿ ਜਿਹੜੀ ਸਟੇਟ ਦੇ ਅੰਦਰ ਵੱਖਰੀਆਂ ਕਮਿਊਨਿਟੀਆਂ ਹੈਗੀਆਂ ਆ, ਭਾਵੇਂ ਕਿ ਉਹ ਆਪਸੀ ਕਮਿਊਨਿਟੀਆਂ ਦੀ, ਉਹਨਾਂ ਦੇ ਵਿੱਚ ਆਪਸੀ ਲੜਾਈ ਹੁੰਦੀ ਹੈਗੀ ਆ, ਭਾਵੇਂ ਕਿ ਉਹ ਇੱਕ ਦੂਸਰੇ ਦੇ ਵਿਰੁੱਧ ਆ, ਪਰ ਜਿੱਥੋਂ ਤੱਕ ਦੇਸ਼ ਦੀ ਆਖਰੀ ਤਕਦੀਰ ਦਾ ਮਸਲਾ ਹੁੰਦਾ ਹੈ ਜਾਂ ਸਵਾਲ ਹੁੰਦਾ, ਉੱਥੇ ਇੱਕ ਹੁੰਦੇ ਆ ਉਹ। ਇਸੇ ਤਰੀਕੇ ਦੇ ਨਾਲ ਜਦੋਂ ਸਟੇਟ ਦੇ ਵਿੱਚ ਵੱਖਰੇ ਨੇਸ਼ਨ ਰਹਿ ਰਹੇ ਹੈਗੇ ਆ, ਉਹਨਾਂ ਦੇ ਵਿੱਚ ਆਪਸੀ ਲੜਾਈ ਆ, ਉਹਨਾਂ ਦੇ ਵਿੱਚ ਆਪਸੀ ਵਿਵਾਦ ਹੈਗੇ ਆ, ਉਹਨਾਂ ਦੇ ਵਿੱਚ ਡਿਸਟਿੰਕਸ਼ਨਸ ਹੈਗੀਆਂ ਆ। ਉਹ ਉੱਥੇ ਕੀ ਆ, ਉੱਥੇ ਜਿਹੜੀ ਦੇਸ਼ ਦੀ ਡੈਸਟੀਨੀ ਆ, ਉਹਦੇ ਲਈ ਲੜਾਈ ਆ, ਦੇਸ਼ ਦੀ ਤਕਦੀਰ, ਭਾਵ ਕਿ ਕਮਿਊਨਿਟੀ ਜਿਹੜੀ ਆ, ਉਹਦੀ ਲੜਾਈ ਜਿਹੜੀ ਆ, ਉਹ ਦੇਸ਼ ਦੀ ਤਕਦੀਰ ਨਹੀਂ ਬਦਲਦੀ, ਦੇਸ਼ ਦੀ ਆਖਰੀ ਤਕਦੀਰ ਜਿਹੜੀ ਆ, ਅਲਟੀਮੇਟ ਡੈਸਟੀਨੀ ਆ, ਉਹਦੇ ਤੇ ਕੋਈ ਚੇਂਜਸ ਨਹੀਂ ਕਰਦੀ। ਪਰ ਜਦੋਂ ਇੱਕ ਨੇਸ਼ਨ ਜਾਂ ਦੋ ਨੇਸ਼ਨ ਆਪਸੀ ਲੜਾਈ ਕਰਦੇ ਆ, ਉਹ ਦੇਸ਼ ਦੀ ਤਕਦੀਰ ਬਦਲਣ ਦਾ ਕੰਮ ਕਰਦੇ ਆ। ਸੋ ਬਾਬਾ ਸਾਹਿਬ ਐਂਡ ਵਿੱਚ ਇਹ ਦੱਸਦੇ ਹੈਗੇ ਆ ਕਿ ਜਿਹੜੀ ਇਹ ਲੜਾਈ ਆ, ਉਹ ਇਸ ਤਰੀਕੇ ਨਾਲ ਮੁਕਾਈ ਜਾ ਸਕਦੀ ਹੈਗੀ ਆ ਕਿ ਜਿਹੜਾ ਇਹ ਗੈਰ ਕੁਦਰਤੀ ਜਿਹੜੀ ਇਹਨਾਂ 'ਚ ਸਾਂਝ ਪੈਦਾ ਕੀਤੀ ਗਈ ਹੈਗੀ ਆ, ਉਹਨੂੰ ਰੋਕਿਆ ਜਾਵੇ, ਤਾਂ ਕਿ ਆਪਣੀ ਤਕਦੀਰ, ਆਪਣੇ ਦੇਸ਼ ਦੀਆਂ ਦੋਨੇ ਹੀ ਜਿਹੜੀਆਂ ਨੇਸ਼ਨਸ ਹੈਗੇ ਆ, ਜਾਂ ਦੋਨੇ ਹੀ ਜਿਹੜੀਆਂ ਕਮਿਊਨਿਟੀਜ਼ ਹੈਗੀਆਂ, ਆਪਣੇ ਦੇਸ਼ ਦੀਆਂ ਤਕਦੀਰ ਖੁਦ ਬਣਾ ਸਕਦੀਆਂ ਹੈਗੀਆਂ। ਤੇ ਅੱਗੇ ਆਪਾਂ ਜਿਹੜਾ 2 ਪਾਰਟਸ ਰਹਿ ਗਏ ਇਸ ਚੈਪਟਰ ਦੇ, ਨੈਸ਼ਨਲ ਫਰਸਟ੍ਰੇਸ਼ਨ ਜਿਹੜੇ ਆਪਣੇ ਚੈਪਟਰ ਹੈਗਾ, ਇਹਦੇ 5ਵਾਂ ਤੇ 6ਵਾਂ ਪਾਰਟ ਮੈਂ ਕਰਨਾ, ਤੋਂ ਬਾਅਦ ਪਾਰਟ 6ਵੇਂ ਵਿੱਚ ਆਪਾਂ ਕਨਕਲੂਡ ਕਰ ਦਾਂਗੇ। ਪਾਰਟ 5ਵੇਂ ਵਿੱਚ ਵੀ ਬੇਸਿਕਲੀ ਆਪਾਂ ਹੁਣ ਸਮ ਅਪ ਹੀ ਕਰ ਰਹੇ ਹੈਗੇ ਆ, ਪਰ ਇਹਦੇ ਵਿੱਚ 2-3 ਚੀਜ਼ਾਂ ਜਿਹੜੀਆਂ ਨਵੀਆਂ ਹੈਗੀਆਂ ਉਹਨੂੰ ਆਪਾਂ ਥੋੜਾ ਵਿਸਤਾਰ ਨਾਲ ਕਰਾਂਗੇ। ਜੇ ਇਹਦੇ ਵਿੱਚ ਕੀ ਬਾਬਾ ਸਾਹਿਬ ਕਹਿਣਾ ਚਾਹੁੰਦੇ ਹੈਗੇ ਆ ਪਾਰਟ 5ਵੇਂ ਦੇ ਵਿੱਚ, ਵੀ ਜਿਸ ਤਰ੍ਹਾਂ ਕਹਿੰਦੇ ਇਹ ਬਹੁਤ ਮਹੱਤਵਪੂਰਨ ਹੈਗਾ, ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਵੀ ਜਿੰਨੀਆਂ ਵੀ ਜਿਹੜੇ ਕੋਸ਼ਿਸ਼ਾਂ ਸੀਗੀਆਂ ਹਿੰਦੂ ਮੁਸਲਮਾਨ ਏਕਤਾ ਨੂੰ ਬਣਾਉਣ ਦੇ ਲਈ, ਉਹ ਸਾਰੀਆਂ ਫੇਲ ਹੋ ਗਈਆਂ। ਤੇ ਮੁਸਲਮਾਨਾਂ ਦੇ ਵਿੱਚ ਜਿਹੜਾ ਹੈਗਾ ਆ, ਉਹਨਾਂ ਦੀ ਸੋਚ ਸਮਝ ਤੇ ਉਹਨਾਂ ਦੀ ਆਈਡੀਓਲੋਜੀ 'ਚ ਜਿਹੜਾ ਹੈ ਇੱਕ ਤਰ੍ਹਾਂ ਦਾ ਬਹੁਤ ਵੱਡਾ ਪਰਿਵਰਤਨ ਆਇਆ ਹੈਗਾ ਆ, ਤੇ ਇਹ ਚੀਜ਼ ਆਪਾਂ ਨੂੰ ਮੰਨਣੀ ਪਏਗੀ। ਤੇ ਹਿੰਦੂ ਕੀ ਕਹਿੰਦੇ ਹੈਗੇ ਆ, ਹਿੰਦੂ ਆਪਣੇ ਇਲਜ਼ਾਮ ਲਾਉਂਦੇ ਆ ਵੀ ਹਿੰਦੂ ਮੁਸਲਿਮ ਜਿਹੜੀ ਏਕਤਾ ਹੈਗੀ ਆ ਟੁੱਟੀ ਕਿਉਂ ਆ, ਕਿਉਂਕਿ ਬ੍ਰਿਟਿਸ਼ ਦੀ ਜਿਹੜੀ ਪਾਲਿਸੀ ਹੈ ਡਿਵਾਈਡ ਐਂਡ ਰੂਲ, ਉਹਦੇ ਕਰਕੇ ਟੁੱਟੇ ਹੈਗੇ ਆ। ਇੱਥੋਂ ਤੱਕ ਕਹਿੰਦੇ ਕਾਂਗਰਸ ਜਿਹੜੀ ਹੈਗੀ ਆ, ਉਹ ਹਰੇਕ ਚੀਜ਼ ਤੇ ਕਹਿੰਦੇ
ਸਰਕਾਰ ਨੂੰ ਜ਼ਿੰਮੇਦਾਰ ਠਹਿਰਾਉਂਦੀ ਆ ਵੀ ਜੇ ਕਿਤੇ ਮੀਂਹ ਵੀ ਪੈ ਜਾਂਦਾ ਜਾਂ ਝੱਖੜ ਕੁਝ ਵੀ ਮੌਸਮ ਖਰਾਬ ਹੋ ਜਾਂਦਾ, ਉਹਦਾ ਵੀ ਕਹਿੰਦੇ ਇਲਜ਼ਾਮ ਜਿਹੜਾ ਹੈਗਾ ਆ ਸਰਕਾਰ ਤੇ ਲਾਉਂਦੀ ਹੈਗੀ ਕਾਂਗਰਸ। ਇਦਾਂ ਹੀ ਕਹਿੰਦੇ ਆਰਿਸ਼ ਜਿਹੜੇ ਲੋਕ ਹੈਗੇ ਉਹ ਇਦਾਂ ਕਰਦੇ ਆ ਗਵਰਨਮੈਂਟ ਦੇ ਅਗੇਂਸਟ, ਉਹ ਕੁਝ ਵੀ ਕਿਸੇ ਵੀ ਚੀਜ਼ ਦਾ ਜਿਹੜਾ ਬਲੇਮ ਹੈ ਗਵਰਨਮੈਂਟ ਤੇ ਸਿੱਟ ਦਿੰਦੇ। ਇਦਾਂ ਹੀ ਕਾਂਗਰਸ ਕਰ ਰਹੀ ਹੈਗੀ ਆ। ਪਰ ਜਿਹੜੇ ਹਿੰਦੂ ਹੈਗੇ ਦੋ ਚੀਜ਼ਾਂ ਨੂੰ ਉਹ ਸਮਝਣ ਵਿੱਚ ਅਸਮਰਥ ਰਹੇ ਹੈਗੇ ਆ। ਉਹ ਕਿਹੜਾ ਹੈਗਾ, ਇੱਕ ਤਾਂ ਉਹਨਾਂ ਨੇ ਜਿਹੜਾ ਇਹ ਡਿਵਾਈਡ ਐਂਡ ਰੂਲ ਦੀ ਪਾਲਿਸੀ ਹੈ, ਇਹਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਸਮਝਿਆ ਨਹੀਂ, ਅਣਗੌਲਿਆ ਜਿਹਾ ਕਰਤਾ ਹੈਗਾ ਆ। ਕਹਿੰਦੇ ਡਿਵਾਈਡ ਐਂਡ ਰੂਲ ਪਾਲਿਸੀ ਉਦੋਂ ਲਾਗੂ ਹੋ ਸਕਦੀ ਹੈ ਜਦੋਂ ਉੱਥੇ ਉਸ ਕਹਿ ਸਕਦੇ ਆ ਵੀ ਦੇਸ਼ ਦੇ ਵਿੱਚ ਜਿਹੜਾ ਹੈਗਾ ਆ ਵੰਡ ਦੀਆਂ ਸਾਰੀਆਂ ਦੀ ਸਾਰੇ ਤੱਤ ਉਹਦੇ ਵਿੱਚ ਮੌਜੂਦ ਹੋਣ। ਤੇ ਦੂਸਰਾ ਜਿਹੜਾ ਸੀਗਾ ਇਹਨਾਂ ਨੇ ਹਿੰਦੂਆਂ ਨੇ ਕਿ ਜਿਨ੍ਹਾਂ ਨੂੰ ਜਿਹੜਾ ਹੈਗਾ ਆ ਇੱਕ ਗਲਤ ਢੰਗ ਨਾਲ ਸਮਝਿਆ ਵੀ ਉਹ ਸਮਝਦੇ ਸੀਗੇ ਵੀ ਜਿੰਨਾ ਜਿਹੜਾ ਹੈ ਬ੍ਰਿਟਿਸ਼ਰਸ ਦੇ ਹੱਥ ਉਹਨਾਂ ਦਾ ਚਮਚਾ ਹੈ, ਉਹਨਾਂ ਦੀ ਗੱਲ ਕਰਦਾ ਹੈਗਾ ਆ। ਪਰ ਇਹ ਗੱਲ ਜਿਹੜੀ ਸਹੀ ਨਹੀਂ ਹੈਗੀ। ਜਿੱਦਾਂ ਆਪਾਂ ਪੜ੍ਹ ਹੀ ਚੁੱਕੇ ਹੈਗੇ ਵੀ ਆਪਣੇ ਜਿਹੜਾ ਜਿੰਨਾ ਰਿਹਾ ਹੈ ਬ੍ਰਿਟਿਸ਼ ਦਾ ਉਹ ਕਾਫੀ ਵੱਡਾ ਕ੍ਰਿਟਿਕ ਰਿਹਾ ਹੈਗਾ ਆ। ਤੇ ਇਹ ਵੀ ਗੱਲ ਜਿਹੜੀ ਹੈਗੀ ਇਹ ਦੋ ਚੀਜ਼ਾਂ ਜਿਹੜੀਆਂ ਹਿੰਦੂ ਇਹਨੂੰ ਸਮਝਣ ਵਿੱਚ ਜਿਹੜਾ ਹੈਗਾ ਚੂਕ ਕਰ ਗਏ ਹੈਗੇ ਆ। ਤੇ ਉਸ ਤੋਂ ਬਾਅਦ ਬਾਬਾ ਸਾਹਿਬ ਦੱਸਦੇ ਹੈਗੇ ਆ ਵੀ ਅਸਲ ਵਿੱਚ ਜਿਹੜਾ ਇਹਦਾ ਰੀਜ਼ਨ ਕੀ ਹੈਗਾ ਆ, ਇਹ ਜਿਹੜੀ ਹਿੰਦੂ ਮੁਸਲਿਮ ਏਕਤਾ ਜਿਹੜੀ ਫੇਲ ਹੋ ਗਈ ਆ, ਇਹਦਾ ਅਸਲ ਕਾਰਨ ਇਹ ਹੈਗਾ ਆ ਵੀ ਕਹਿੰਦੇ ਇਹਨਾਂ ਵਿੱਚ ਕੁਝ ਬੁਨਿਆਦੀ ਫਰਕ ਹੈਗੇ ਆ। ਜ਼ਰੂਰੀ ਨਹੀਂ ਆ ਵੀ ਇਹ ਪਦਾਰਥਵਾਦੀ ਫਰਕ ਤਾਂ ਆਪਾਂ ਨਜ਼ਰ ਆਉਂਦੇ ਹੈਗੇ ਹਿੰਦੂ ਮੁਸਲਮਾਨਾਂ ਵਿੱਚ, ਪਰ ਇਹਨਾਂ ਦੇ ਵਿੱਚ ਜਿਹੜੇ ਬੁਨਿਆਦੀ ਫਰਕਾਂ ਦੇ ਕਾਰਨ ਹੀ ਇਹ ਜਿਹੜੀ ਚੀਜ਼ ਹੈਗੀ ਏਕਤਾ ਜਿਹੜੀ ਇਹਨਾਂ ਦੇ ਵਿੱਚ ਨਹੀਂ ਬਣੀ ਹੈਗੀ। ਉਹ ਕੀ ਹੈਗੇ, ਇਤਿਹਾਸਿਕ ਕਾਰਨ ਹੈਗੇ ਆ, ਧਾਰਮਿਕ ਕਾਰਨ ਆ, ਸੱਭਿਆਚਾਰਿਕ ਕਾਰਨ ਹੈਗੇ ਆ, ਸਮਾਜਿਕ ਵਿਰੋਧਤਾ ਜਿਹੜੀ ਇਹਨਾਂ ਦੇ ਵਿੱਚ ਹੈਗੀ ਆ ਕਾਫੀ ਦੇਰ ਤੋਂ, ਕਾਫੀ ਸਦੀਆਂ ਤੋਂ। ਉਹ ਇਹ ਸਾਰੇ ਜਿਹੜੇ ਹੈਗੇ ਆ ਕਾਰਨ ਇਕੱਠੇ ਹੋ ਕੇ ਇਹਨਾਂ ਦੀ ਜਿਹੜੀ ਏਕਤਾ ਜਿਹੜੀ ਹੈਗੀ ਆ ਫੇਲ ਕਰਦੇ ਹੈਗੇ ਆ। ਔਰ ਇਹ ਜਿਹੜੀ ਰਾਜਨੀਤਿਕ ਤੌਰ ਤੇ ਇਹਨਾਂ ਦੇ ਵਿੱਚ ਜਿਹੜਾ ਇੱਕ ਪਾੜ ਪਿਆ ਹੈਗਾ ਆ ਜਾਂ ਵਿਰੋਧਤਾ ਹੈਗੀ ਆ, ਉਹ ਸਿਰਫ ਤੇ ਸਿਰਫ ਸਮਾਜਿਕ ਜਿਹੜੀ ਵਿਰੋਧਤਾ ਉਹਦੀ ਝਲਕ ਹੀ ਹੈਗੀ, ਹੋਰ ਕੁਝ ਨਹੀਂ ਹੈਗਾ। ਤੇ ਅੱਗੇ ਐਗਜ਼ਾਮਪਲ ਦਿੰਦੇ ਆ ਵੀ ਜਿਸ ਤਰ੍ਹਾਂ ਟਰਕਿਸ਼ ਐਮਪਾਇਰ ਜਿੱਦਾਂ ਆਪਾਂ ਪੜ੍ਹਿਆ ਸੀਗਾ ਵੀ ਉਹਦੇ ਵਿੱਚ ਜਿਹੜਾ ਤਾਂ ਯੂਰਪ ਵੱਲ ਹਿੱਸਾ ਸੀਗਾ ਉਹ ਕ੍ਰਿਸਚੀਅਨਸ ਉੱਥੇ ਰਹਿੰਦੇ ਹੁੰਦੇ ਸੀਗੇ, ਤੇ ਜਿਹੜਾ ਆਪਣੇ ਇਸਤਾਨਬੁਲ ਤੋਂ ਹੇਠਲਾ ਹਿੱਸਾ ਸੀਗਾ UAE ਆਪਣਾ ਮੱਕਾ ਮਦੀਨਾ, ਇਹ ਸਾਰੇ ਜਿਹੜੇ ਸੀਗੇ ਮੁਸਲਿਮ ਏਰੀਆ ਸੀਗਾ। ਤੇ ਇਦਾਂ ਹੀ ਟਰਕਿਸ਼ ਏਰੀਆ ਦੇ ਵਿੱਚ ਵੀ ਕਹਿੰਦੇ ਵੀ ਟਰਕਿਸ਼ ਜਾਂ ਓਟੋਮਨ ਐਮਪਾਇਰ ਦੇ ਵਿੱਚ ਵੀ ਜਿਹੜਾ ਇਹਨਾਂ ਦੇ ਵਿੱਚ ਕਾਫੀ ਵਿਵਾਦ ਰਹਿੰਦਾ ਹੁੰਦਾ ਸੀਗਾ ਮੁਸਲਮਾਨਾਂ ਦੇ ਔਰ ਕ੍ਰਿਸਚਨਾਂ ਦੇ ਵਿੱਚ। ਇਹ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਉਹ ਧਾਰਮਿਕ ਵਿਵਾਦ ਸੀਗਾ ਹਿੰਦੂਆਂ ਦੇ ਵਿੱਚ ਔਰ ਮੁਸਲਮਾਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਵਿਵਾਦ ਭਾਰਤ ਵਿੱਚ ਰਿਹਾ ਹੈਗਾ ਆ। ਇਹਨਾਂ ਦਾ ਜਿਹੜਾ ਆਪਸ 'ਚ ਰਿਸ਼ਤਾ ਉਹ ਇੱਕ ਕਹਿ ਸਕਦੇ ਹਾਂ ਜਿੱਦਾਂ ਜ਼ਾਲਿਮ ਔਰ ਮਜ਼ਲੂਮ ਦਾ ਰਿਹਾ ਹੈਗਾ ਆ। ਮੁਗਲ ਬ੍ਰਿਟਿਸ਼ਰਸ ਜਿਹੜੇ ਹੈਗੇ ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਹੈ ਇਹਨਾਂ ਨੂੰ ਦੋਨਾਂ ਧਿਰਾਂ ਨੂੰ ਜੋੜਨ ਦੀ, ਪਰ ਜਿੰਨਾ ਕੋਸ਼ਿਸ਼ ਕਰਦੇ ਰਹੇ ਇਕੱਠੇ ਹੁੰਦੇ ਰਹਿਣ ਉਹਨਾਂ ਵਿੱਚ ਪਾੜ ਵੱਧਦਾ ਰਿਹਾ ਹੈਗਾ। ਇੱਥੋਂ ਤੱਕ ਕਿ ਅਕਬਰ ਔਰ ਕਬੀਰ ਦੀਆਂ ਜਿਹੜੀਆਂ ਕੋਸ਼ਿਸ਼ਾਂ ਸੀਗੀਆਂ ਇਕੱਠੇ ਕਰਨ ਦੀਆਂ ਹਿੰਦੂ ਮੁਸਲਮਾਨਾਂ ਨੂੰ, ਉਹ ਵੀ ਫੇਲ ਹੋ ਚੁੱਕੀਆਂ। ਤੇ ਕਹਿੰਦੇ ਆ ਵੀ ਜਿਹੜੇ ਹਿੰਦੂ ਜਦੋਂ ਕਹਿੰਦੇ ਆ ਵੀ ਇਸ ਚੀਜ਼ ਨੂੰ ਗੱਲ ਕਰਦੇ ਆ ਵੀ ਹਿੰਦੂਇਜ਼ਮ ਤੋਂ ਕ੍ਰਿਸਚੀਅਨਿਟੀ ਵੱਲ ਨੂੰ ਉਹ ਕੋਈ ਗੱਲ ਕਰਦੇ ਹੈਗੇ ਆ ਜਾਂ ਨਿੰਦਿਆ ਕਰਦੇ ਹੈਗੇ ਆ, ਉਹਦੇ ਵਿੱਚ ਕਹਿੰਦੇ ਆ ਆਪਣੇ ਕੋਈ ਹਲਚਲ ਦੀ ਗੁੰਜਾਇਸ਼ ਨਹੀਂ ਹੁੰਦੀ ਹੈਗੀ। ਜੇ ਉਹ ਗੱਲ ਕਰਦੇ ਆ ਵੀ ਹਿੰਦੂਇਜ਼ਮ ਤੋਂ ਇਸਲਾਮ ਵੱਲ ਕੋਈ ਗੱਲ ਕਰਦੇ ਹੈਗੇ ਆ ਤੇ ਜਾਂ ਉੱਤੇ ਆਪਣਾ ਕੋਈ ਟਿੱਪਣੀ ਦਿੰਦੇ ਹੈਗੇ ਆ, ਤੇ ਉਹ ਕਹਿੰਦੇ ਆਪਣੇ ਆਪ ਨੂੰ ਜਿਹੜਾ ਕੋਈ ਆਪਣੇ ਦੰਗਿਆਂ ਨੂੰ ਸੱਦਾ ਦੇਣ ਵਾਲੀ ਗੱਲ ਹੈਗੀ ਆ। ਤੇ ਹਿੰਦੂ ਮੁਸਲਮਾਨ ਕਹਿੰਦੇ ਜੇ ਇਹਨਾਂ ਨੂੰ ਛੱਡ ਵੀ ਦਿੱਤਾ ਜਾਵੇ ਤੇ ਇਹਨਾਂ 'ਚ ਐਸੀ ਕੋਈ ਵੀ ਚੀਜ਼ ਨਹੀਂ ਹੈਗੀ ਜਿਹਦੇ ਵਿੱਚ ਸਮਾਜਿਕ ਜਿਹੜੀ ਆ ਮੇਲ ਜੋਲ ਵਧੇ ਜਾਂ ਇਹ ਇਕੱਠੇ ਹੋ ਜਾਣ ਸਮਾਜਿਕ ਤੌਰ ਤੇ। ਹਿੰਦੂਇਜ਼ਮ ਕੀ ਹੈਗਾ, ਉਹ ਵੀ ਇੰਟਰ ਮੈਰਿਜ ਜਿਹੜੀ ਹੈਗੀ ਆਪਸੀ ਵਿਆਹ ਜਿਹੜੇ ਹੈਗੇ ਹਿੰਦੂ ਮੁਸਲਮਾਨ ਵਿੱਚ ਰੋਕਦਾ ਹੈਗਾ ਆ। ਇਸੇ ਤਰ੍ਹਾਂ ਜਿਹੜਾ ਇਸਲਾਮ ਹੈਗਾ ਆ ਉਹਨਾਂ ਦੀ ਵੀ ਸੋਚ ਬਹੁਤ ਤੰਗ ਦਿਲੀ ਹੈ ਜਾਂ ਬਹੁਤ ਛੋਟੀ ਸੋਚ ਹੈਗੀ ਆ। ਉਹ ਵੀ ਨਹੀਂ ਚਾਹੁੰਦੇ ਹੈਗੇ ਵੀ ਜਿਹੜਾ ਮੁਸਲਮਾਨ ਦਾ ਵਿਆਹ ਹਿੰਦੂ ਨਾਲ ਹੋਵੇ। ਉਹਨਾਂ ਦੇ ਧਰਮ ਵਿੱਚ ਵੀ ਇੱਦਾਂ ਦੀ ਚੀਜ਼ ਨਹੀਂ ਹੈਗੀ। ਤੇ ਹਿੰਦੂ ਜਿਹੜੇ ਹੈਗੇ ਆ, ਹਿੰਦੂਇਜ਼ਮ ਵਿੱਚ ਕੀ ਦੱਸਿਆ ਜਾਂਦਾ ਹੈ, ਕਹਿੰਦੇ ਵੀ ਹਿੰਦੂਇਜ਼ਮ ਲੋਕਾਂ ਨੂੰ ਵੰਡ ਪਾਉਂਦਾ ਹੈਗਾ ਆ ਤੇ ਇਸਲਾਮ ਜਿਹੜਾ ਹੈਗਾ ਲੋਕਾਂ ਨੂੰ ਜੋੜਦਾ। ਕਹਿੰਦੇ ਪੂਰਾ ਸੱਚ ਨਹੀਂ ਹੈਗਾ। ਅਸਲ 'ਚ ਕੀ ਹੈਗਾ, ਰਿਐਲਿਟੀ ਕੀ ਹੈਗੀ ਹੈ, ਇਸਲਾਮ ਜਿਹੜਾ ਹੈਗਾ ਇੱਕ ਕਲੋਜ਼ਡ ਕਾਰਪੋਰੇਸ਼ਨ ਦੀ ਤਰ੍ਹਾਂ ਹੈਗਾ ਆ, ਜਿਹਦੇ ਵਿੱਚ ਆਪਾਂ ਗੱਲ ਤਾਂ ਸੁਣਦੇ ਹੈਗੇ ਆ ਜਿਹਦੇ ਵਿੱਚ ਦੱਸਦੇ ਆ ਵੀ ਭਾਈਚਾਰਾ ਹੈਗਾ ਇਸਲਾਮ ਦੇ ਵਿੱਚ। ਪਰ ਇਹ ਜਿਹੜਾ ਭਾਈਚਾਰਾ ਹੈਗਾ ਆ ਇਹ ਸਾਰਿਆਂ ਲਈ ਭਾਈਚਾਰਾ ਨਹੀਂ ਹੈਗਾ, ਇਹ ਯੂਨੀਵਰਸਲ ਨਹੀਂ ਹੈਗਾ।
ਇਹ ਬ੍ਰਦਰਹੁੱਡ ਜਿਹੜੀ ਹੈਗੀ ਹੈ ਯੂਨੀਵਰਸਲ ਨਹੀਂ ਹੈਗੀ। ਇਹਦੇ ਵਿੱਚ ਇੱਕ ਮੁਸਲਮਾਨ ਜਿਹੜਾ ਦੂਸਰੇ ਮੁਸਲਮਾਨ ਨੂੰ ਉਹਦੇ ਪ੍ਰਤੀ ਜਿਹੜਾ ਉਹਦਾ ਰਵੱਈਆ ਹੁੰਦਾ ਆ, ਉਹਨੂੰ ਉਹ ਆਪਣਾ ਭਾਈਚਾਰਾ ਦੱਸਦੇ ਹੈਗੇ। ਪਰ ਜਿਹੜਾ ਗੈਰ ਮੁਸਲਮਾਨ ਆ ਉਹਨੂੰ ਉਹ ਇੱਕ ਤਰ੍ਹਾਂ ਦਾ ਆਪਣੇ ਧਰਮ ਤੋਂ ਬਾਹਰਲਾ ਜਾਂ ਕਾਫਿਰ ਜਾਂ ਆਊਟਸਾਈਡਰ ਮੰਨਦੇ ਆ, ਤੇ ਉਹਨੂੰ ਬੜੀ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਹੈਗੇ ਆ। ਔਰ ਇੱਕ ਹੋਰ ਜਿਹੜੀ ਅਸਲੀਅਤ ਇਹ ਹੈਗੀ ਇਸਲਾਮ ਦੀ, ਇਸਲਾਮ ਦੇ ਵਿੱਚ ਜਿਹੜਾ ਹੈਗਾ ਆ ਸਮਾਜਿਕ ਤੌਰ ਤੇ ਜਾਂ ਧਾਰਮਿਕ ਤੌਰ ਤੇ ਜਿਹੜੀ ਗਵਰਨਮੈਂਟ ਬਣਦੀ ਹੈਗੀ ਹੈ ਜਾਂ ਸੈਲਫ ਗਵਰਨਮੈਂਟ ਸਵੈ ਸਰਕਾਰ ਦਾ ਜਿਹੜਾ ਪੱਧਰ ਜਾਂ ਆਧਾਰ ਹੈਗਾ ਆ ਉਹ ਸਮਾਜਿਕ ਹੈਗਾ ਆ, ਨਾ ਕਿ ਉਹ ਆਪਣੇ ਜਨਤਾ ਹੈਗੀ ਆ ਜਿਸ ਖੇਤਰ ਵਿੱਚ ਉਹ ਰਹਿੰਦੇ ਹੈਗੇ ਆ। ਕਿਉਂਕਿ ਮੁਸਲਮਾਨ ਜਿਹੜੇ ਹੈਗੇ ਆ ਉਹ ਕਿਸੇ ਖੇਤਰ ਦੇ ਲਈ ਜਾਂ ਕਿਸੇ ਟੈਰੀਟੋਰੀ, ਜਿੱਦਾਂ ਆਪਾਂ ਲਾਸਟ ਵਾਰ ਪੜ੍ਹ ਕੇ ਹਟੇ ਸੀਗੇ, ਉਹਨਾਂ ਦੇ ਪ੍ਰਤੀ ਵਫਾਦਾਰ ਨਹੀਂ ਹੁੰਦੇ। ਉਹ ਆਪਣੇ ਧਰਮ ਦੇ ਪ੍ਰਤੀ, ਇਸਲਾਮ ਦੇ ਪ੍ਰਤੀ ਵਫਾਦਾਰ ਜ਼ਿਆਦਾ ਹੈਗੇ ਆ। ਤੇ ਇਸੇ ਕਰਕੇ ਇਸਲਾਮ ਕਦੀ ਵੀ ਮੁਸਲਮਾਨ ਨੂੰ ਭਾਰਤ ਨੂੰ ਆਪਣੀ ਜਿਹੜੀ ਜਨਮ ਭੂਮੀ ਮੰਨਣ ਦੇ ਲਈ ਇਹਦੇ ਵਿੱਚ ਕਦੀ ਇਜਾਜ਼ਤ ਨਹੀਂ ਦਿੰਦਾ ਹੈਗਾ। ਤੇ ਨਾ ਹੀ ਉਹ ਕਦੀ ਇਹ ਇਜਾਜ਼ਤ ਦਿੰਦਾ ਇਸਲਾਮ ਵੀ ਜਿਹੜੇ ਲੋਕ ਭਾਰਤ 'ਚ ਰਹਿੰਦੇ ਹੈਗੇ ਆ ਉਹ ਮੁਸਲਮਾਨਾਂ ਦੇ ਭਾਈ ਭੈਣ ਹੈਗੇ ਆ, ਭਾਈ ਬੰਧੂ ਹੈਗੇ ਆ। ਔਰ ਇਹੀ ਕਾਰਨ ਹੈਗਾ ਆ ਵੀ ਜਿਹੜਾ ਮੌਲਾਨਾ ਮੁਹੰਮਦ ਅਲੀ ਹੈਗਾ ਆ, ਜਿਹਨੂੰ ਕੋਈ ਇੱਕ ਸੱਚਾ ਮੁਸਲਮਾਨ ਦੀ ਤਰ੍ਹਾਂ ਪੇਸ਼ ਕੀਤਾ ਗਿਆ ਸੀਗਾ ਉਸ ਸਮੇਂ, ਤੇ ਉਹਨੇ ਵੀ ਇਹੀ ਕਿਹਾ ਸੀਗਾ ਵੀ ਮੇਰੀ ਜਿਹੜੀ ਇੱਛਾ ਹੈਗੀ ਆ ਵੀ ਜੇ ਮੇਰੇ ਮਰਨ ਤੋਂ ਬਾਅਦ ਮੈਨੂੰ ਇੰਡੀਆ ਵਿੱਚ ਨਾ ਦਫਨਾਇਆ ਜਾਵੇ, ਮੈਨੂੰ ਜੇਰੂਸਲਮ ਵਿੱਚ ਦਫਨਾਇਆ ਜਾਵੇ, ਜਿੱਥੇ ਕਿ ਮੁਸਲਮਾਨਾਂ ਦਾ ਜਿਹੜਾ ਹੈਗਾ ਧਾਰਮਿਕ ਸਥਾਨ ਹੈਗਾ ਆ। ਮੱਕਾ ਮਦੀਨਾ ਤੋਂ ਬਾਅਦ ਇੱਥੇ ਵੀ ਮੁਸਲਮਾਨ ਜਾਣਾ ਚਾਹੁੰਦੇ ਹੈਗੇ ਆ। ਤੇ ਇਸ ਤਰ੍ਹਾਂ ਦੀ ਜਿਹੜੇ ਹੈਗੇ ਆ ਵਿਚਾਰ ਹੈਗੇ ਆ ਹਿੰਦੂਆਂ ਔਰ ਮੁਸਲਮਾਨਾਂ ਦੇ ਆਪਸ ਦੇ ਵਿੱਚ। ਔਰ ਇਸਲਾਮ ਦੇ ਵਿੱਚ ਜਿਹੜਾ ਹੈਗਾ ਆ ਜਿਹੜੀ ਬ੍ਰਦਰਹੁੱਡ ਹੈਗੀ ਆ ਉਹ ਸਿਰਫ ਇਸਲਾਮ ਇੱਕ ਮੁਸਲਮਾਨ ਦੀ ਦੂਸਰੇ ਮੁਸਲਮਾਨ ਲਈ ਹੈਗੀ ਆ। ਬਾਕੀ ਜਿਹੜੇ ਹੈਗੇ ਸਾਰੇ ਕਾਫਿਰ ਹੈਗੇ, ਉਹਨਾਂ ਲਈ ਕੋਈ ਪਿਆਰ ਨਹੀਂ ਹੈਗਾ। ਔਰ ਦੂਸਰੀ ਜਿਹੜੀ ਇਹਦੇ ਵਿੱਚ ਗੱਲ ਆਉਂਦੀ ਹੈਗੀ ਆ ਵੀ ਜਿਹੜਾ ਆਈਡੀਓਲੋਜੀ ਜਿਹੜੀ ਹੈ ਚੇਂਜ ਹੋਈ ਆ ਮੁਸਲਮਾਨਾਂ ਦੇ ਲੀਡਰਾਂ ਦੀ ਜਿਹੜੀ ਹੈਗੀ ਆ, ਇਹਨਾਂ ਦੇ ਵਿੱਚ ਜਿਹੜਾ ਪਰਿਵਰਤਨ ਆਇਆ ਹੈਗਾ ਵਿਚਾਰਾਂ ਦੇ ਵਿੱਚ, ਇਹ ਇੱਕਦਮ ਨਹੀਂ ਆਇਆ ਹੈਗਾ, ਇਹ ਹੌਲੀ ਹੌਲੀ ਆਇਆ ਹੈਗਾ ਆ। ਤੇ ਇਹ ਜਿਹੜਾ ਕਹਿੰਦੇ ਹੈਗੇ ਆ ਵੀ ਇਹਦਾ ਅਸਲ ਕਾਰਨ ਕੀ ਹੈਗਾ ਆ, ਅਸਲ ਕਾਰਨ ਇਹ ਹੈਗਾ ਵੀ ਮੁਸਲਮਾਨ ਜਿਹੜਾ ਇੱਕ ਨਈ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਸੋਚ ਪੈਦਾ ਹੋਈ ਸੀ, ਇੱਕ ਨਇਆ ਤਰ੍ਹਾਂ ਦਾ ਵਿਜ਼ਨ ਦੇਖਦੇ ਸੀਗੇ, ਇੱਕ ਨਈ ਤਰ੍ਹਾਂ ਦੇ ਆਪਣਾ ਭਵਿੱਖ ਦੇਖਦੇ ਸੀਗੇ, ਤੇ ਉਹਦਾ ਨਾਮ ਉਹਨਾਂ ਨੇ ਦਿੱਤਾ ਪਾਕਿਸਤਾਨ। ਤੇ ਮੁਸਲਮਾਨ ਜਿਹੜੇ ਸੀਗੇ ਇਸ ਨਾਂ ਦੇ ਨਾਲ ਇੰਨਾ ਕੁ ਜੁੜ ਗਏ ਕਿ ਉਹਨੂੰ ਪਾਕਿਸਤਾਨ ਨੂੰ ਇੱਕ ਕਹਿ ਸਕਦੇ ਸੀਗੇ ਵੀ ਉਹਦੀ ਪੂਜਾ ਕਰਨ ਲੱਗ ਪਏ ਵੀ ਇਹ ਜਿਹੜੀ ਚੀਜ਼ ਹੈ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਾਸਿਲ ਕਰਨੀ ਹੈਗੀ ਆ। ਉਹ ਇੱਕ ਸੁਪਨਾ ਨਹੀਂ ਰਹਿ ਗਿਆ, ਉਹ ਇੱਕ ਹਕੀਕਤ ਦੀ ਤਰ੍ਹਾਂ ਦੇਖਦੇ ਸੀਗੇ ਔਰ ਉਹਨੂੰ ਪਾਉਣ ਦੇ ਲਈ ਕੋਸ਼ਿਸ਼ ਲਈ ਬਹੁਤ ਜਦੋਜਹਿਦ ਕਰ ਰਹੇ ਸੀਗੇ ਵੀ ਇਹ ਜਿਹੜਾ ਸਾਡਾ ਇੱਕ ਖੁਆਬ ਹੈਗਾ ਆ ਪਾਕਿਸਤਾਨ, ਜਿੱਦਾਂ RSS ਅੱਜ ਸੋਚਦੀ ਹੈਗੀ ਵੀ ਜਿਹੜਾ ਸਾਡਾ ਜਿਹੜਾ ਹਿੰਦੂ ਰਾਜ ਹੈਗਾ, ਇਹ ਲਾਈਨ ਮੈਂ ਆਪਣੇ ਲਈ ਜੋੜੀ ਹੈਗੀ। ਪਰ ਅੱਗੇ ਬਾਬਾ ਸਾਹਿਬ ਦੱਸਦੇ ਹੈਗੇ ਵੀ ਜਿਹੜਾ ਪਾਕਿਸਤਾਨ ਹੈਗਾ ਇੱਕ ਚੁੰਬਕ ਦੀ ਤਰ੍ਹਾਂ ਕੰਮ ਕਰ ਰਿਹਾ ਹੈਗਾ। ਇੱਥੋਂ ਤੱਕ ਕਿ ਜਿਹੜੇ ਵੱਡੇ ਵੱਡੇ ਲੀਡਰ ਆ ਜਿਵੇਂ ਜਿੰਨਾ ਵੀ ਹੋ ਗਿਆ, ਉਹ ਵੀ ਇਸ ਚੀਜ਼ ਤੋਂ ਬਚ ਨਹੀਂ ਸਕਿਆ ਔਰ ਉਹਨੂੰ ਵੀ ਇਹ ਚੀਜ਼ ਜਿਹੜੀ ਆ ਸਾਫ਼ ਨਜ਼ਰ ਆਉਂਦੀ ਸੀਗੀ ਵੀ ਜਿਹੜਾ ਪਾਕਿਸਤਾਨ ਜਿਹੜਾ ਉਹਨਾਂ ਦਾ, ਜਿੱਦਾਂ ਹਿੰਦੂ ਸੋਚਦੇ ਆ ਵੀ ਪਾਕਿਸਤਾਨ ਮੁਸਲਮਾਨਾਂ ਦਾ ਖੁਆਬ ਆ, ਪਰ ਪਾਕਿਸਤਾਨ ਜਿਹੜੇ ਮੁਸਲਮਾਨ ਆ ਉਹ ਇਹ ਸੋਚਦੇ ਆ ਵੀ ਪਾਕਿਸਤਾਨ ਇੱਕ ਹਕੀਕਤ ਹੈ ਜਿਹੜੀ ਉਹਨਾਂ ਨੇ ਹਾਸਿਲ ਕਰਨੀ ਹੈ। ਔਰ ਇਹ ਜਿਹੜਾ ਉਹਨਾਂ ਨੂੰ ਜਿੰਨਾ ਵਰਗੇ ਜਿਹੜੇ ਲੀਡਰ ਸੀਗੇ ਮੁਸਲਮਾਨ, ਉਹਨਾਂ ਨੂੰ ਵੀ ਇਹ ਬੜਾ ਸਪਸ਼ਟ ਨਜ਼ਰ ਆ ਰਿਹਾ ਸੀਗਾ ਭਾਰਤ ਦੇ ਨਕਸ਼ੇ ਤੇ। ਜੇ ਹੋਰ ਵੀ ਕੋਈ ਆਮ ਇਨਸਾਨ ਵੀ ਇਹਨੂੰ ਧਿਆਨ ਨਾਲ ਸੋਚੇਗਾ ਤੇ ਉਹ ਵੀ ਇਹ ਚੀਜ਼ ਜਿਹੜੀ ਆ ਖੂਬ ਹੀ ਮਿਸ ਨਹੀਂ ਕਰ ਪਾਏਗਾ, ਉਹਨੂੰ ਵੀ ਸਮਝਣ ਵਿੱਚ ਦਿੱਕਤ ਨਹੀਂ ਹੋਏਗੀ। ਤੇ ਇਹ ਜਿਹੜੀ ਉਹਨਾਂ ਨੂੰ ਇੱਕ ਪੋਸੀਬਿਲਿਟੀ ਲੱਗਦੀ ਸੀ ਕਿ ਵੀ ਜਿਹੜਾ ਪਾਕਿਸਤਾਨ ਉਹਨਾਂ ਦਾ ਇੱਕ ਦੇਸ਼ ਹੈਗਾ ਜਿੱਥੇ ਉਹ ਬਸਣਗੇ। ਔਰ ਇਹਦੇ ਵਿੱਚ ਬਸਣ ਦਾ ਕਾਰਨ ਇਹ ਸੀਗਾ ਵੀ ਇੱਕ ਇਹਨਾਂ ਦਾ ਇੱਕ ਖੁਆਬ ਸੀਗਾ ਵੀ ਇੱਕ ਵਨ ਇਸਲਾਮਿਕ ਸਟੇਟ ਜਾਂ ਪੈਨ ਇਸਲਾਮਿਕ ਸਟੇਟ ਜਿਹੜੀ ਹੈਗੀ ਆ ਉਹ ਬਣੇ। ਤੇ ਇਹਦੇ ਵਿੱਚ ਕਿਸ ਤਰ੍ਹਾਂ ਸੀਗਾ, ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਮੈਪ 'ਚ ਦੇਖ ਸਕਦੇ ਹੈਗੇ ਆ ਵੀ ਇਹ ਜਿਹੜਾ ਹੈਗਾ ਆਪਣੇ ਇੰਡੀਆ ਦਾ ਮੈਪ ਹੈਗਾ ਤੇ ਜਿਹੜਾ ਯੈਲੋ ਕੀਤਾ ਹੈਗਾ ਇਹ ਪਾਕਿਸਤਾਨ ਦਾ ਮੈਪ ਆ। ਇਹਦੇ ਵਿੱਚ ਉਹਨਾਂ ਦਾ ਬਿਲਕੁਲ ਖੁਆਬ ਬਹੁਤ ਕਲੀਅਰ ਸੀਗਾ ਵੀ ਆਹ ਜਿਹੜਾ ਹਿੱਸਾ ਹੈਗਾ ਆ ਇੱਥੇ ਜਿਹੜੇ ਹੈਗੇ ਮੁਸਲਮਾਨ ਰਹਿਣਗੇ ਔਰ ਇਹ ਏਰੀਆ ਨੂੰ ਜਿਹੜਾ ਪਾਕਿਸਤਾਨ ਕਿਹਾ ਜਾਏਗਾ। ਬੜਾ ਹੀ ਸਪਸ਼ਟ ਸੀਗਾ, ਇੱਦਾਂ ਨਹੀਂ ਸੀਗਾ ਵੀ ਖਿਚੜੀ ਜਿਹੀ ਹੋਈ ਹੈਗੀ ਆ ਜਾਂ ਭਾਰਤ ਦੇ ਨਕਸ਼ੇ ਤੇ ਕਲੀਅਰ ਨਹੀਂ ਸੀਗਾ। ਉਹਨਾਂ ਨੂੰ ਬੜਾ ਹੀ ਸਪਸ਼ਟ ਨਜ਼ਰ ਆ ਰਿਹਾ ਸੀਗਾ ਆਹ ਜਿਹੜਾ ਹਿੱਸਾ ਹੈਗਾ ਆ ਸਾਡਾ ਇਹ ਪਾਕਿਸਤਾਨ ਹੈਗਾ ਆ। ਤੇ
ਉਸ ਤੋਂ ਬਾਅਦ ਜਿਹੜਾ ਇੱਕ ਇਹਦੇ ਨਾਲ ਇੱਕ ਤਾਂ ਪਾਕਿਸਤਾਨ ਹੋ ਗਿਆ, ਦੂਸਰਾ ਹੁਣ ਜੇ ਆਪਾਂ ਦੇਖਾਂਗੇ ਆਪਣੇ ਏਸ਼ੀਆ ਦਾ ਮੈਪ ਦੇਖਾਂਗੇ ਤੇ ਇਹਦੇ ਵਿੱਚ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੈਗੇ ਜਿਹੜਾ ਟਰਕੀ ਹੈਗਾ, ਟਰਕੀ ਦਾ ਜਿਹੜਾ ਆਹ ਹਿੱਸਾ ਹੈਗਾ ਆ ਇਹ ਇਸਤਾਨਬੁਲ ਹੈਗਾ ਆ, ਜਾਂ ਇਹਨੂੰ ਕਹਿ ਸਕਦੇ ਕੰਸਟੈਂਟੀਨੋਪਲ ਪੁਰਾਣਾ ਨਾਮ ਹੈਗਾ ਆ। ਤੇ ਇਹਦੇ ਵਿੱਚ ਕੀ ਸੀਗਾ, ਇੱਥੋਂ ਲੈ ਕੇ ਆਪਣੇ ਟਰਕੀ ਹੁੰਦੇ ਆ, ਸੀਰੀਆ ਹੁੰਦੇ ਆ, ਇਰਾਕ ਹੁੰਦੇ ਆ, ਈਰਾਨ ਹੁੰਦੇ ਆ, ਅਫਗਾਨਿਸਤਾਨ, ਪਾਕਿਸਤਾਨ, ਇਹ ਜਿੰਨੀਆਂ ਵੀ ਕੰਟਰੀਜ਼ ਹੈਗੀਆਂ ਸਾਰੀਆਂ ਦੀਆਂ ਸਾਰੀਆਂ ਹੀ ਇਸਲਾਮਿਕ ਕੰਟਰੀਜ਼ ਹੈਗੀਆਂ ਆ। ਤੇ ਇਸ ਪਾਕਿਸਤਾਨ ਇਹ ਜੁੜਨਾ ਅਲੱਗ ਇਸ ਕਰਕੇ ਹੋਣਾ ਚਾਹੁੰਦਾ ਸੀਗਾ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਸਾਰੇ ਮੁਸਲਮਾਨ ਭਾਈ ਜਿਹੜੇ ਇੱਥੇ ਹੈਗੇ ਆ ਤਾਂ ਉਹ ਇੱਕ ਇਸਲਾਮਿਕ ਸਟੇਟ ਬਣਾ ਸਕਦੇ ਹੈਗੇ ਆ ਇੰਟਰਨੈਸ਼ਨਲ ਲੈਵਲ ਤੇ ਇੱਕ ਇਹ ਵੀ ਬਹੁਤ ਵੱਡਾ ਜਿਹੜਾ ਖਵਾਬ ਆ ਉਹਨਾਂ ਨੂੰ ਪੂਰਾ ਹੁੰਦਾ ਦਿਖ ਰਿਹਾ ਸੀਗਾ। ਤੇ ਪਾਕਿਸਤਾਨ ਜਿਹੜਾ ਹੈਗਾ ਆ ਇਹ ਇੱਕ ਉਹਨਾਂ ਦਾ ਅਲਟੀਮੇਟ ਜਿਹੜਾ ਖਵਾਬ ਸੀਗਾ, ਸੱਚਾਈ ਸੀਗੀ, ਜਾਂ ਉਹਨਾਂ ਦੀ ਜਿਹੜੀ ਕਹਿ ਸਕਦੇ ਆ ਡੈਸਟਨੀ ਆ ਮੁਸਲਮਾਨਾਂ ਦੀ। ਉਹਨਾਂ ਨੂੰ ਇਹ ਜਿਹੜੀ ਸੋਚ ਹੈਗੀ ਆ, ਇਹ ਸੋਚ ਬਹੁਤ ਪਹਿਲਾਂ ਤੋਂ ਸ਼ੁਰੂ ਹੋ ਰੱਖੀ ਆ। 1923 ਦੇ ਵਿੱਚ ਹੀ ਇਹਦੀ ਗੱਲ ਜਿਹੜੀ ਹੈ ਸ਼ੁਰੂ ਹੋ ਚੁੱਕੀ ਸੀਗੀ। ਉਸ ਵੇਲੇ ਬ੍ਰਿਟਿਸ਼ ਸਰਕਾਰ ਦੇ ਵਿੱਚ ਡੈਨਿਸ ਬਰੇ ਨਾਮ ਦਾ ਜਿਹੜਾ ਅਧਿਕਾਰੀ ਸੀਗਾ ਗਵਰਨਮੈਂਟ ਆਫ ਇੰਡੀਆ, ਬ੍ਰਿਟਿਸ਼ ਸਰਕਾਰ ਵੱਲੋਂ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੇ ਕਮੇਟੀ ਦਾ ਹੈੱਡ ਸੀਗਾ। ਤੇ ਉਹਨੇ ਫਿਰ ਉੱਥੋਂ ਦੇ ਜਿਹੜੇ ਲੋਕ ਸੀਗੇ ਉਹਨਾਂ ਨਾਲ ਵਾਰਤਾਲਾਪ ਕੀਤੀ। ਜਿਹੜੇ ਉੱਥੋਂ ਦੇ ਲੀਡਰ ਸੀਗੇ ਮੁਸਲਮਾਨ ਲੀਡਰ, ਉਹਨਾਂ ਦੇ ਵਿੱਚ ਇੱਕ ਸੀਗਾ ਖਾਨ ਸਾਹਿਬ ਸਰਦਾਰ ਮੁਹੰਮਦ ਗੁਲ ਖਾਨ। ਤੇ ਇਹਨੇ ਜਦੋਂ ਆਪਣੇ ਬਿਆਨ ਦਿੱਤੇ ਹੈਗੇ ਆ ਕਮੇਟੀ ਦੇ ਮੂਹਰੇ ਵੀ ਕਿਸ ਤਰ੍ਹਾਂ ਹੋਣਾ ਚਾਹੀਦਾ ਆ, ਇਹ ਜਿਹੜਾ ਬੰਦਾ ਸੀਗਾ ਗੁਲ ਖਾਨ, ਇਹ ਇਸਲਾਮਿਕ ਅੰਜੁਮਨ ਡੇਰਾ ਇਸਮਾਇਲ ਖਾਨ ਆਪਣਾ ਉਹਦਾ ਪ੍ਰੈਜ਼ੀਡੈਂਟ ਸੀਗਾ, ਇਸਲਾਮਿਕ ਅੰਜੁਮਨ ਦਾ ਪ੍ਰੈਜ਼ੀਡੈਂਟ ਸੀਗਾ, ਜਿਹੜਾ ਕਿ ਡੇਰਾ ਇਸਮਾਇਲ ਖਾਨ ਦੇ ਵਿੱਚ ਸੀ, ਇਹਨਾਂ ਦੀ ਜਿਹੜੀ ਪਾਰਟੀ ਸੀਗੀ ਇਹ। ਤੇ ਜਦੋਂ ਇਹ ਕਮੇਟੀ ਬਣੀ ਹੈ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਤੇ ਉਹਦੇ ਵਿੱਚ ਇਹਦੇ ਵੀ ਬਿਆਨ ਲਏ ਗਏ ਹੈਗੇ ਆ। ਤੇ ਉੱਥੇ ਜਿਹੜਾ ਅਧਿਕਾਰੀ ਇੱਕ ਹੋਰ ਸੀਗਾ ਹਿੰਦੂਆਂ ਦਾ, ਉਹ ਸੀਗਾ NM ਸਮਰਥ। ਉਹਨੇ ਇਹ ਚੀਜ਼ ਜਿਹੜੀ ਹੈਗੀ ਹੈ ਜੋ ਵੀ ਉਹਨੇ ਵਿਟਨੈਸ ਦਿੱਤੀ ਹੈ ਜਾਂ ਗਵਾਹ ਦਿੱਤੇ ਸੀਗੇ ਉਹਨੂੰ ਬੜਾ ਸੀਰੀਅਸਲੀ ਲਿਆ ਤੇ ਉਹਦਾ ਕੀ ਮਤਲਬ ਨਿਕਲਦਾ ਸੀਗਾ ਤੇ ਉਹਦੇ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਇਹਦੇ ਵਿੱਚ ਜਿਹੜਾ ਸਵਾਲ ਉੱਠਦਾ ਸੀਗਾ ਵੀ ਜਿਸ ਤਰ੍ਹਾਂ ਕਹਿੰਦੇ ਆ ਵੀ ਸਿੰਧ ਬੰਬੇ ਦਾ ਹਿੱਸਾ ਹੈ, ਇਸ ਤਰ੍ਹਾਂ ਹੀ ਕਹਿ ਰਹੇ ਸੀਗੇ ਵੀ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਜਿਹੜਾ ਹੈ ਪੰਜਾਬ ਦਾ ਹਿੱਸਾ ਹੈਗਾ ਆ। ਪਰ ਜਿਹੜਾ ਆਪਣੇ ਜਿਹੜਾ ਖਾਨ ਸਾਹਿਬ ਗੁਲ ਖਾਨ ਸੀਗਾ ਇਹ ਕੀ ਕਹਿੰਦਾ ਸੀਗਾ ਵੀ ਕਹਿੰਦੇ ਇਹ ਉਹਦੇ ਵਿੱਚ ਦੱਸਦਾ ਹੈਗਾ ਆ, ਇਹ ਉਹਦੇ ਐਕਚੁਅਲੀ ਵਿਰੁੱਧ ਹੁੰਦਾ ਹੈ ਵੀ ਕਹਿੰਦੇ ਇਹ ਜਿਹੜਾ ਸਾਰੇ ਦਾ ਸਾਰਾ ਹਿੱਸਾ ਜਿਹੜਾ ਹੈਗਾ ਅਸੀਂ ਇੱਧਰ ਮਿਲਣ ਦੀ ਬਜਾਏ ਸਾਨੂੰ ਜਿਹੜਾ ਪਰਲਾ ਹਿੱਸਾ ਜਿਹੜਾ ਹੈਗਾ ਆ ਅਫਗਾਨਿਸਤਾਨ ਕਾਬੂਲ ਦਾ ਜਿਹੜਾ ਏਰੀਆ ਹੈਗਾ ਉਹ ਸਾਰੇ ਦਾ ਸਾਰਾ ਮੁਸਲਮਾਨ ਕੰਟਰੀਜ਼ ਦੇ ਨਾਲ ਮਿਲ ਜਾਣਾ ਚਾਹੀਦਾ ਹੈਗਾ। ਇਸ ਤਰ੍ਹਾਂ ਦੀ ਉਹਨਾਂ ਦੀ ਸੋਚ ਸੀਗੀ। ਤੇ ਉਹ ਕੀ ਕਹਿੰਦੇ ਸੀਗੇ, ਉਹਨਾਂ ਨੇ ਉਹ ਨਾਂ ਜਿਹੜਾ ਵਰਡ ਯੂਜ਼ ਕੀਤਾ ਇਹਨਾਂ ਨੇ, ਕਹਿੰਦੇ ਸੀਗੇ ਵੀ ਲੀਗ ਆਫ ਨੇਸ਼ਨਸ, ਲੀਗ ਆਫ ਮੁਸਲਿਮ ਨੇਸ਼ਨਸ ਦੀ ਗੱਲ ਕੀਤੀ, ਜਿਹੜੀ ਆਪਾਂ ਦੇਖ ਰਹੇ ਸੀਗੇ ਵੀ ਇਸਤਾਨਬੁਲ ਤੋਂ ਲੈ ਕੇ ਸਿੱਧਾ ਪਾਕਿਸਤਾਨ ਤੱਕ ਸਾਰੇ ਮੁਸਲਿਮ ਕੰਟਰੀ ਜਿਹੜੇ ਆ ਇੱਕ ਲੀਗ ਬਣਾਉਂਦੇ ਆ ਦੇਸ਼ਾਂ ਦੀ। ਤੇ ਉਹ ਜਿਹੜੀ ਹੈ ਇਹਨਾਂ ਦੀ ਏਕਤਾ ਦੀ ਜਿਹੜੀ ਖੁਆਬ ਸੀਗਾ ਉਹੀ ਇਹ ਖਾਨ ਸਾਹਿਬ ਗੁਲ ਖਾਨ ਦੇਖ ਰਿਹਾ ਸੀਗਾ। ਤੇ ਉਹਦੇ ਵਿੱਚ ਇਹ ਫਿਰ ਜਦੋਂ ਬਿਆਨ ਹੁੰਦੇ ਆ ਇਹਦੇ ਜਾਂ ਗਵਾਹੀ ਹੁੰਦੀ ਹੈਗੀ ਉਹਦੇ ਵਿੱਚ ਉਹ ਪੁੱਛਦਾ ਹੈਗਾ ਵੀ ਤੂੰ ਇਹਨੂੰ ਕਿਸ ਤਰ੍ਹਾਂ ਦੇਖਦਾ ਹੈਗਾ ਆ। ਤੇ ਉਹ ਕਹਿੰਦਾ ਵੀ ਇਹ ਇੱਕ ਸੱਚਾਈ ਹੈਗੀ ਆ ਵੀ ਜੇ ਤੁਸੀਂ ਆਪਣੇ ਹਿੰਦੂ ਮੁਸਲਿਮ ਏਕਤਾ ਨੂੰ ਦੇਖਦੇ ਆ ਵੀ ਇਹ ਤਾਂ ਇੱਕ ਜਿਹੜਾ ਹੈਗਾ ਕਦੀ ਵੀ ਜ਼ਮੀਨੀ ਤੌਰ ਤੇ ਇਹ ਕਦੀ ਵੀ ਜਿਹੜੀ ਹੈ ਸਫਲ ਨਹੀਂ ਹੋ ਸਕਦੀ ਹੈਗੀ। ਤੇ ਉਹ ਕੀ ਚਾਹੁੰਦਾ ਸੀਗਾ ਵੀ ਕਹਿੰਦਾ ਵੀ ਹਿੰਦੂਆਂ ਤੇ ਮੁਸਲਮਾਨਾਂ ਦੀ ਵੰਡ ਹੋ ਜਾਵੇ ਤੇ ਜਿਹੜੇ 23 ਕਰੋੜ ਹਿੰਦੂ ਹੈਗੇ ਆ ਉਹ ਸਾਊਥ ਵੱਲ ਨੂੰ ਚਲੇ ਜਾਣ ਤੇ 8 ਕਰੋੜ ਜਿਹੜੇ ਮੁਸਲਮਾਨ ਹੈਗੇ ਆ ਉਹ ਨਾਰਥ ਵੱਲ ਨੂੰ ਚਲੇ ਜਾਣ, ਆਪਣੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੇ ਲਾਗੇ ਜਿਹੜੇ ਏਰੀਏ ਸੀਗੇ। ਤੇ ਉਹਦੇ ਨਾਲ ਕਹਿੰਦਾ ਆ ਆਪਣੇ ਗੁਲ ਖਾਨ ਕਹਿੰਦਾ ਵੀ ਜਿਹੜਾ ਏਰੀਆ ਕੰਨਿਆਕੁਮਾਰੀ ਤੋਂ ਆਗਰਾ ਤੱਕ ਹੈਗਾ ਉਹ ਹਿੰਦੂਆਂ ਨੂੰ ਦੇ ਦਿਓ ਤੇ ਆਗਰਾ ਤੋਂ ਪੇਸ਼ਾਵਰ ਤੱਕ ਜਿਹੜਾ ਏਰੀਆ ਹੈਗਾ ਉਹ ਮੁਸਲਮਾਨਾਂ ਨੂੰ ਦੇ ਦਿਓ। ਇੱਦਾਂ ਕਹਿੰਦੇ ਵੀ ਜਿਹੜਾ ਐਕਸਚੇਂਜ ਕਰ ਦਿਓ। ਭਾਵ ਕਹਿਣ ਦਾ ਵੀ ਇਹ ਜਿਹੜਾ 1923 ਦੇ ਵਿੱਚ ਜਿਹੜਾ ਗੁਲ ਖਾਨ ਦਾ ਬਿਆਨ ਸੀਗਾ ਉੱਥੇ ਸਰਕਾਰ ਬ੍ਰਿਟਿਸ਼ ਆਫੀਸਰ ਦੇ ਮੂਹਰੇ, ਇਹ ਆਲਰੇਡੀ ਦੱਸ ਰਿਹਾ ਸੀਗਾ ਵੀ ਉਹ ਕਿਸ ਤਰ੍ਹਾਂ ਪਾਕਿਸਤਾਨ ਦਾ ਜਿਹੜਾ ਇੱਕ ਆਈਡੀਆ ਆ ਮੁੱਢਲੀ ਜਿਹੜੀ ਉਹਨਾਂ ਦੀ ਸੋਚ ਸੀਗੀ ਆਲਰੇਡੀ ਬਣ ਰਿਹਾ ਸੀਗਾ, ਪਨਪ ਰਿਹਾ ਸੀਗਾ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਸਾਡਾ ਆਹ ਏਰੀਆ ਜਿਹੜਾ ਹੈਗਾ ਆ ਇਹ ਮੁਸਲਮਾਨਾਂ ਨੂੰ ਦੇ ਦਿੱਤਾ ਜਾਵੇ। ਨਾ ਉਹਨਾਂ ਨੇ ਪਾਕਿਸਤਾਨ ਉਸ ਟਾਈਮ ਜਿਹੜਾ ਸੀਗਾ ਉਹਦੇ ਲਾਗੇ ਛਾਗੇ ਰਾਊਂਡ ਟੇਬਲ ਕਾਨਫਰੰਸ ਦੇ ਲਾਗੇ ਛਾਗੇ ਗੱਲ ਆਈ ਸੀਗੀ ਜਿਹੜਾ ਨਾਮ ਦਿੱਤਾ ਗਿਆ, ਪਰ ਇਹ ਜਿਹੜਾ ਆਈਡੀਆ ਸੀਗਾ ਇਹ ਆਲਰੇਡੀ ਪਹਿਲਾਂ ਹੀ ਆਈਡੀਆ ਚੱਲ ਰਿਹਾ ਸੀਗਾ ਵੀ ਅਲੱਗ ਇੱਕ ਮੁਸਲਮਾਨਾਂ ਦਾ ਜਿਹੜਾ ਹੈਗਾ ਆ ਨੇਸ਼ਨ ਜਾਂ ਦੇਸ਼ ਬਣਾਇਆ ਜਾਵੇ। 1924 ਦੇ ਵਿੱਚ ਜਦੋਂ ਆਪਾਂ ਆਉਣੇ ਹੈਗੇ ਆ ਉਹਦੇ ਵਿੱਚ ਵੀ ਮੁਹੰਮਦ ਅਲੀ ਜਿਹੜਾ ਹੈਗਾ ਆ ਉਹ ਆਪਣਾ
ਬਿਆਨ ਦਿੰਦਾ ਹੈਗਾ ਆ ਮੌਂਟੇਗੋ ਚੈਮਸਫੋਰਡ ਨੂੰ ਰਿਫਾਰਮ ਦੇ ਸੰਬੰਧ ਨਾਲ। ਉਹ ਕਹਿੰਦੇ ਆ ਵੀ ਇਹ ਜਿਹੜੇ ਵੀ ਆਪਣੇ ਮੌਂਟੇਗੋ ਚੈਮਸਫੋਰਡ ਰਿਫਾਰਮ ਹੋਏ ਆ ਉਹਨਾਂ ਦੀਆਂ ਜਿਹੜੀਆਂ ਵੀ ਰეკਮੈਂਡੇਸ਼ਨ ਸੀਗੀਆਂ ਉਹ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਤੇ ਵੀ ਲਾਈਆਂ ਜਾਣ। ਤੇ ਇਹਦੇ ਵਿੱਚ ਉਹਨੇ ਮੰਗ ਰੱਖੀ ਆ ਵੀ ਜਿਹੜਾ ਇਹ ਏਰੀਆ ਹੈਗਾ ਆ ਮੁਸਲਮਾਨਾਂ ਦਾ, ਇਹਨੂੰ ਸੈਲਫ ਡਿਟਰਮੀਨੇਸ਼ਨ ਦਾ ਹੱਕ ਦਿੱਤਾ ਜਾਵੇ। ਉਹਦਾ ਨਾਲ ਕੀ ਹੋਣਾ, ਸੈਲਫ ਡਿਟਰਮੀਨੇਸ਼ਨ ਜਿਸ ਤਰ੍ਹਾਂ ਆਪਾਂ ਪੜ੍ਹ ਕੇ ਹਟੇ ਆ ਵੀ ਤੁਹਾਨੂੰ ਤਾਂ ਇਹ ਜਿਹੜਾ ਹੈਗਾ ਵੀ ਉਸ ਏਰੀਆ ਦੇ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਪੂਰਾ ਹੱਕ ਦਿੱਤਾ ਜਾਵੇ ਤਾਂ ਕਿ ਉਹ ਜਿਹੜਾ ਆਪਣਾ ਫੈਸਲਾ ਖੁਦ ਕਰ ਸਕਣ ਵੀ ਉਹਨਾਂ ਨੇ ਆਪਣੀ ਸਰਕਾਰ ਜਿਹੜੀ ਆ ਕਿਹਦੇ ਨਾਲ ਮਿਲ ਕੇ ਬਣਾਉਣੀ ਹੈਗੀ ਆ, ਜਾਂ ਆਪਣਾ ਦੇਸ਼ ਜਿਹੜਾ ਹੈਗਾ ਆ ਉਸ ਏਰੀਏ ਦੇ ਵਿੱਚ ਸੈਪਰੇਟ ਬਣਾਉਣਾ ਜਾਂ ਕਿਸੇ ਨਾਲ ਮਿਲਣਾ ਹੈਗਾ। ਇਹ ਜਿਹੜਾ ਫੈਸਲਾ ਕਰਨ ਦਾ ਹੱਕ ਉਸ ਏਰੀਆ ਦੀ ਕਮਿਊਨਿਟੀ ਨੂੰ ਦਿੱਤਾ ਜਾਵੇ ਔਰ ਉਹਨਾਂ ਤੇ ਛੱਡ ਦਿੱਤਾ ਜਾਵੇ ਕਿ ਉਹ ਇੰਡੀਆ ਦੇ ਨਾਲ ਆਉਣਾ ਚਾਹੁੰਦੇ ਆ ਜਾਂ ਕਾਬੁਲ ਦੇ ਨਾਲ ਜਾਣਾ ਚਾਹੁੰਦੇ ਹੈਗੇ ਆ। ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆਪਣੇ ਆਪਣੇ ਸਮਰਥ ਸੀਗਾ ਬੰਦਾ ਹਿੰਦੂਆਂ ਦਾ, ਉਹ ਇਹ ਸਾਰਾ ਕੁਝ ਦੇਖ ਰਿਹਾ ਸੀਗਾ ਔਰ ਉਹਨੂੰ ਇਹ ਜਿਹੜਾ ਸਾਰਾ ਲਿੰਕ ਸਮਝ ਆ ਰਿਹਾ ਸੀਗਾ ਵੀ ਕਿਸ ਤਰ੍ਹਾਂ ਇਹ ਕਨਸੈਪਟ ਜਿਹੜਾ ਹੈਗਾ ਇੱਕ ਵੱਖਰੇ ਨੇਸ਼ਨ ਦਾ ਸਾਹਮਣੇ ਆ ਰਿਹਾ ਹੈਗਾ। 1924 ਤੋਂ ਲੈ ਕੇ 1930 ਦੇ ਤੱਕ ਜਿਹੜਾ ਹੈਗਾ ਆ ਕੋਈ ਹਰਕਤ ਨਹੀਂ ਹੋਈ ਹੈਗੀ। ਉਦੋਂ ਤੱਕ ਸਿਰਫ ਇੱਕ ਵਨ ਨੇਸ਼ਨ ਥਿਊਰੀ ਹੀ ਚੱਲ ਰਹੀ ਸੀ ਵੀ ਭਾਰਤ ਹੀ ਸਾਰਾ ਜਿਹੜਾ ਹੈਗਾ ਇੱਕ ਸਾਂਝਾ ਹੈਗਾ, ਉਹਦੇ ਵਿੱਚ ਬਾਕੀ ਕਮਿਊਨਿਟੀਜ਼ ਰਹਿੰਦੀਆਂ ਹੈਗੀਆਂ। ਮੁਸਲਮਾਨਾਂ ਦਾ ਜ਼ਿਆਦਾ ਜ਼ੋਰ ਸੀਗਾ ਵੀ ਹਿੰਦੂਆਂ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਨੈਗੋਸੀਏਸ਼ਨ ਕੀਤੀ ਜਾਵੇ ਤਾਂ ਕਿ ਜਿਹੜੇ ਮੁਸਲਮਾਨਾਂ ਦੀ ਸੁਰੱਖਿਆ ਕੀਤੀ ਜਾ ਸਕਦੀ ਹੈਗੀ ਆ। ਉਹਨਾਂ ਦਾ ਧਿਆਨ ਕੋਈ ਵੰਡ ਵੱਲ ਨਹੀਂ ਸੀਗਾ ਵੀ ਅਲੱਗ ਪਾਕਿਸਤਾਨ ਵੱਲ, ਇਸ ਤਰ੍ਹਾਂ ਦਾ ਨਹੀਂ ਸੀਗਾ। 1930 ਦੇ ਵਿੱਚ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ, ਜਿਸ ਤਰ੍ਹਾਂ ਆਪਾਂ ਪੜ੍ਹ ਚੁੱਕੇ ਹਾਂ ਵੋਲਿਊਮ 2 ਦੇ ਵਿੱਚ, ਉਹਦੇ ਵਿੱਚ ਜਿਹੜਾ ਹੈਗਾ ਆ ਵੀ ਇਹ ਆਈਡੀਆ ਪਾਕਿਸਤਾਨ ਦਾ ਜਿਹੜਾ ਸੀਗਾ ਇਹਨੂੰ ਸਾਹਮਣੇ ਲਿਆਂਦਾ ਗਿਆ। ਹਾਲਾਂਕਿ ਉਦੋਂ ਸੀਰੀਅਸਲੀ ਨਹੀਂ ਲਿਆ ਗਿਆ, ਪਰ ਇਹ ਆਈਡੀਆ ਲੋਕਾਂ ਦੇ ਦਿਮਾਗਾਂ ਦੇ ਵਿੱਚ ਪਾ ਦਿੱਤਾ ਗਿਆ ਸੀਗਾ ਵੀ ਇਹ ਜਿਹੜਾ ਪਾਕਿਸਤਾਨ ਦੀ ਜਿਹੜੀ ਸੋਚ ਮੁਸਲਮਾਨ ਰੱਖਦੇ ਹੈਗੇ ਆ। ਪੋਸੀਬਿਲਿਟੀ ਕਿਉਂ ਨਹੀਂ ਸੀਗੀ, ਉਦੋਂ ਮੁਸਲਮਾਨਾਂ ਨੂੰ ਵੀ ਪਤਾ ਸੀਗਾ ਵੀ ਪੋਸੀਬਲ ਨਹੀਂ ਹੈਗਾ, ਸੱਚ ਸੱਚਾਈ ਜਿਹੜੀ ਹੈਗੀ ਆ ਅਖਤਿਆਰ ਜਿਹੜਾ ਅਸਲੀ ਰੂਪ ਨਹੀਂ ਲੈ ਸਕਦੀ ਹੈਗੀ, ਕਿਉਂਕਿ ਉਸ ਟਾਈਮ ਜਿਹੜੇ ਮੁਸਲਮਾਨ ਸੀਗੇ ਇੱਕ ਆਰਗੇਨਾਈਜ਼ਡ ਨਹੀਂ ਸੀਗੇ ਔਰ ਦੂਸਰਾ ਜਿਹੜਾ ਬ੍ਰਿਟਿਸ਼ ਸਰਕਾਰ ਨੂੰ ਉਹ ਮਜਬੂਰ ਨਹੀਂ ਕਰ ਸਕਦੇ ਸੀਗੇ, ਇੰਨੀ ਉਹਨਾਂ ਦੀ ਜਿਹੜੀ ਆ ਆਰਗੇਨਾਈਜੇਸ਼ਨ ਪਾਵਰ ਨਹੀਂ ਸੀਗੀ। ਤੇ ਦੂਸਰਾ ਜਿਹੜਾ ਰੀਜ਼ਨ ਸੀਗਾ ਵੀ ਇਹਨੂੰ ਇੰਨਾ ਲੇਟ ਕਿਉਂ ਕੀਤਾ ਗਿਆ, ਮੁਸਲਮਾਨ ਜਿਹੜੇ ਲੀਡਰ ਸੀਗੇ ਉਹ ਕਿਸ ਤਰ੍ਹਾਂ ਪਾਕਿਸਤਾਨ ਨੂੰ ਜਾਇਜ਼ ਠਹਿਰਾਉਣ, ਕਿਸ ਤਰ੍ਹਾਂ ਆਪਣੇ ਜਿਹੜੇ ਦਾਰਸ਼ਨਿਕ ਪੱਖੋਂ ਕਿਸ ਤਰ੍ਹਾਂ ਉਹਨਾਂ ਨੂੰ ਜਾਇਜ਼ ਠਹਿਰਾਉਣ, ਇਹ ਚੀਜ਼ ਨੂੰ ਵੀ ਸਮਝਣ ਵਿੱਚ ਉਹਨਾਂ ਨੇ ਸਮਰਥ ਰਹੇ ਹੈਗੇ ਆ। ਕਾਫੀ ਟਾਈਮ ਲੱਗ ਗਿਆ ਹੈਗਾ ਔਰ ਮੁਸਲਮਾਨਾਂ ਨੂੰ ਇਹ ਡਰ ਵੀ ਸੀਗਾ ਵੀ ਕਹਿੰਦੇ ਆ ਵੀ ਜੇ ਅਸੀਂ ਪਾਕਿਸਤਾਨ ਦੀ ਗੱਲ ਕਰਾਂਗੇ, ਇੱਕ ਪੋਲੀਟੀਕਲ ਡਿਮਾਂਡ ਦੀ ਗੱਲ ਕਰਾਂਗੇ ਤੇ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਆ ਬਾਕੀ ਜਿਹੜੇ ਮੁਸਲਮਾਨ ਹੈਗੇ ਆ ਹਾਲੇ ਤੱਕ ਉਹਨਾਂ ਦੀ ਜਿਹੜੀ ਆ ਉਹਨਾਂ ਦੇ ਨਾਲ ਖੜੇ ਨਹੀਂ ਸੀਗੇ, ਇੱਕ ਕਮਿਊਨਿਟੀ ਵਾਂਗ ਤਾਂ ਖੜੇ ਸੀਗੇ, ਪਰ ਉਹਨਾਂ ਦੇ ਵਿੱਚ ਇਹ ਜਿਹੜੀ ਭਾਵਨਾ ਹੈਗੀ ਹੈ ਕਿ ਕਮਿਊਨਿਟੀ ਨੂੰ ਛੱਡ ਇੱਕ ਨੇਸ਼ਨ ਵੱਲ ਜਾਣ ਦੀ, ਉਹ ਹੱਲੇ ਵਿਕਸਿਤ ਨਹੀਂ ਹੋਈ ਸੀਗੀ ਆਮ ਮੁਸਲਮਾਨਾਂ ਦੇ ਵਿੱਚ। ਇਹ ਵੀ ਉਹਨਾਂ ਨੂੰ ਡਰ ਸੀਗਾ ਮੁਸਲਮਾਨ ਲੀਡਰਾਂ ਨੂੰ, ਇਸ ਕਰਕੇ ਇਹ ਜਿਹੜਾ ਕੰਸੈਪਟ ਆ ਪਾਕਿਸਤਾਨ ਦਾ ਹੱਲੇ ਉਹਨਾਂ ਦੇ ਜ਼ਿਹਨ ਵਿੱਚ ਹੀ ਸੀਗਾ, ਇਹਨੂੰ ਜ਼ਮੀਨੀ ਤੌਰ 'ਤੇ ਉਹ ਲਿਆ ਨਹੀਂ ਸਕੇ ਹੈਗੇ। ਔਰ ਇਹ ਉਸ ਟਾਈਮ ਜਿਹੜੀ ਹੈਗੀ ਆ ਰਾਸ਼ਟਰੀ ਤੌਰ 'ਤੇ ਜਿਹੜੀ ਹੈਗੀ ਆ ਲੋਕਾਂ ਵਿੱਚ ਸਮਝ ਵੀ ਇਹ ਨਹੀਂ ਸੀਗੀ ਇੰਨੀ ਸਟਰੋਂਗ। ਇਹ ਗੱਲ ਹੈਗੀ ਆਪਣੇ 1923 ਤੋਂ ਲੈ ਕੇ 24 ਤੋਂ ਲੈ ਕੇ 1930 ਤੱਕ। ਤੇ ਇਹਨੂੰ ਆਪਾਂ ਜੇ ਦੇਖਿਆ ਜਾਵੇ ਵੀ ਜੇ ਮੁਸਲਮਾਨ ਐਸਾ ਮਿਨੋਰਟੀ ਦੀ ਗੱਲ ਕਰਾਂਗੇ, ਉਹਨਾਂ ਦੇ ਹੱਕਾਂ ਦੀ ਗੱਲ ਕਰਾਂਗੇ, ਸੁਰੱਖਿਆ ਦੀ ਗੱਲ ਕਰਾਂਗੇ, ਕਹਿੰਦੇ ਵੀ ਮਿਨੋਰਟੀ ਚਾਹੇ ਉਹ ਕਮਿਊਨਿਟੀ ਆ ਚਾਹੇ ਉਹ ਨੇਸ਼ਨ ਆ, ਜਿੱਥੋਂ ਤੱਕ ਉਹਨਾਂ ਦੇ ਹੱਕਾਂ ਦੀ ਸੁਰੱਖਿਆ ਦੀ ਗੱਲ ਹੈਗੀ ਆ ਉਹ ਉਸ ਤਰ੍ਹਾਂ ਹੀ ਸੇਮ ਹੀ ਆ। ਸੁਰੱਖਿਆ ਜਿਹੜੀ ਹੈਗੀ ਉਹਨਾਂ ਦੇ ਹੱਕਾਂ ਦੀ ਸੁਰੱਖਿਆ, ਚਾਹੇ ਉਹ ਨੇਸ਼ਨ ਹੈਗਾ ਆ ਤੇ ਚਾਹੇ ਉਹ ਮਾਈਨਰ ਕਮਿਊਨਿਟੀ ਆ, ਉਹਨਾਂ 'ਚ ਕੋਈ ਅੰਤਰ ਨਹੀਂ ਹੈਗਾ, ਦੋਨੇ ਇੱਕੋ ਹੀ ਹੈਗੇ ਆ। ਉਹ ਚਾਹੁੰਦੇ ਕੀ ਹੈਗੇ ਆ ਵੀ ਜਿਹੜਾ ਜ਼ਾਲਿਮ ਮੈਜੋਰਟੀ ਹੈਗੀ ਆ ਉਹਨਾਂ ਦੇ ਵਿਰੁੱਧ ਉਹਨਾਂ ਨੂੰ ਜਿਹੜੀ ਸੁਰੱਖਿਆ ਸੇਫਗਾਰਡਸ ਦਿੱਤੇ ਜਾਣ। ਇਹਦੇ 'ਤੇ ਕੋਈ ਇਹ 'ਤੇ ਨਿਰਭਰ ਨਹੀਂ ਕਰਦਾ ਵੀ ਉਹ ਕਮਿਊਨਿਟੀ ਦੀ ਭਾਵਨਾ ਹੈਗੀ ਉਹਨਾਂ 'ਚ ਜਾਂ ਨੇਸ਼ਨ ਦੀ ਭਾਵਨਾ ਹੈਗੀ ਆ। ਤੇ ਫਰਕ ਜਿਹੜਾ ਮੋਟਾ ਵੱਡਾ ਫਰਕ ਇਹਦੇ ਵਿੱਚ, ਜਿਸ ਤਰ੍ਹਾਂ ਦੀ ਜਿਹੜੀ ਕਮਿਊਨਿਟੀ ਹੈਗੀ ਆ ਉਹਦਾ ਜਿਹੜਾ ਡੈਸਟੀਨੇਸ਼ਨ ਹੁੰਦਾ ਹੈਗਾ ਆ ਉਹ ਕੀ ਕਹਿੰਦੇ ਹੈਗੇ ਆ ਵੀ ਉਹਨਾਂ ਦਾ ਇੱਕ ਆਪਣੇ ਬਾਕੀ ਜਿਹੜੇ ਰਹਿਣ ਵਾਲੇ ਹੁੰਦੇ ਆ ਇੱਕ ਕਾਮਨ ਡੈਸਟੀਨੇਸ਼ਨ ਹੁੰਦੀ ਹੈ, ਇੱਕ ਕਾਮਨ ਜਿਹੜਾ ਫਿਊਚਰ ਦੇਖਣ ਦੀ ਉਹ ਇੱਛਾ ਰੱਖਦੇ ਹੈਗੇ ਆ। ਜਿਹੜਾ ਨੇਸ਼ਨ ਜਦੋਂ ਭਾਵਨਾ ਆ ਜਾਂਦੀ ਆ ਉਦੋਂ ਫਿਰ ਜਿਹੜਾ ਬਾਕੀ ਇੱਕੋ ਹੀ ਏਰੀਆ ਦੇ ਵਿੱਚ ਰਹਿੰਦੇ ਹੋਏ ਲੋਕ ਜਿਹੜੇ ਹੈਗੇ ਆ, ਟੈਰੀਟਰੀ ਦੇ ਵਿੱਚ ਰਹਿੰਦੇ ਹੋਏ ਲੋਕ ਹੈਗੇ ਆ, ਉਹਨਾਂ ਦੇ ਵਿੱਚ ਦੂਸਰਿਆਂ ਪ੍ਰਤੀ ਜਿਹੜੀ ਨਫ਼ਰਤ ਦੀ ਭਾਵਨਾ ਪੈਦਾ ਹੋ ਜਾਂਦੀ ਆ ਤੇ ਉਹ ਕਹਿੰਦੇ ਆ ਵੀ ਸਾਨੂੰ ਜਿਹੜਾ ਹੈਗਾ ਆ ਅਸੀਂ ਇਹਨਾਂ ਦਾ ਹਿੱਸਾ ਨਹੀਂ ਹੈਗੇ ਤੇ ਸੈਪਰੇਟ ਸਾਨੂੰ ਜਿਹੜਾ ਇੱਕ ਨੇਸ਼ਨ ਜਿਹੜਾ ਹੈਗਾ ਆ
ਕੰਸੀਡਰ ਕੀਤਾ ਜਾਵੇ, ਇਸ ਤਰ੍ਹਾਂ ਦੀ ਜਿਹੜੀ ਭਾਵਨਾ ਆ ਜਾਂਦੀ ਹੈਗੀ ਹੈ। ਤੇ ਇਸ ਦੇ ਵਿੱਚ ਕਹਿੰਦੇ ਇਹੀ ਚੀਜ਼ ਹੈਗੀ ਹੈ ਵੀ ਜਿਸ ਤਰ੍ਹਾਂ ਜੇ ਆਪਾਂ ਦੇਖਿਆ ਜਾਵੇ ਦੂਸਰੇ ਪਾਸੇ, ਇਹ ਤਾਂ ਮੁਸਲਮਾਨਾਂ ਦੀ ਗੱਲ ਹੋਈ, ਤੇ ਜੇ ਆਪਾਂ ਦੇਖਿਆ ਜਾਵੇ ਛੂਤਾਂ ਵੱਲ, ਕ੍ਰਿਸਚਨਾਂ ਵੱਲ ਤੇ ਪਾਰਸੀਆਂ ਵੱਲ, ਇਹੀ ਉਹਨਾਂ ਦਾ ਰਿਲੇਸ਼ਨ ਹੈਗਾ ਹਿੰਦੂਆਂ ਲਈ, ਕਿਉਂਕਿ ਉਹ ਇੱਕ ਆਪਣਾ ਜਿਹੜਾ ਕਮਿਊਨਿਟੀ ਸਮਝ ਰਹੇ ਆ। ਅਨਟੱਚੇਬਲਸ, ਕ੍ਰਿਸਚਨ, ਪਾਰਸੀ ਆਪਣੇ ਆਪ ਨੂੰ ਇੱਕ ਸੈਪਰੇਟ ਕਮਿਊਨਿਟੀ ਸਮਝਦੇ ਆ ਹਿੰਦੂਆਂ ਤੋਂ, ਪਰ ਉਹ ਇੱਕ ਨੇਸ਼ਨ ਨਹੀਂ ਸਮਝਦੇ। ਇਸ ਕਰਕੇ ਉਹ ਜਿਹੜੇ ਆ ਉੱਥੇ ਹੈਗੇ, ਇਕੱਠੇ ਹੈਗੇ ਆ। ਪਰ ਮੁਸਲਮਾਨਾਂ ਦੇ ਵਿੱਚ ਜਿਹੜੀ ਆ ਇਹ ਬਦਲਾਅ ਆ ਜਾਂਦਾ, ਔਰ ਇਹ ਬਦਲਾਅ ਜਿਹੜਾ ਹੈਗਾ ਆ ਮੁਸਲਮਾਨਾਂ ਦੇ ਲੀਡਰਾਂ ਦੇ ਵਿੱਚ ਵੀ ਬਹੁਤ ਉਗਰ ਰੂਪ ਦੇ ਵਿੱਚ ਸਾਹਮਣੇ ਆਉਂਦਾ ਹੈਗਾ ਆ। ਜਿੱਦਾਂ ਜਿੰਨਾ ਹੈਗਾ ਆ ਇਸ ਚੀਜ਼ ਨੂੰ ਚੱਕਦਾ ਹੈਗਾ ਵੀ ਪਾਕਿਸਤਾਨ ਜਿਹੜਾ ਇੱਕ ਸੱਚਾਈ ਹੈ, ਇਹਨੂੰ ਸੱਚਾਈ ਨੂੰ ਅਸੀਂ ਜਿਹੜਾ ਅਮਲੀ ਰੂਪ ਵਿੱਚ ਲਿਆ ਕੇ ਰਹਿਣਾ ਹੈਗਾ ਆ। ਇਹ ਬਾਅਦ ਵਿੱਚ ਜਦੋਂ ਕਮਿਊਨਿਟੀ ਤੋਂ ਨੇਸ਼ਨ ਦੀ ਧਾਰਨਾ ਆਉਂਦੀ ਹੈਗੀ ਆ, ਤੇ ਫਿਰ ਇਸ ਤਰ੍ਹਾਂ ਉਸ ਲੀਡਰ ਜਿਹੜੇ ਹੈਗੇ ਆ ਲੋਕਾਂ ਵਿੱਚ, ਮੁਸਲਮਾਨ ਲੋਕਾਂ ਵਿੱਚ ਪ੍ਰਚਾਰ ਕਰਦੇ ਹੈਗੇ ਆ। ਤੇ ਇਹੀ ਜਿਹੜਾ ਨੋਸ਼ਨ ਹੈਗਾ ਆ, ਇਹ ਜਿਹੜੀ ਮਾਨਸਿਕਤਾ ਆ ਇੱਕ ਕਮਿਊਨਿਟੀ ਤੋਂ ਨੇਸ਼ਨ ਆਉਣ ਦੇ ਵਿੱਚ, ਇਹੀ ਇੱਕ ਬਹੁਤ ਵੱਡਾ ਕਾਰਨ ਆ ਵੀ ਜਿਹੜਾ ਇਹ ਪਾਕਿਸਤਾਨ ਦਾ ਪਾਕਿਸਤਾਨ ਨੂੰ ਜਾਇਜ਼ ਠਹਿਰਾਉਣ ਦੇ ਲਈ ਇੰਨਾ ਟਾਈਮ ਲੱਗਾ। ਇਸੇ ਕਰਕੇ ਲੱਗਾ ਵੀ ਕਮਿਊਨਿਟੀ ਤੋਂ ਨੇਸ਼ਨ ਆਉਣ ਤੇ ਜਿੰਨਾ ਟਾਈਮ ਲੱਗਾ ਉਹਨਾਂ ਨੂੰ। ਤੇ ਇਹ ਜਿਹੜਾ ਹੈਗਾ ਆ ਵੀ ਕਹਿੰਦੇ ਆਪਣੇ ਮੁਸਲਮਾਨਾਂ ਨੇ ਵੀ ਇਹ ਮੰਨ ਲਿਆ ਸੀਗਾ ਵੀ ਜਿਹੜਾ, ਔਰ ਜਾਂ ਉਹਨਾਂ ਨੇ ਵੀ ਇਹ ਚੀਜ਼ ਸਮਝ ਲਈ ਸੀਗੀ ਅਸਲੀਅਤ ਕੀ ਆ, ਤੇ ਉਹਨਾਂ ਦਾ ਜਿਹੜਾ ਅਲਟੀਮੇਟ ਜਿਹੜਾ ਅੰਤਲਾ ਜਿਹੜਾ ਉਹਨਾਂ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਜਾਂ ਉਹਨਾਂ ਦੇ ਜਿਹੜਾ ਕਹਿ ਸਕਦੇ ਹਾਂ ਆਪਾਂ ਵੀ ਅਲਟੀਮੇਟ ਡੈਸਟੀਨੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈਗੀ ਹੈ। ਤੇ ਇਹਦੇ ਵਿੱਚ ਕਹਿੰਦੇ ਆ ਵੀ ਇਸ ਤਰ੍ਹਾਂ ਨਹੀਂ ਕਿ ਕੁਝ ਲੋਕ ਜਿਹੜੇ ਹੈਗੇ ਆ, ਇਹਨਾਂ ਵਿੱਚ ਹਿੰਦੂ ਵੀ ਆਉਂਦੇ ਆ, ਜਿਹੜੇ ਇਹ ਸਮਝਦੇ ਆ ਵੀ ਇਹ ਜਿਹੜਾ ਇੱਕਦਮ ਹੀ ਇਹਨਾਂ ਵਿੱਚ ਮਾਨਸਿਕ ਪਰਿਵਰਤਨ ਹੋ ਗਿਆ ਹੈਗਾ, ਔਰ ਇਸ ਤਰ੍ਹਾਂ ਦੀ ਗੱਲ ਕਰਦੇ ਹੈਗੇ ਆ। ਪਰ ਜੇ ਕਹਿੰਦੇ ਤੁਸੀਂ ਹਿੰਦੂ ਮੁਸਲਮਾਨਾਂ ਦੀ ਪੋਲਿਟਿਕਸ ਨੂੰ ਵੀ ਪਿਛਲੀ 20 ਸਾਲ ਦੇ ਵਿੱਚ ਕੀ ਹੋਇਆ, ਜੋ ਉਹਨੂੰ ਸਮਝੋਗੇ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਜਿਹੜਾ ਪਾਕਿਸਤਾਨ ਦਾ ਬੀਜ ਆ, ਇਹ ਬਹੁਤ ਪਹਿਲਾਂ ਹੀ ਬੋ ਦਿੱਤਾ ਗਿਆ ਹੈਗਾ ਆ। ਤੇ ਮੁਸਲਮਾਨ ਜਿਹੜੇ ਹੈਗੇ ਆ ਉਹ ਅਲੱਗ-ਅਲੱਗ ਰਸਤੇ ਤੁਰਦੇ ਰਹੇ ਆ, ਸਮਾਂਤਰ ਰਾਹ ਦੇ ਵਿੱਚ, ਪਰ ਇੱਕੋ ਹੀ ਰਾਹ ਕਦੀ ਨਹੀਂ ਉਹਨਾਂ ਨੇ ਫੜਿਆ ਹੈਗਾ। ਪੈਰਲਲ ਤੁਰਦੇ ਰਹੇ ਆ, ਅਲੱਗ-ਅਲੱਗ ਰਾਹ ਤੁਰਦੇ ਰਹੇ ਹੈਗੇ, ਕਦੀ ਵੀ ਇੱਕ ਪਾਸੇ ਨਹੀਂ ਆਏ ਹੈਗੇ। ਤੇ ਜਿਸ ਤਰ੍ਹਾਂ ਜੇ ਆਪਾਂ ਇਤਿਹਾਸ ਦੇਖੀਏ, 1885 ਵਿੱਚ ਜਿਹੜੀ ਆ ਕਾਂਗਰਸ ਬਣਦੀ ਹੈਗੀ ਆ, ਉਦੋਂ ਵੀ ਜਿਹੜਾ ਹੈਗਾ ਆ ਬ੍ਰਿਟਿਸ਼ਰਸ ਦਾ ਕੰਮ ਹੁੰਦਾ। ਬ੍ਰਿਟਿਸ਼ਰਸ ਨੇ ਉਦੋਂ ਕੀ ਕੀਤਾ ਸੀਗਾ, ਬ੍ਰਿਟਿਸ਼ਰਸ ਨੇ ਆਲਰੇਡੀ ਮੁਸਲਮਾਨ ਨੂੰ ਇੱਕ ਸੈਪਰੇਟ ਆਇਡੈਂਟੀਟੀ ਦੇਣ ਦੀ ਕੋਸ਼ਿਸ਼ ਕੀਤੀ ਸੀਗੀ, ਜਾਂ ਮੰਨਣ ਦੀ ਜਿਹੜੀ ਹੈਗੀ ਆ ਪ੍ਰਚਾਰ ਕਰਤਾ ਸੀਗਾ। ਤੇ ਬ੍ਰਿਟਿਸ਼ਰਸ ਚਾਹੁੰਦੇ ਸੀਗੇ ਵੀ ਮੁਸਲਮਾਨ ਜਿਹੜੇ ਕਾਂਗਰਸ ਤੋਂ ਦੂਰ ਰਹਿਣ। 1885 ਤੋਂ ਲੈ ਕੇ 1905 ਦੇ ਵਿੱਚ ਮੁਸਲਮਾਨ ਜਿਹੜੇ ਹੈਗੇ ਆ ਜ਼ਿਆਦਾ ਇੰਟਰਫੇਅਰ ਨਹੀਂ ਕੀਤਾ, ਉਹਨਾਂ ਨੇ ਬਾਹਰ ਹੀ ਰਹੇ ਹਿੰਦੂ ਪੋਲਿਟਿਕਸ ਨਾਲ ਜਾਂ ਕਾਂਗਰਸ ਪੋਲਿਟਿਕਸ ਦੇ ਨਾਲੋਂ ਜ਼ਿਆਦਾਤਰ ਜਿਹੜੇ ਮੁਸਲਮਾਨ। 1906 ਦੇ ਵਿੱਚ ਕੀ ਹੁੰਦਾ ਹੈਗਾ, ਮੁਸਲਮਾਨਾਂ ਨੇ ਮਹਿਸੂਸ ਕੀਤਾ ਵੀ ਉਹਨਾਂ ਨੂੰ ਵੀ ਰਾਜਨੀਤਿਕ ਤੌਰ ਤੇ ਸਰਗਰਮ ਹੋਣਾ ਚਾਹੀਦਾ ਹੈਗਾ, ਤੇ ਉਹਨਾਂ ਨੇ ਆਪਣੀ ਮੁਸਲਿਮ ਲੀਗ ਦੀ ਸਥਾਪਨਾ ਕੀਤੀ, ਔਰ ਉਹਨਾਂ ਦੇ ਵਿੱਚ ਉਹਨਾਂ ਨੇ ਆਪਣਾ ਪ੍ਰਤੀਨਿਧੀ ਜਿਹੜਾ ਹੈਗਾ ਆ ਦੀ ਜਿਹੜੀ ਛਵੀ ਆ ਦੇਖੀ। 1916 ਦੇ ਵਿੱਚ ਜਦੋਂ ਮੁਸਲਿਮ ਜਿਹੜੀ ਲੀਗ ਹੈਗੀ ਆ ਕਾਂਗਰਸ ਨਾਲ ਮਿਲਦੀ ਹੈਗੀ ਆ, ਲਖਨਊ ਪੈਕਟ ਹੁੰਦਾ ਆ, ਔਰ ਉਹ ਜਿਹੜੀਆਂ ਸ਼ਰਤਾਂ ਗਵਰਨਮੈਂਟ ਆਫ ਇੰਡੀਆ 1919 ਐਕਟ ਦੇ ਵਿੱਚ ਲਿਆਂਦੀਆਂ ਜਾਂਦੀਆਂ ਹੈਗੀਆਂ। ਇਸ ਤਰ੍ਹਾਂ ਹੀ 1925 ਦੇ ਵਿੱਚ ਫਿਰ ਗੱਲ ਆਉਂਦੀ ਹੈਗੀ ਆ, ਮੁਸਲਿਮ ਲੀਗ ਜਿਹੜੀ ਆ ਕਾਂਗਰਸ ਨੂੰ ਦੁਬਾਰਾ ਮਿਲਦੀ ਹੈਗੀ ਹੈ, ਪਰ ਉਸ ਵੇਲੇ ਕੋਈ ਸਿੱਟਾ ਨਹੀਂ ਨਿਕਲਦਾ ਹੈਗਾ। 1928 ਦੇ ਵਿੱਚ ਫਿਰ ਦੁਬਾਰਾ ਮਿਲਦੀ ਹੈਗੀ ਆ, ਪਰ ਉਦੋਂ ਵੀ ਜਿਹੜੀ ਆ ਗੱਲਬਾਤ ਹੋ ਰਹੀ ਹੁੰਦੀ ਹੈ ਵੀ ਇਹ ਮੁਸਲਿਮ ਲੀਗ ਔਰ ਕਾਂਗਰਸ ਲੀਗ ਸ਼ਾਇਦ ਇੱਕ ਪੱਧਰ 'ਤੇ ਆ ਕੇ ਕੁਝ ਸਾਂਝੇ ਜਿਹੜੇ ਫੈਸਲੇ ਲੈ ਸਕਣ, ਪਰ ਇਸ ਤਰ੍ਹਾਂ ਹੋਇਆ ਨਹੀਂ ਹੈਗਾ, ਮੁਲਾਕਾਤ ਨਹੀਂ ਹੋਈ। ਔਰ ਜੇ ਥੋੜ੍ਹਾ ਜਿਹਾ ਆਪਾਂ ਪਿੱਛੇ ਕਿਹੜੇ ਟਾਈਮ ਜਿਹੜੇ ਇਕੱਠੇ ਹੋਏ ਹੈਗੇ ਆ, ਉਹ ਹੈਗਾ 1919 ਦੇ ਲਾਗੇ ਛਾਗੇ, ਜਦੋਂ ਖਿਲਾਫਤ ਮੂਵਮੈਂਟ ਸ਼ੁਰੂ ਹੋਈ ਸੀਗੀ, ਉਦੋਂ ਮੁਸਲਮਾਨ ਜਿਹੜੇ ਹੈਗੇ ਕਾਂਗਰਸ ਦੇ ਲਾਗੇ ਆ ਗਏ, ਪਰ ਬਹੁਤ ਛੋਟੇ ਟਾਈਮ ਲਈ, ਥੋੜ੍ਹੇ ਸਮੇਂ ਲਈ। ਬਾਅਦ ਵਿੱਚ ਇਹਨਾਂ ਦੇ ਵਿੱਚ ਜਿਹੜਾ ਅੰਤਰ ਸੀਗਾ ਉਹ ਉਸ ਤਰ੍ਹਾਂ ਹੀ ਬਰਕਰਾਰ ਰਿਹਾ। ਹਿੰਦੂ ਮੁਸਲਮਾਨਾਂ ਦੇ ਵਿੱਚ ਜਿਹੜਾ ਫਰਕ ਸੀਗਾ ਉਹ ਫਿਰ ਵਾਪਸ ਜਿਹੜਾ ਉਸੇ ਤਰ੍ਹਾਂ ਹੀ ਹੋ ਗਿਆ, ਔਰ ਇਹ ਜਿਹੜਾ ਹੈਗਾ ਆ ਹੌਲੀ ਹੌਲੀ ਜਿਹੜਾ ਫਰਕ ਇੰਨਾ ਕੁ ਵੱਧ ਗਿਆ, ਤੇ ਜਿਹੜੀ ਭਾਵਨਾ ਮੁਸਲਮਾਨਾਂ ਦੇ ਵਿੱਚ ਇੱਕ ਕਮਿਊਨਿਟੀ ਦੀ ਸੀਗੀ ਉਹ ਬਦਲ ਕੇ ਜਿਹੜਾ ਇੱਕ ਰਾਸ਼ਟਰ ਦੇ ਵੱਲ ਹੋ ਗਈ ਹੈਗੀ ਆ, ਔਰ ਉਹਨਾਂ ਵਿੱਚ ਜਿਹੜਾ ਪਾਰਟ ਸੀਗਾ ਹੋਰ ਜ਼ਿਆਦਾ ਹੋ ਗਿਆ। ਇਹ ਜਿਹੜਾ ਫਰਕ ਸੀਗਾ ਹਿੰਦੂ ਮੁਸਲਮਾਨਾਂ ਦੇ ਵਿੱਚ, ਇਹਨਾਂ ਨੇ ਇਹ ਜਿਹੜੇ ਫਰਕ ਨੂੰ ਉਹਨਾਂ ਨੇ ਨਵਾਂ ਨਾਮ ਦਿੱਤਾ ਪਾਕਿਸਤਾਨ। ਤੇ ਪਾਰਟ ਜਿਹੜਾ 6ਵਾਂ ਹੈਗਾ ਆ, ਇਹਦੇ ਵਿੱਚ ਬਾਬਾ ਸਾਹਿਬ ਨਿਚੋੜ ਦੱਸਦੇ ਹੈਗੇ ਆ ਵੀ ਅਖੰਡ ਭਾਰਤ ਜਿਹੜਾ ਕਹਿੰਦੇ ਆ ਵੀ ਕੀ ਇਹਦੇ ਬਾਰੇ ਕੀ ਵਿਚਾਰ ਹੈਗੇ ਆ ਮੁਸਲਮਾਨਾਂ ਦੇ ਤੇ ਹਿੰਦੂਆਂ ਦੇ। ਅਖੰਡ ਭਾਰਤ ਕਹਿੰਦੇ ਬਾਬਾ ਸਾਹਿਬ ਵੀ ਇਹ ਆਪਣੇ ਅਸੰਗਤ ਆ ਆਜ਼ਾਦੀ ਤੇ ਡੋਮੀਨੈਂਟ ਸਟੇਟਸ ਦੇ ਨਾਲ। ਉਹ ਕਿਸ ਤਰ੍ਹਾਂ ਸੰਗਤ ਕਿਉਂ ਹੈਗਾ ਆ, ਉਹ ਕਿਸ ਤਰ੍ਹਾਂ ਕਹਿੰਦੇ ਆ ਵੀ ਜਿਹੜੇ ਹਿੰਦੂ ਹੈਗੇ ਆ ਉਹ ਕੀ ਸੋਚਦੇ ਆ, ਕਹਿੰਦੇ ਵੀ ਉਹ ਬੜੇ ਫਰਸਟ੍ਰੇਟਡ ਹੈਗੇ ਆ ਵੀ ਜੇ ਉਹ ਸੋਚਦੇ ਆ ਵੀ ਉਹਨਾਂ ਦਾ ਜਿਹੜਾ ਭਵਿੱਖ ਹੈਗਾ ਆ
ਉਹ ਆਜ਼ਾਦੀ ਵਿੱਚ ਹੈਗਾ ਆ। ਤੇ ਮੁਸਲਮਾਨ ਕਹਿੰਦੇ ਆ ਫਿਰ ਜਿਹੜੇ ਆਪਣੇ ਹਿੰਦੂ ਜਿਹੜੇ ਮੁਸਲਮਾਨਾਂ ਨੂੰ ਕਿੱਦਾਂ ਦੇਖਦੇ ਵੀ ਜੇ ਆਜ਼ਾਦ ਹੋ ਜਾਂਦੇ ਆ ਤੇ ਮੁਸਲਮਾਨਾਂ ਨੇ ਕੀ ਉਹਦਾ ਫਾਇਦਾ ਲੈਣਾ ਹੈਗਾ ਆ ਜੇ ਉਹ ਆਜ਼ਾਦ ਹੋ ਜਾਂਦੇ ਆ, ਕਿਸ ਤਰ੍ਹਾਂ ਵੀ ਉਹਨਾਂ ਨੂੰ ਪਤਾ ਹੈਗਾ ਵੀ ਹੁਣ ਜਿਹੜੇ ਮੁਸਲਮਾਨ ਔਰ ਹਿੰਦੂ ਬ੍ਰਿਟਿਸ਼ ਅੰਪਾਇਰ ਦੀ ਛਤਰ ਛਾਇਆ ਵਿੱਚ ਹੈਗੇ, ਜਦੋਂ ਉਹ ਆਜ਼ਾਦ ਹੋ ਗਏ ਬਾਹਰ ਨਿਕਲ ਗਏ, ਤੇ ਮੁਸਲਮਾਨਾਂ ਨੇ ਬਾਹਰ ਨਿਕਲ ਕੇ ਆਜ਼ਾਦ ਹੋ ਕੇ ਬਾਕੀ ਮੁਸਲਿਮ ਕੰਟਰੀਆਂ ਦੇ ਨਾਲ ਜਿਹੜਾ ਹੈਗਾ ਆਪਣਾ ਸੰਗਠਨ ਬਣਾ ਕੇ ਹਿੰਦੂਆਂ ਨੂੰ ਗੁਲਾਮ ਬਣਾਉਣ ਦੇ ਵਿੱਚ ਜਿਹੜਾ ਆਪਣਾ ਜਿਹੜਾ ਉਹਨਾਂ ਦਾ ਮੇਨ ਮਕਸਦ ਸੀਗਾ ਉਹਦੇ ਵਿੱਚ ਲੱਗ ਜਾਣਾ ਹੈਗਾ ਆ। ਤੇ ਇਸ ਕਰਕੇ ਜਿਹੜਾ ਹੈਗਾ ਆ ਇਹ ਜਿਹੜੀ ਆਜ਼ਾਦੀ ਹੈ ਇਹ ਸਹੀ ਨਹੀਂ ਹੈਗੀ। ਇਹ ਇੱਕ ਤਰ੍ਹਾਂ ਦਾ ਮੁਸਲਿਮ ਰਾਜ ਲਿਆਉਣ ਦੇ ਵੱਲ ਇੱਕ ਕਦਮ ਹੈਗਾ ਆ। ਹਿੰਦੂ ਇਸ ਤਰ੍ਹਾਂ ਸੋਚਦੇ ਸੀਗੇ, ਮੁਸਲਮਾਨ ਵੀ ਉਹ ਵੀ ਕਾਫੀ ਫਰਸਟ੍ਰੇਟਡ ਸੀਗੇ, ਉਹ ਵੀ ਇਸ ਤਰ੍ਹਾਂ ਹੀ ਸੋਚਦੇ ਸੀਗੇ। ਤੇ ਆਪਣੇ ਕਹਿੰਦੇ ਵੀ ਜੇ ਡੋਮੀਨੀਅਨ ਸਟੇਟਸ ਵੀ ਆ ਜਾਂਦਾ ਹੈ, ਮਿਲ ਜਾਂਦਾ ਹੈਗਾ ਆ, ਤੇ ਮੁਸਲਮਾਨ ਜਿਹੜੇ ਹੈਗੇ ਆ ਇਹਨਾਂ ਨੂੰ ਮੰਨਣ ਦੇ ਲਈ ਇਨਕਾਰ ਕਰ ਦੇਣਗੇ। ਕਿਉਂਕਿ ਮੁਸਲਮਾਨਾਂ ਨੂੰ ਡਰ ਸੀਗਾ ਵੀ ਜੇ ਡੋਮੀਨੀਅਨ ਸਟੇਟਸ ਆ ਜਾਂਦਾ ਆ ਉਹਦੇ ਵਿੱਚ ਹਿੰਦੂ ਰਾਜ ਸਥਾਪਿਤ ਹੋ ਜਾਊਗਾ। ਕਿਉਂਕਿ ਜੇ ਆਪਾਂ ਦੇਖਾਂਗੇ ਵੀ ਕਹਿੰਦੇ ਸਿਧਾਂਤ ਨੂੰ ਵਰਤ ਕੇ ਵੀ ਵਨ ਮੈਨ ਵਨ ਵੋਟ ਤੇ ਵਨ ਵੈਲਿਊ, ਇਹਦੇ ਨਾਲ ਕੀ ਹੈਗਾ ਭਾਵੇਂ ਕਿ ਜਿਹੜਾ ਹੈਗਾ ਵੇਟੇਜ ਤੋਂ ਜ਼ਿਆਦਾ ਇਹਦੀ ਵੈਲਿਊ ਹੈਗੀ ਆ, ਇਹਦੇ ਨਾਲ ਕੀ ਹੈਗਾ ਜਿਹੜੀ ਸਰਕਾਰ ਬਣਨੀ ਸੀਗੀ ਜ਼ਿਆਦਾ ਪ੍ਰੋਵਿੰਸਿਸ ਦੇ ਵਿੱਚ ਹਿੰਦੂ ਸਰਕਾਰ ਬਣਨੀ ਸੀਗੀ। ਤੇ ਇਸ ਕਰਕੇ ਇਹਨਾਂ ਨੂੰ ਡਰ ਸੀਗਾ ਵੀ ਡੋਮੀਨੀਅਨ ਦੇ ਹੇਠਾਂ ਰਹਿ ਕੇ ਹਿੰਦੂ ਰਾਜ ਦੇ ਹੇਠਾਂ ਇਹਨਾਂ ਨੇ ਆ ਜਾਣਾ ਹੈਗਾ ਆ। ਤੇ ਇਸ ਕਰਕੇ ਕਹਿੰਦੇ ਵੀ ਇਹ ਜਿਹੜੀ ਬਹੁਤ ਹੀ ਲੋਕਾਂ ਦੇ ਵਿੱਚ ਫਰਸਟ੍ਰੇਸ਼ਨ ਭਰ ਰੱਖੀ ਸੀਗੀ। ਔਰ ਜੇ ਭਾਰਤ ਅਖੰਡ ਭਾਰਤ ਹੁੰਦਾ, ਤੇ ਇਸ ਕਰਕੇ ਬਾਬਾ ਸਾਹਿਬ ਕਹਿੰਦੇ ਆ ਵੀ ਜਿਹੜਾ ਜਿਹੜਾ ਮੁੱਖ ਸਵਾਲ ਹੈਗਾ ਉਹ ਇਹ ਹੈਗਾ ਆ ਵੀ ਕੀ ਜਿਹੜਾ ਅਖੰਡ ਭਾਰਤ ਹੈ ਇਹਦੇ ਲਈ ਲੜਨਾ ਸਾਨੂੰ ਚਾਹੀਦਾ, ਕਿ ਇਹ ਇੱਕ ਆਦਰਸ਼ ਹੈਗਾ ਆ ਕਿ ਇਹਦੇ ਲਈ ਲੜਿਆ ਜਾਵੇ। ਇਹਦੇ ਵਿੱਚ ਬਾਬਾ ਸਾਹਿਬ ਦੱਸਦੇ ਇਹਦੇ ਲਈ ਬਹੁਤ ਨੁਕਸਾਨ ਹੈਗੇ ਆ, ਬਹੁਤ ਡਿਸਐਡਵਾਂਟੇਜਸ ਹੈਗੇ ਆ ਜੇ ਅਖੰਡ ਭਾਰਤ ਰਹਿੰਦਾ ਹੈਗਾ। ਉਹ ਕਿਸ ਤਰ੍ਹਾਂ ਕਹਿੰਦੇ ਅਖੰਡ ਭਾਰਤ ਜੇ ਰਹਿੰਦਾ ਹੈਗਾ ਆ ਤੇ ਭਾਰਤ ਜਿਹੜਾ ਹੈਗਾ ਕਦੀ ਵੀ ਆਰਗੈਨਿਕ ਹੋਲ ਨਹੀਂ ਸੀਗਾ, ਭਾਵ ਵੀ ਇਹਦੇ ਵਿੱਚ ਜਿਹੜੇ ਰਹਿਣ ਵਾਲੇ ਸਮਾਜਿਕ ਤੱਤ ਹੈਗੇ ਆ ਉਹ ਇੱਕ ਦੂਜੇ ਤੋਂ ਵੱਖ ਹੈਗੇ ਆ, ਇੱਕ ਦੂਜੇ ਨਾਲ ਉਹਨਾਂ ਦੇ ਵਿੱਚ ਜਿਹੜੀ ਆ ਮਿਲਾਪ ਨਹੀਂ ਹੈਗਾ ਜਾਂ ਇੱਕ ਦੂਜੇ ਨਾਲ ਇੰਨਾ ਇੰਟਰੈਕਸ਼ਨ ਨਹੀਂ ਹੈਗਾ, ਤੇ ਉਹ ਕਦੀ ਵੀ ਇੱਕ ਆਰਗੈਨਿਕ ਹੋਲ ਨਹੀਂ ਰਹੇ ਹੈਗੇ ਕੰਟਰੀ ਦੇ ਵਿੱਚ। ਇਹ ਇਸ ਤਰ੍ਹਾਂ ਹੋਏਗਾ ਇੱਕ ਕੰਟਰੀ ਦੇ ਵਿੱਚ ਦੋ ਕੰਟਰੀਆਂ ਵਸ ਰਹੀਆਂ ਹੈਗੀਆਂ, ਇੱਕ ਪਾਕਿਸਤਾਨ ਇੱਕ ਹਿੰਦੁਸਤਾਨ। ਇਹਨਾਂ ਨੂੰ ਆਪਾਂ ਮਜਬੂਰੀ ਜ਼ਬਰਦਸਤੀ ਇੱਕ ਬਣਾਵਟੀ ਅਖੰਡ ਭਾਰਤ ਦੇ ਵਿੱਚ ਲਿਆ ਕੇ ਰੱਖ ਨਹੀਂ ਸਕਦੇ ਹੈਗੇ। ਇਹ ਜਿਹੜੀ ਦੋ ਰਾਸ਼ਟਰ ਦੀ ਜਿਹੜੀ ਥਿਊਰੀ ਹੈਗੀ ਹੈ ਇਹ ਇੱਕ ਕਹਿੰਦੇ ਵਾਇਰਸ ਵਾਂਗੂ ਕੰਮ ਕਰ ਰਹੀ ਹੈਗੀ ਆ, ਔਰ ਇਹ ਲੋਕਾਂ ਦੇ ਮਾਨਸਿਕਤਾ ਦੇ ਉੱਤੇ ਬਹੁਤ ਡੂੰਘੀ ਛਾਪ ਛੱਡ ਚੁੱਕੀ ਹੈਗੀ ਆ। ਤੇ ਔਰ ਇਹ ਜਿਹੜੀ ਅੱਜ ਨਹੀਂ ਤਾਂ ਕੱਲ ਜੇ ਆਪਾਂ ਜ਼ਬਰਦਸਤੀ ਵੀ ਕਰਦੇ ਹੈਗੇ ਆ ਇੱਕ ਕੰਟਰੀ ਜਾਂ ਇੱਕ ਅਖੰਡ ਭਾਰਤ ਦੀ, ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਮਾਨਸਿਕਤਾ ਹੈਗੀ ਆ ਸਾਨੂੰ ਲੈ ਡੁੱਬੇਗੀ ਔਰ ਜਿਹੜੀ ਅਖੰਡ ਭਾਰਤ ਨੂੰ ਇਹਨਾਂ ਨੇ ਟੁਕੜੇ ਟੁਕੜੇ ਕਰ ਦੇਵੇਗੀ। ਤੇ ਜੇ ਆਪਾਂ ਜ਼ਬਰਦਸਤੀ ਇਹਨੂੰ ਇਕੱਠਾ ਭਾਰਤ ਨੂੰ ਅਖੰਡ ਭਾਰਤ ਬਣਾਵਾਂਗੇ ਵੀ ਉਹਦੇ ਨਾਲ ਵੀ ਜਿਹੜਾ ਲੋਕਾਂ ਦੇ ਜਿਹੜੀ ਆ ਨੈਤਿਕ ਔਰ ਪਦਾਰਥਵਾਦੀ ਜਿਹੜੀ ਆ ਵਿਕਾਸ ਨਹੀਂ ਹੋਏਗਾ। ਭਾਰਤ ਉਸ ਵੇਲੇ ਇੱਕ ਅਨੀਮਿਕ ਇੰਡੀਆ, ਅਨੀਮਿਕ ਭਾਵ ਜਿਹਦੇ ਵਿੱਚ ਖੂਨ ਦੀ ਕਮੀ ਹੋਏਗੀ ਉਹਨੂੰ ਅਨੀਮਿਕ ਕਹਿੰਦੇ ਆ, ਵੀ ਇੱਕ ਬਿਮਾਰ ਸਟੇਟ ਮੰਨਿਆ ਜਾਵੇਗਾ ਤੇ ਜਿਹੜਾ ਕਿ ਇੱਕ ਜੀਂਦੀ ਲਾਸ਼ ਦੀ ਤਰ੍ਹਾਂ ਰਹਿ ਜਾਏਗਾ। ਇਸ ਕਰਕੇ ਕਹਿੰਦੇ ਅਖੰਡ ਭਾਰਤ ਜਿਹੜਾ ਹੋਣਾ ਨੁਕਸਾਨਦਾਇਕ ਹੈਗਾ। ਦੂਸਰਾ ਜੇ ਕਹਿੰਦੇ ਆਪਾਂ ਇੱਕ ਹੋਰ ਰੀਜ਼ਨ ਦੱਸਦੇ ਹੈਗੇ ਆ ਵੀ ਜੇ ਅਖੰਡ ਭਾਰਤ ਰੱਖਾਂਗੇ ਉਹਦੇ ਨਾਲ ਕੀ ਨੁਕਸਾਨ ਹੋਏਗਾ। ਦੂਸਰਾ ਨੁਕਸਾਨ ਇਹ ਹੋ ਗਿਆ ਵੀ ਉਹਦੇ ਵਿੱਚ ਜਿਹੜੀ ਹੈ ਰਾਜਨੀਤਿਕ ਜਿਹੜੀ ਵਿਕਾਸ ਹੋਣਾ ਹੈਗਾ ਭਾਰਤ ਦੇ ਵਿੱਚ ਉਹ ਨਹੀਂ ਹੋ ਸਕਦਾ ਜਦ ਤੱਕ ਉਹਦੇ ਵਿੱਚ ਜਿਹੜੀ ਹੈ ਫਿਰਕੂ ਜਿਹੜੇ ਸੰਬੰਧ ਹੈਗੇ ਆ ਉਹਨਾਂ ਨੂੰ ਨਜਿੱਠਿਆ ਨਾ ਜਾਊਗਾ, ਜਾਂ ਫਿਰਕੂ ਜਿਹੜੀਆਂ ਮੁਸੀਬਤਾਂ ਹੈਗੀਆਂ ਉਹਨਾਂ ਨੂੰ ਨਜਿੱਠਿਆ ਨਾ ਜਾਊਗਾ, ਤਦ ਤੱਕ ਰਾਜਨੀਤਿਕ ਵਿਕਾਸ ਨਹੀਂ ਹੋ ਸਕਦਾ। ਤੇ ਔਰ ਉਹਦੇ ਵਿੱਚ ਜਿਸ ਤਰ੍ਹਾਂ ਆਪਾਂ ਇਤਿਹਾਸ ਪੜ੍ਹ ਚੁੱਕੇ ਹੈਗੇ ਆ ਵੀ ਉਹ ਕਿਤੇ ਵੀ ਕਿਸੇ ਕੰਨੇ ਬੰਡੇ ਲੱਗ ਨਹੀਂ ਰਹੇ ਸੀਗਾ ਵੀ ਕਿਸ ਤਰ੍ਹਾਂ ਫਿਰਕੂ ਸਮੱਸਿਆ ਦਾ ਜਿਹੜਾ ਹੈਗਾ ਆ ਸਮਾਧਾਨ ਕੀਤਾ ਜਾਵੇ। ਤੀਸਰਾ ਜਿਹੜਾ ਨੁਕਸਾਨ ਸੀਗਾ ਵੀ ਜੇ ਆਪਾਂ ਜ਼ਬਰਦਸਤੀ ਅਖੰਡ ਭਾਰਤ ਬਣਾਵਾਂਗੇ ਤੇ ਇਹਦੇ ਨਾਲ ਜਿਹੜਾ ਹੈਗਾ ਆ ਆਪਾਂ ਜਿਹੜੀ ਇੱਕ ਤੀਸਰੀ ਪਾਰਟੀ ਦੀ ਜਿਹੜੀ ਹੈਗੀ ਆ ਲੋੜ ਪੈ ਜਾਏਗੀ। ਉਹ ਕਿਉਂਕਿ ਜੇ ਇਸ ਤਰ੍ਹਾਂ ਦਾ ਫੈਡਰੇਸ਼ਨ ਦੇ ਸੰਵਿਧਾਨ ਦੇ ਅੰਡਰ ਜਿਹੜੀ ਫੈਡਰੇਸ਼ਨ ਦੀ ਗੱਲ ਹੋ ਰਹੀ ਆ ਉਹਦੇ ਵਿੱਚ ਜਿਹੜੀਆਂ ਉਹਦੇ ਜਿਹੜੇ ਯੂਨਿਟਸ ਹੋਣਗੇ ਜਾਂ ਸਟੇਟਸ ਹੋਣਗੀਆਂ ਉਹ ਇੱਕ ਦੂਜੇ ਨੂੰ ਬੜਾ ਹੀ ਜਿੱਦਾਂ ਗੈਰ ਜਾਂ ਦੁਸ਼ਮਣ ਦੀ ਨਜ਼ਰ ਦੇ ਨਾਲ ਦੇਖਣਗੇ, ਤੇ ਉਹਦੇ ਲਈ ਉਹਨਾਂ ਨੂੰ ਫਿਰ ਤੀਸਰੀ ਜਿਹੜੀ ਆ ਇੱਕ ਪਾਰਟੀ ਵੱਲ ਨੂੰ ਉਹ ਦੇਖਣਗੇ ਜੇ ਉਹਨਾਂ ਦੇ ਆਪਸ ਵਿੱਚ ਕੋਈ ਵਿਵਾਦ ਹੋ ਜਾਂਦਾ ਹੈਗਾ ਆ। ਔਰ ਜੇ ਇਹ ਜਿਹੜੀ ਚੀਜ਼ ਹੈਗੀ ਆ ਜੇ ਆਪਾਂ ਇੱਦਾਂ ਦੀ ਫੈਡਰੇਸ਼ਨ ਨੂੰ ਨਵੇਂ ਸੰਵਿਧਾਨ ਦੇ ਅਧੀਨ ਬਰਕਰਾਰ ਰੱਖਣਾ ਹੋਵੇ ਤੇ ਸਾਨੂੰ ਬਹੁਤ ਵੱਡੀ
ਤਾਦਾਦ ਵਿੱਚ ਜਿਹੜੀ ਹੈਗੀ ਆ ਆਰਮੀ ਚਾਹੀਦੀ ਹੈਗੀ ਆ, ਤਾਂ ਕਿ ਇਹਦੇ ਵਿੱਚ ਕੋਈ ਜਿਹੜਾ ਹੈਗਾ ਆ ਲੜਾਈ ਦਾ ਜਿਹੜੇ ਅਸਾਰ ਆ ਉਹ ਨਾ ਪੈਦਾ ਹੋ ਜਾਣ। ਵੀ ਜੇ ਆਪਾਂ ਇਹਨੂੰ ਅਖੰਡ ਭਾਰਤ ਬਣਾ ਕੇ ਰੱਖਾਂਗੇ ਜਿੱਥੇ ਵਿੱਚ 2 ਰਾਸ਼ਟਰ ਵਸਦੇ ਹੈਗੇ ਆ। ਤੇ ਕਹਿੰਦੇ ਆ ਵੀ ਹਾਂ ਇਹਦੇ ਵਿੱਚ ਉਹੀ ਆ। ਉਸ ਤੋਂ ਬਾਅਦ ਅੱਗੇ ਦੱਸਦੇ ਆ ਵੀ ਜੇ ਫਾਇਦਾ ਕੀ ਹੈਗਾ ਵੀ ਜੇ ਭਾਰਤ ਦਾ 2 ਹਿੱਸਿਆਂ 'ਚ ਵੰਡ ਹੋ ਜਾਂਦਾ ਪਾਕਿਸਤਾਨ ਔਰ ਹਿੰਦੁਸਤਾਨ ਦੇ ਵਿੱਚ, ਇਹਦੇ ਨਾਲ ਕੀ ਹੈਗਾ ਕਹਿੰਦੇ ਵੀ ਦੋਨਾਂ ਹੀ ਧਿਰਾਂ ਲਈ ਇਹ ਉਹਨਾਂ ਦੀ ਜਿਹੜੀ ਆਪਣੀ ਤਕਦੀਰ ਆ ਉਹਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ ਆ, ਇਹਨਾਂ ਦੇ ਰਾਹ ਜਿਹੜੇ ਆ ਦੋਨਾਂ ਲਈ ਖੁੱਲ੍ਹ ਜਾਂਦੇ ਹੈਗੇ ਆ। ਮੁਸਲਮਾਨਾਂ ਨੂੰ ਪੂਰਾ ਜਿਹੜਾ ਮੌਕਾ ਮਿਲੇਗਾ ਵੀ ਉਹ ਜਿਹੜਾ ਹੈਗਾ ਪਾਕਿਸਤਾਨ ਆਪਣਾ ਬਣਾ ਸਕਣ ਤੇ ਆਪਣੇ ਉਹਨਾਂ ਦੀ ਮਰਜ਼ੀ ਹੈ, ਚਾਹੇ ਉਹ ਇੰਡੀਪੈਂਡੈਂਸ ਸਟੇਟਸ ਲੈਣ ਚਾਹੇ ਉਹ ਡੋਮੀਨੀਅਨ ਸਟੇਟਸ ਲੈਣ, ਪਰ ਉਹਨਾਂ ਨੂੰ ਇਹ ਰਾਤ ਨੂੰ ਜਿਹੜੇ ਹੈਗੇ ਆ ਵੀ ਸੁਪਨੇ ਨਹੀਂ ਆਣਗੇ ਵੀ ਹਿੰਦੂ ਰਾਜ ਸਥਾਪਿਤ ਹੋ ਜਾਏਗਾ। ਹਿੰਦੂਆਂ ਦਾ ਵੀ ਕੰਮ ਇਹ ਸੀਗਾ, ਕਹਿੰਦੇ ਵੀ ਜੇ ਅਲੱਗ ਹੋ ਜਾਂਦੇ ਹਿੰਦੂਆਂ ਨੂੰ ਵੀ ਪੂਰਾ ਮੌਕਾ ਮਿਲੇਗਾ ਵੀ ਉਹ ਆਪਣਾ ਜਿਹੜਾ ਹਿੰਦੁਸਤਾਨ ਬਣਾ ਸਕਣ, ਚਾਹੇ ਉਹ ਇੰਡੀਪੈਂਡੈਂਸ ਚਾਹੁੰਦੇ ਇੰਡੀਪੈਂਡੈਂਸ ਲੈ ਲੈਣ, ਜੇ ਡੋਮੀਨੀਅਨ ਸਟੇਟਸ ਚਾਹੁੰਦੇ ਆ ਤੇ ਡੋਮੀਨੀਅਨ ਸਟੇਟਸ ਲੈ ਲੈਣ। ਤੇ ਉਹਨਾਂ ਨੂੰ ਵੀ ਇਹ ਕਦੀ ਸੁਪਨੇ ਨਹੀਂ ਆਉਣਗੇ ਵੀ ਇੱਥੇ ਮੁਸਲਮਾਨ ਜਿਹੜੇ ਹੈਗੇ ਆਪਣਾ ਮੁਸਲਮਾਨ ਰਾਜ ਸਥਾਪਿਤ ਕਰਨਗੇ। ਨਾ ਹੀ ਉਹਨਾਂ ਨੂੰ ਇਹ ਸਰਦਰਦੀ ਰਹੇਗੀ ਵੀ ਜਿਹੜੀ ਫਿਰਕੂ ਮੁਸੀਬਤਾਂ ਹੈਗੀਆਂ ਉਹਨਾਂ ਨੂੰ ਕਿੱਦਾਂ ਨਜਿੱਠਿਆ ਜਾਵੇ। ਨਾ ਹੀ ਜਿਹੜਾ ਸਮਾਜਿਕ ਤੌਰ 'ਤੇ ਜਿਹੜਾ ਮੁਸਲਮਾਨਾਂ ਔਰ ਹਿੰਦੂਆਂ ਦੇ ਵਿੱਚ ਵਿਰੋਧ ਸੀਗਾ ਉਹ ਚੀਜ਼ ਉਹਨਾਂ ਨੂੰ ਜ਼ਿਆਦਾ ਵੱਡੇ ਪੈਮਾਨੇ 'ਚ ਦੇਖਣੀ ਪਵੇਗੀ। ਤੇ ਜੇ ਉਹ ਅਲੱਗ ਰਹਿੰਦੇ ਹੈਗੇ ਆ ਤੇ ਉਹ ਆਪਣੇ ਭਵਿੱਖ ਦੇ ਬਾਰੇ ਆਪ ਸੋਚ ਸਕਦੇ ਹੈਗੇ ਆ ਔਰ ਆ ਜਿਹੜੀਆਂ ਮੁਸੀਬਤਾਂ ਦੱਸ ਕੇ ਹਟੇ ਇਹਨਾਂ ਤੋਂ ਬਚ ਸਕਦੇ ਹੈਗੇ ਆ। ਇਹ ਤਾਂ ਸੀਗੇ ਫਾਇਦੇ ਜੇ ਭਾਰਤ ਵੰਡ ਹੋ ਜਾਂਦਾ ਹੈਗਾ ਆ। ਤੇ ਲੋਕਾਂ ਨੂੰ ਜਿਹੜਾ ਇਹਦੇ ਵਿੱਚ ਇੱਕ ਵਾਰਨਿੰਗ ਸੀਗੀ ਜਿਹੜੀ ਮੁਹੰਮਦ ਅਲੀ ਨੇ ਕਾਂਗਰਸ ਸੰਮੇਲਨ ਦੇ ਵਿੱਚ 1923 ਦੇ ਵਿੱਚ ਦੱਸੀ ਸੀਗੀ, ਉਹਦੇ ਵਿੱਚ ਉਹ ਇਹੀ ਦੱਸ ਰਿਹਾ ਹੈਗਾ ਵੀ ਇਹ ਜੇ ਆਪਾਂ ਕਹਿੰਦੇ ਆ ਜਿਸ ਤਰ੍ਹਾਂ ਦੀ ਹਿੰਦੂ ਮੁਸਲਿਮ ਏਕਤਾ ਦੀ ਜਿਹੜੀ ਹੈ ਗਲਤ ਧਾਰਨਾ ਜਿਹੜੀ ਫੈਲਾਈ ਜਾਂਦੀ ਹੈਗੀ ਹੈ ਭਾਰਤ ਦੇ ਵਿੱਚ, ਇਹ ਇੱਕ ਕਹਿੰਦੇ ਭੂਗੋਲਿਕ ਤੌਰ 'ਤੇ ਇੱਕ ਗਲਤਫਹਿਮੀ ਦੀ ਤਰ੍ਹਾਂ ਲੋਕਾਂ ਦੇ ਸਾਹਮਣੇ ਆ ਰਹੀ ਹੈਗੀ ਆ। ਇਹ 'ਚ ਅਸਲੀਅਤ ਜਿਹੜੀ ਆ ਕੁਛ ਨਹੀਂ ਹੈਗੀ। ਅਸਲੀ ਜਿਹੜੀਆਂ ਫੋਰਸਾਂ ਹੈਗੀਆਂ ਉਹ ਅਸਲੀ ਜਿਹੜੀਆਂ ਤਾਕਤਾਂ ਹੈਗੀਆਂ ਆ ਇਕੱਠੇ ਕਰਨ ਲਈ ਉਹ ਐਕਚੁਅਲੀ ਐਗਜ਼ਿਸਟ ਹੀ ਨਹੀਂ ਕਰਦੀਆਂ, ਉਹ ਧਰਾਤਲ 'ਤੇ ਹੈ ਹੀ ਨਹੀਂ ਹੈਗੀਆਂ। ਤੇ ਇਹ ਕਹਿਣ ਦਾ ਭਾਵ ਹੈ ਵੀ ਜਿਹੜੀ ਹੈ ਰਿਐਲਿਟੀ ਦੇ ਵਿੱਚ ਮੁਹੰਮਦ ਅਲੀ ਵੀ ਇਹੀ ਕਹਿਣਾ ਚਾਹੁੰਦਾ ਹੈ ਵੀ ਜਿਹੜਾ ਇਹਦੇ ਵਿੱਚ ਇਕੱਠੇ ਏਕਤਾ ਵਾਲਾ ਜਿਹੜਾ ਸਵਾਲ ਹੈਗਾ ਆ ਉਹਨੂੰ ਨਕਾਰਦਾ ਹੈਗਾ ਆ। ਤੇ ਉਸ ਤੋਂ ਬਾਅਦ ਕਹਿੰਦੇ ਵੀ ਇਹ ਤੋਂ ਇਲਾਵਾ ਬਾਬਾ ਸਾਹਿਬ ਕਹਿੰਦੇ ਹੋਰ ਵੀ ਇਸ ਤਰ੍ਹਾਂ ਦੀ ਤਾਕਤ ਹੈਗੀ ਜਿਹਨੂੰ ਆਪਾਂ ਦੇਖ ਸਕਦੇ ਹੈਗੇ ਆ, ਜਾਂ ਕੋਈ ਇਸ ਤਰ੍ਹਾਂ ਦਾ ਪੈਂਤਰਾ ਹੈਗਾ ਜਿਹਨੂੰ ਆਪਾਂ ਵਰਤ ਸਕਦੇ ਹੈਗੇ ਆ ਤਾਂ ਕਿ ਇਹ ਜਿਹੜੀ ਆ ਏਕਤਾ ਬਰਕਰਾਰ ਰਹੇ। ਇਹਦੇ ਵਿੱਚ ਕਾਂਗਰਸ ਵਾਲਿਆਂ ਨੇ ਕੀ ਕੀਤਾ ਸੀਗਾ, ਇੱਕ ਨਵੇਂ ਹੀ ਢੰਗ ਦਾ ਜਿਹੜਾ ਉਹਨਾਂ ਨੇ ਪੈਂਤਰਾ ਵਰਤਿਆ ਸੀਗਾ, ਉਹਨੂੰ ਕਹਿੰਦੇ ਮਾਸ ਕੰਟੈਕਟ, ਭਾਵ ਵੀ ਆਮ ਜਿਹੜੇ ਮੁਸਲਿਮ ਜਨਤਾ ਹੈਗੀ ਆ ਉਹਨਾਂ ਨਾਲ ਸੰਪਰਕ ਬਣਾਉਣ, ਉਹਨਾਂ ਦੇ ਮੁਸਲਿਮ ਲੀਡਰਾਂ ਨੂੰ ਬਾਈਪਾਸ ਕਰਦਿਆਂ ਹੋਇਆ। ਜੇ ਉਹ ਆਮ ਮੁਸਲਮਾਨਾਂ ਦੇ ਵਿੱਚ ਜਾਣਗੇ, ਮੁਸਲਿਮ ਜਨਤਾ ਦੇ ਵਿੱਚ ਜਾਣਗੇ ਤੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਆ ਇੱਕ ਰਾਜਨੀਤਿਕ ਤੌਰ 'ਤੇ ਜਿਹੜੀ ਇੱਕ ਏਕਤਾ ਬਣੀ ਰਹੇਗੀ। ਪਰ ਉਹਨਾਂ ਦਾ ਜਿਹੜਾ ਇਹ ਨਜ਼ਰੀਆ ਸੀਗਾ ਜਾਂ ਇਹ ਪੈਂਤਰਾ ਸੀਗਾ ਉਹਦੇ ਵਿੱਚ ਉਹ ਮੁਸਲਮਾਨ ਲੀਡਰਾਂ ਨੂੰ ਬਾਈਪਾਸ ਕਰਨਾ ਚਾਹੁੰਦੇ ਸੀਗੇ। ਪਰ ਇਹ ਜਿਹੜਾ ਹੈਗਾ ਆ ਵੀ ਇੱਕ ਬਹੁਤ ਵੱਡੀ ਇੱਕ ਗਲਤੀ ਹੈਗੀ ਹੈ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈਗਾ ਵੀ ਮੁਸਲਮਾਨ ਦੂਸਰੇ ਮੁਸਲਮਾਨ ਲਈ ਕਿਸ ਤਰ੍ਹਾਂ ਸੋਚਦਾ ਹੈ, ਜੇ ਉਹ ਆਪਣਾ ਲੀਡਰ ਮੰਨਦਾ ਹੈਗਾ ਆ ਤੇ ਉਹ ਕਿਸ ਤਰ੍ਹਾਂ ਸੋਚਦਾ ਹੈਗਾ ਆ ਤੇ ਉਹਦੇ ਵਿੱਚ ਜਿਹੜਾ ਹੈਗਾ ਆ ਉਹਦੀ ਜਿਹੜੀ ਹੈ ਪਹਿਲ ਕਿਸ ਨੂੰ ਹੋਵੇਗੀ, ਇਹ ਆਪਾਂ ਸਾਰਾ ਕੁਝ ਪੜ੍ਹ ਚੁੱਕੇ ਹੈਗੇ ਆ। ਇਹ ਜਿਹੜੀ ਇੱਕ ਉਹਨਾਂ ਨੇ ਇੱਕ ਵੱਡੀ ਗਲਤ ਕੀਤੀ ਸੀਗੀ ਕਾਂਗਰਸ ਵਾਲਿਆਂ ਨੇ। ਤੇ ਔਰ ਇਹ ਗਲਤ ਜਿਹੜਾ ਪ੍ਰਚਾਰ ਕੀਤਾ ਉਹਨਾਂ ਨੇ ਮੁਸਲਮਾਨ ਲੋਕਾਂ ਨੂੰ ਭਰਮਾਉਣ ਲਈ, ਤੇ ਇਹਦੇ ਨਾਲ ਘੱਟੋ ਘੱਟ ਇਹ ਸੋਚਦੇ ਸੀਗੇ ਵੀ ਇਹ ਜਿਹੜੀ ਸਾਡੀ ਵਿਰੋਧ ਹੋ ਰਿਹਾ ਮੁਸਲਮਾਨ ਲੋਕੀ ਨਾ ਕਰਨਗੇ। ਪਰ ਇਹ ਉਹਨਾਂ ਦਾ ਜਿਹੜਾ ਕੰਮ ਜਿਹੜਾ ਸਾਰਾ ਉਲਟਾ ਇਸ ਤਰ੍ਹਾਂ ਪੈ ਗਿਆ ਵੀ ਜੋ ਵੀ ਉਹ ਕੋਸ਼ਿਸ਼ ਕਰ ਰਹੇ ਸੀਗੇ ਉਹ ਸਾਰੇ ਦਾ ਸਾਰਾ ਉਹਨਾਂ ਦਾ ਜਿਹੜਾ ਇੱਕ ਆਮ ਮੁਸਲਮਾਨ ਜਨਤਾ ਦਾ ਜਿਹੜਾ ਵਿਚਾਰ ਸੀਗਾ, ਉਹਨਾਂ ਦੇ ਲੀਡਰਾਂ ਦੇ ਵਿੱਚ ਵਿਸ਼ਵਾਸ ਸੀਗਾ, ਉਹ ਇੱਕ ਕਿਤੇ ਨਾ ਕਿਤੇ ਜਿਹੜਾ ਹੈਗਾ ਆ ਪਾਕਿਸਤਾਨ ਦੀ ਜਿਹੜੀ ਆ ਸੋਚ ਹੈ, ਉਹਨਾਂ ਦੀ ਜਿਹੜੀ ਸੁਪਨਾ ਹੈਗਾ ਆ ਉਹਨੂੰ ਸਾਕਾਰ ਕਰਨ ਦੇ ਵੱਲ ਜਾ ਰਿਹਾ ਸੀਗਾ ਤੇ ਬਨਾਮ ਉਹਦੇ ਉਲਟ। ਕਾਂਗਰਸ ਇਹਨੂੰ ਇੱਕ ਰਾਜਨੀਤਿਕ ਫਾਇਦੇ ਦੀ ਤਰ੍ਹਾਂ ਵਰਤ ਰਹੀ ਸੀਗੀ, ਪਰ ਉਲਟਾ ਹੋ ਗਿਆ, ਨੁਕਸਾਨ ਉਹਨਾਂ ਨੂੰ ਉਲਟਾ ਹੋ ਗਿਆ। ਉਹ ਚਾਹੁੰਦੇ ਸੀਗੇ ਹਿੰਦੂ ਮੁਸਲਮਾਨ ਜਿਹੜੇ ਹੈਗੇ ਆ ਇਕੱਠੇ ਹੋਣ ਸਮਾਜਿਕ ਤੌਰ 'ਤੇ, ਪਰ ਇਸ ਤਰ੍ਹਾਂ ਨਹੀਂ ਹੋਇਆ। ਇਹ ਐਕਚੁਅਲੀ ਬਹੁਤ ਵੱਡੀ ਗਲਤਫਹਿਮੀ ਹੈਗੀ। ਇਹਦੇ ਵਿੱਚ ਦੱਸਦੇ ਬਾਬਾ ਸਾਹਿਬ ਵੀ ਜਿਹੜੇ ਹਿੰਦੂ ਮੁਸਲਮਾਨ ਹੈਗੇ ਆ ਇਹ ਵਿੱਚ ਆਪਸ 'ਚ ਕੋਈ ਰੋਟੀ ਦਾ ਕੋਈ ਬੇਟੀ ਦੀ ਸਾਂਝ ਨਹੀਂ ਹੈਗੀ, ਕਦੀ ਇਕੱਠੇ ਕਿਸ ਤਰ੍ਹਾਂ ਆ ਜਾਊਗੇ। ਫਿਰ ਕੋਈ ਇਹਨਾਂ ਦੇ ਤਿਉਹਾਰ ਜਿਹੜੇ ਅਲੱਗ-ਅਲੱਗ ਹੈਗੇ ਆ, ਕਿਸ ਤਰ੍ਹਾਂ ਉਹ ਹਿੰਦੂ ਜਿਹੜਾ ਮੁਸਲਮਾਨਾਂ ਦਾ ਤਿਉਹਾਰ ਅਪਣਾ ਲੂਗੇ ਜਾਂ ਮੁਸਲਮਾਨ ਜਿਹੜੇ ਹੈਗੇ ਹਿੰਦੂ ਦਾ ਤਿਉਹਾਰ ਅਪਣਾ ਲੂਗੇ, ਅਲੱਗ-ਅਲੱਗ ਹੈਗੇ ਆ। ਇਹਨਾਂ ਦੀ ਜਿਹੜੀਆਂ
ਆਪਣੇ ਧਾਰਮਿਕ ਜਿਹੜੇ ਵਿਚਾਰ ਹੈਗੇ ਉਹ ਵੱਖਰੇ ਵੱਖਰੇ ਹੈਗੇ ਆ ਔਰ ਇੱਕ ਦੂਜੇ ਦੇ ਵਿਰੁੱਧ ਵਿੱਚ ਹੈਗੇ ਆ। ਮੁਸਲਮਾਨਾਂ ਦਾ ਔਰ ਹਿੰਦੂਆਂ ਦਾ ਜਿਹੜਾ ਇਹਨਾਂ ਦਾ ਜਿਹੜਾ ਸੱਭਿਆਚਾਰ ਹੈਗਾ, ਇਤਿਹਾਸ ਹੈਗਾ, ਸਾਹਿਤ ਹੈਗਾ, ਅਲੱਗ ਹੈਗਾ ਆ। ਕਿਸ ਤਰ੍ਹਾਂ ਕਹਿ ਸਕਦੇ ਹਾਂ ਆਪਾਂ ਇਹ ਇਕੱਠੇ ਆ ਜਾਣਗੇ? ਕੋਈ ਇੱਕ ਕਾਮਨ ਗਰਾਊਂਡ ਤਾਂ ਹੋਵੇ, ਕਿੱਥੇ ਇਕੱਠੇ ਆ ਜਾਣਗੇ? ਕੋਈ ਇਹਨਾਂ ਵਿੱਚ ਫਿਜ਼ੀਕਲ ਕੰਟੈਕਟ ਨਹੀਂ ਹੈਗਾ, ਦੋਨੋਂ ਅਲੱਗ-ਅਲੱਗ ਰਹਿੰਦੇ ਹੈਗੇ ਆ। ਜੇ ਹਿੰਦੂ ਜਿਹੜੇ ਸ਼ਹਿਰਾਂ 'ਚ ਰਹਿੰਦੇ ਜੇ ਹਿੰਦੂ ਸ਼ਹਿਰਾਂ 'ਚ ਰਹਿੰਦੇ ਆ ਆਪਣੇ ਖਾਸ ਕਰਕੇ ਜਿੱਥੇ ਮੁਸਲਮਾਨ ਮੈਜੋਰਟੀ 'ਚ ਹੈਗੇ, ਇਹਨਾਂ ਦੇ ਵਿੱਚ ਕੋਈ ਆਪਸ 'ਚ ਜਿਹੜਾ ਹੈਗਾ ਆ ਅਲੱਗ-ਅਲੱਗ ਬਹੁਤ ਵੱਡਾ ਫਰਕ ਹੈਗਾ ਆ। ਇਕੱਠੇ ਨਹੀਂ ਰਹਿੰਦੇ, ਕੋਈ ਫਿਜ਼ੀਕਲ ਕੰਟੈਕਟ ਨਹੀਂ ਹੈਗਾ, ਅਲੱਗ-ਅਲੱਗ ਇਹਨਾਂ ਦੇ ਕੁਆਟਰਸ ਹੈਗੇ ਆ, ਇੱਕ ਅਲੱਗ-ਅਲੱਗ ਦੁਨੀਆ ਆਪਣੀ ਹੀ ਦੁਨੀਆ ਵਿੱਚ ਹੀ ਰਹਿੰਦੇ ਆ। ਕੋਈ ਇਹਨਾਂ ਵਿੱਚ ਆਪਸੀ ਸਾਂਝ ਦਾ ਜਿਹੜਾ ਹੈਗਾ ਆ ਕੋਈ ਜ਼ਰੀਆ ਨਹੀਂ ਹੈਗਾ, ਵੀ ਕੋਈ ਕੰਟੀਨਿਊਸ ਸਾਈਕਲ ਆਫ ਪਾਰਟਿਸਿਪੇਸ਼ਨ ਨਹੀਂ ਹੈਗਾ ਇਹਨਾਂ ਦੇ ਵਿੱਚ। ਇਹ ਇੱਕ ਹੀ ਟਾਈਮ 'ਚ ਇਕੱਠੇ, ਦੋ ਟਾਈਮਾਂ 'ਚ ਇਕੱਠੇ ਹੁੰਦੇ ਆ, ਜਾਂ ਤਾਂ ਇਹਨਾਂ ਨੇ ਆਪਸ 'ਚ ਵਪਾਰ ਕਰਨਾ ਜਾਂ ਇੱਕ ਦੂਸਰੇ ਨੂੰ ਮਾਰਨਾ ਹੈਗਾ ਆ। ਜਿਸ ਤਰ੍ਹਾਂ ਆਪਾਂ ਦੇਖ ਸਕੇ, ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਵੀ ਕਿੰਨੀ ਵਾਰ ਜਿਹੜੇ ਹੈਗੇ ਦੰਗੇ ਫਸਾਦ ਹੁੰਦੇ ਹੈਗੇ ਮੁਸਲਮਾਨ। ਇਹ ਦੋ ਹੀ ਟਾਈਮ ਜਿਹੜੇ ਮੁਸਲਮਾਨ ਇਕੱਠੇ ਹੁੰਦੇ ਆ, ਹਿੰਦੂ ਮੁਸਲਮਾਨ, ਵੀ ਜੇ ਵਪਾਰ ਕਰਨਾ ਤੇ ਜਾਂ ਇੱਕ ਦੂਜੇ ਨੂੰ ਮਾਰਨਾ ਹੈਗਾ ਇਹਨਾਂ ਨੇ। ਤੇ ਇਹਦੇ ਵਿੱਚ ਕਹਿੰਦੇ ਵੀ ਜਿਹੜਾ ਇਹਨਾਂ ਦਾ ਇਹ ਕਨਸੈਪਟ ਸੀਗਾ ਕਾਂਗਰਸ ਦਾ, ਮਾਸ ਕੰਟੈਕਟ, ਵੀ ਆਮ ਮੁਸਲਮਾਨਾਂ ਦੇ ਵਿੱਚ ਉਹਨਾਂ ਦਾ ਸੰਪਰਕ ਬਣਾਇਆ ਜਾਵੇ ਜਾਂ ਉਹਨਾਂ ਨੂੰ ਰਲਾਇਆ ਜਾਵੇ, ਇਹ ਜਿਹੜਾ ਹੈਗਾ ਉਲਟਾ ਪੈ ਗਿਆ। ਤੇ ਇਹਦੇ ਨਾਲ ਜਿਹੜਾ ਹੈਗਾ ਆ ਐਕਚੁਅਲੀ ਫਾਇਦਾ ਤਾਂ ਕੀ ਹੋਣਾ ਸੀਗਾ, ਨੁਕਸਾਨ ਹੋ ਗਿਆ। ਤੇ ਇਹਦੇ ਨਾਲ ਜਿਹੜਾ ਹੈਗਾ ਆ ਬਾਬਾ ਸਾਹਿਬ ਦੱਸਦੇ ਹੈਗੇ ਆ ਬਈ ਆਪਣੇ ਜਿਹੜਾ ਹੈਗਾ ਆ ਪਾਕਿਸਤਾਨ ਬਣਨ ਦੀ ਜਿਹੜੀ ਸੰਭਾਵਨਾ ਹੈਗੀ ਉਹਦੇ ਵਿੱਚ ਕਹਿੰਦੇ ਤੁਸੀਂ ਤੁਲਨਾ ਕਰ ਸਕਦੇ ਆ ਵੀ ਇਹਦੇ ਫਾਇਦੇ ਕੀ ਆ ਤੇ ਨੁਕਸਾਨ ਕੀ ਹੈਗੇ ਆ। ਅਖੰਡ ਭਾਰਤ ਰਹੇਗਾ ਤੇ ਉਹਦੇ ਕੀ ਨੁਕਸਾਨ ਆ, ਤੇ ਜੇ ਭਾਰਤ ਔਰ ਹਿੰਦੁਸਤਾਨ ਆਪਣੇ ਜਿਹੜਾ ਭਾਰਤ ਹੈਗਾ ਹੈ ਹਿੰਦੁਸਤਾਨ ਔਰ ਪਾਕਿਸਤਾਨ 'ਚ ਬਣ ਜਾਏਗਾ, ਉਹਦੇ ਵਿੱਚ ਜਿਹੜੇ ਆ ਆਪਣੇ ਕੀ ਫਾਇਦੇ ਹੈਗੇ ਆ। ਤੇ ਇਹ ਤੁਸੀਂ ਦੇਖ ਸਕਦੇ ਹੈਗੇ। ਇਹਦੇ ਨਾਲ ਹੀ ਆਪਣਾ ਜਿਹੜਾ ਚੈਪਟਰ ਖਤਮ ਹੁੰਦਾ ਹੈ। It is not about the ultimate future. Our difficulty is how to make the heterogeneous mess that we have today take a decision in common and march in a cooperative way on that road which is bound to lead us to unity.